सत श्री अकाल जी। हुण आपां अगे आ जाइए जी WTO। पंजाब सरकार दी भारत सरकार नहीं सुनती। जे मैं तुहानूं सच दसां तो भारत सरकार दी WTO नहीं सुनती। इत्थे कई गल्लां ने जी। भारत सरकार नूं जिन्ने वजन नाल आपदी गल रखनी चाहिदी सी असीं नहीं रखी। ये पहली गलती सरकार दी है। दूजी गल, इत्थे दो ग्रुप ने जी, अमीर ते एक जिहड़े अमीर हुंदे पे आ, डिवैलप्ड नेशन ते एक डिवैलपिंग ने जिहड़े दे आर इन दी प्रोसैस ऑफ डिवैलप्ड। तां वो प्रोसैस अजे लंबी चलूगी। पॉवर्टी साडी देख लो, साडे एग्रीकल्चर दा हाल देख लो, 20,000 सालाना साडी इनकम है ते सानू कंपीट करन नूं कही जांदे ने जी अमरीका नाल कंपीट करो, कैनेडा नाल कंपीट करो, आस्ट्रेलिया नाल कंपीट करो। किवें कर लईए जी, ये भी तुहानूं नाल समझा दो। ਤਾਂ WTO ਹੋਂਦ 'ਚ ਆਉਂਦੀ ਹੈ ਜੀ 1995 ਦੇ ਵਿੱਚ। 1995 ਵਿੱਚ ਕਿਸਾਨਾਂ ਦੇ ਜੜ੍ਹਾਂ 'ਚ ਬਹਿਣ ਵਾਸਤੇ ਇਹਦਾ ਹੁੰਦਾ ਜਨਮ। ਐਗਰੀਮੈਂਟ ਸਾਈਨ ਹੁੰਦਾ ਹੈ ਜੀ ਐਗਰੀਕਲਚਰ ਤੇ, ਸਮਝੌਤਾ ਨੂੰ ਸਾਈਨ ਕੀਤਾ ਜਾਂਦਾ ਇੱਕ ਨੂੰ, ਕਿਸਾਨੀ ਉਹਦਾ ਮੁੱਦਾ ਸੀ। WTO ਸ਼ੈਤਾਨ ਦੇਸ਼ਾਂ ਦਾ ਹੈ ਜੀ, ਇੱਥੇ ਕਬਜ਼ਾ ਅਮਰੀਕਾ ਦਾ, ਕੈਨੇਡਾ ਦਾ। ਕਿੰਨੇ ਮਰਜ਼ੀ ਇਹ ਧਰਨਿਆਂ 'ਚ ਆਪਣੇ ਹੱਕ 'ਚ ਬਿਆਨ ਦੇਈ ਜਾਣ, ਆਪਣੀਆਂ ਜੜ੍ਹਾਂ 'ਚ ਬਹਿਣ ਵਾਲੀ ਇਹ ਨੇ WTO। ਇਹ ਕਿਵੇਂ ਮੈਂ ਤੁਹਾਨੂੰ ਇੱਥੇ ਸਮਝਾਉਣਾ। WTO ਦੇ 3 ਪਿਲਰ ਨੇ ਜੀ, 3 ਥੰਮ ਨੇ WTO ਦੇ। ਪਹਿਲਾ ਥੰਮ ਕਹਿੰਦਾ ਜੀ ਮਾਰਕੀਟ 'ਚ ਐਕਸੈਸ ਦਿਓ। ਮਤਲਬ ਅਮਰੀਕਾ ਦੇ ਕਿਸਾਨ ਨੇ ਕੁਝ ਉਗਾਇਆ, ਉਹ ਆ ਕੇ ਭਾਰਤ ਦੀ ਮੰਡੀ 'ਚ ਵੇਚ ਸਕੇ। ਭਾਰਤ ਵਾਲੇ ਨੇ ਕੁਝ ਉਗਾਇਆ, ਉਹ ਜਾ ਕੇ ਅਮਰੀਕਾ ਦੀ 'ਚ ਵੇਚ ਸਕੇ। ਭਾਰਤ ਵਾਲੇ 'ਚ ਹੈ ਕੀ ਵਿਚਾਰੇ ਕੋ ਜਿਹੜਾ ਅਮਰੀਕਾ ਵੇਚਣ ਜਾਊਗਾ। ਇੱਕ ਜ਼ਿਲ੍ਹੇ ਤੋਂ ਦੂਸਰੇ ਜ਼ਿਲ੍ਹੇ 'ਚ ਤੋਂ ਵੇਚਿਆ ਨਹੀਂ ਜਾਂਦਾ ਵਿਚਾਰੇ ਤੋਂ, ਤੇ ਉਹ ਅਮਰੀਕਾ ਐਕਸਪੋਰਟ ਕਰੂਗਾ। ਠੀਕ ਹੈ ਜੀ। ਇਹ ਕਹਿੰਦੇ ਸਾਨੂੰ ਮਾਰਕੀਟ ਦੀ ਐਕਸੈਸ ਦਿਓ। ਜੇ ਇਹਨਾਂ ਨੂੰ ਮਾਰਕੀਟ ਦੀ ਐਕਸੈਸ ਦੇਤੀ, ਇਹ MSP ਨੂੰ ਖਤਮ ਕਰਨ ਦੀਆਂ ਗੱਲਾਂ ਨੇ ਸਾਰੀਆਂ WTO ਦੀਆਂ। ਮਾਰਕੀਟ ਦੀ ਐਕਸੈਸ ਮੰਨ ਲਓ ਦੇਤੀ, ਤਾਂ ਉਹ ਤਾਂ ਆਪਦੇ ਕਿਸਾਨਾਂ ਨੂੰ ਇੰਨੀਆਂ ਕੁ ਸਬਸਿਡੀਆਂ ਦਿੰਦੇ ਨੇ ਕਿ ਉਹਨਾਂ ਦਾ ਕਿਸਾਨ ਤਾਂ ਚੌਲ ਭਾਰਤ 'ਚ 1500 ਰੁਪਏ ਨੂੰ ਭੇਜ ਸਕਦਾ। ਕਿਉਂਕਿ ਉਹਨਾਂ ਨੇ ਕਹਿਣਾ ਹੈ ਜੀ, ਕਿਸਾਨ ਕਹੂਗਾ ਮੇਰਾ ਖਰਚਾ 2000 ਰੁਪਏ, ਅਮਰੀਕਾ ਦੀ ਸਰਕਾਰ ਨੂੰ ਕਹੂਗਾ, ਅਮਰੀਕਾ ਦੀ ਸਰਕਾਰ ਕਹੂਗੀ ਫਿਰ ਉਹਨੇ ਕਹਿਣਾ 500 ਦਾ ਨੁਕਸਾਨ ਹੈ, ਸਰਕਾਰ ਕਹੂਗੀ ਸਾਡੇ ਤੋਂ ਚੱਕ। ਤੇ ਇੱਥੇ ਭਾਰਤ 'ਚ ਜੇ MSP ਖਤਮ ਹੋ ਗਈ, ਇੱਥੇ ਤਾਂ ਜਿਹੜਾ ਉਹਨੂੰ ਵਿਚਾਰੇ ਨੂੰ ਜੁੜਦਾ ਉਹ ਵੀ ਨਹੀਂ ਜੁੜਨਾ। ਅਮਰੀਕਾ ਤਾਂ ਹੋਰ ਬਹੁਤ ਸਪੋਰਟਸ ਦੇ ਦੂਗਾ। ਦੂਜਾ ਉਹ ਕਹਿੰਦਾ ਵੀ ਜਿਹੜੀ ਤੁਸੀਂ ਡੋਮੈਸਟਿਕ ਸਪੋਰਟ ਦਿੰਦੇ ਹੋ, ਡੋਮੈਸਟਿਕ ਸਪੋਰਟ ਮਤਲਬ MSP ਦਿੰਦੇ ਹੋ, ਆਪਦੇ ਦੇਸ਼ ਦੇ ਅੰਦਰ ਜਿਹੜੀਆਂ ਸਪੋਰਟਾਂ ਤੁਸੀਂ ਦਿੰਦੇ ਹੋ ਉਹਨਾਂ ਨੂੰ ਘਟਾਓ। ਠੀਕ ਹੈ ਜੀ। ਭਾਰਤ ਕਹਿੰਦਾ ਸੋਚਾਂਗੇ। ਉਸ ਤੋਂ ਬਾਅਦ ਉਹ ਕਹਿੰਦਾ ਜਿਹੜੀ ਐਕਸਪੋਰਟ ਦੀ ਤੁਸੀਂ ਸਪੋਰਟ ਦਿੰਦੇ ਹੋ ਫਾਰਮਰਸ ਨੂੰ, ਉਹਨੂੰ ਵੀ ਘਟਾਓ। ਸਾਨੂੰ ਤੁਹਾਡੇ ਦੇਸ਼ 'ਚ ਆਉਣ ਦਿਓ, ਪਹਿਲੀ ਗੱਲ। ਦੂਜੀ ਗੱਲ, ਡੋਮੈਸਟਿਕ ਸਪੋਰਟ ਨਾ ਦਿਓ। ਠੀਕ ਹੈ ਜੀ। ਤੀਜੀ ਗੱਲ, ਐਕਸਪੋਰਟ ਨੂੰ ਵੀ ਸਪੋਰਟ ਨਾ ਕਰੋ। ਅੱਛਾ, ਤੁਹਾਨੂੰ ਅਸੀਂ ਅੰਦਰ ਆਉਣ ਦੇ ਦਈਏ ਤੇ ਸਾਡੇ ਵਾਲੇ ਜਿਹੜੇ ਬਾਹਰ ਜਾਣਾ ਚਾਹੁੰਦੇ ਉਹਨਾਂ ਨੂੰ ਸਪੋਰਟ ਵੀ ਨਾ ਕਰੀਏ। ਕੀ ਕਰੀਏ ਜੀ ਫਿਰ ਅਸੀਂ? ਸਰਕਾਰ ਹੱਥ ਤੇ ਹੱਥ ਰੱਖ ਕੇ ਬਹਿ ਜਾਏ, ਫਿਰ ਕੁਝ ਕਰੇ ਹੀ ਨਾ ਵਿਚਾਰੀ। ਇਹਦੇ ਵਿੱਚ ਜਿਹੜੀ ਡਾਇਰੈਕਟ ਸਪੋਰਟ ਹੈ ਇਹ 2 ਤਰ੍ਹਾਂ ਦੀ ਹੈ ਜੀ। ਪਹਿਲੀ ਹੈ ਟ੍ਰੇਡ ਡਿਸਟੋਰਟਿੰਗ, ਦੂਜੀ ਹੈ ਨੌਨ ਟ੍ਰੇਡ ਡਿਸਟੋਰਟਿੰਗ। ਇਹਦੇ ਵਿੱਚ ਇਹਨਾਂ ਦੇਸ਼ਾਂ ਨੇ ਬੜੀ ਚਲਾਕੀ ਨਾਲ ਡੋਮੈਸਟਿਕ ਸਪੋਰਟ ਨੂੰ, ਦੇਸ਼ ਦੇ ਅੰਦਰ ਜਿਹੜੀ ਮਦਦ ਮਿਲਦੀ ਉਹਨੂੰ 2 ਤਰ੍ਹਾਂ 'ਚ ਵੰਡ ਦਿੱਤਾ। ਇੱਕ ਉਹ ਸਪੋਰਟ ਜੀ ਜਿਹੜੀ ਤਾਂ ਕਹਿੰਦੇ ਟ੍ਰੇਡ ਤੇ ਕੋਈ ਫਰਕ ਨਹੀਂ ਪੈਂਦਾ, ਇਹ ਤਾਂ ਕਿੰਨੀ ਮਰਜ਼ੀ ਦੇਈ ਜਾਓ। ਤੇ ਦੂਜੀ ਜਿਹਦਾ ਟ੍ਰੇਡ ਤੇ ਫਰਕ ਪੈਂਦਾ, ਆਹ ਘਟਾਓ ਕਹਿੰਦੇ। ਇਹ ਦੇਖਦੇ ਹਾਂ ਕੀ ਗੱਲ ਹੈ। ਇਹਦੇ ਵਿੱਚ ਇਹਨਾਂ ਨੇ ਕੈਟੇਗਰਾਈਜੇਸ਼ਨ ਕਰਤੀ, ਬਾਕਸਿਸ ਬਣਾਤੇ, ਕੈਟੇਗਰੀ ਬਣਾਤੀ, ਇੱਕ ਢਾਂਚਾ ਬਣਾਤਾ। ਉਹਦੇ ਵਿੱਚ ਇੱਕ ਤਾਂ ਗ੍ਰੀਨ ਬਾਕਸ ਹੈ ਜੀ, ਇੱਕ ਬਲੂ ਹੈ, ਇੱਕ SND ਹੈ। ਇਹ SND ਗਰੀਬ ਦੇਸ਼ਾਂ ਵਾਸਤੇ ਹੈ ਜਿਹੜੇ ਲੀਸਟ ਡਿਵੈਲਪ ਨੇ। ਇਹਦੇ ਨਾਲ ਆਪਾਂ ਨੂੰ ਕੋਈ ਮਤਲਬ ਨਹੀਂ, ਅਮੀਰ ਦੇਸ਼ਾਂ ਨੂੰ ਮਤਲਬ ਨਹੀਂ, ਤਾਂ ਇਹਨੂੰ ਆਪਾਂ ਆਪਦੀ ਡਿਸਕਸ਼ਨ ਤੋਂ ਬਾਹਰ ਰੱਖਾਂਗੇ, ਆਪਣਾ ਕੋਈ ਮਤਲਬ ਨਹੀਂ। ਗ੍ਰੀਨ ਬਾਕਸ ਤੇ ਆ ਜਾਓ ਜੀ। ਇਹ ਸਾਰੇ ਨੌਨ ਟ੍ਰੇਡ ਡਿਸਟੋਰਟਿੰਗ ਹੈ। ਇਹਦੇ ਤੇ ਅਮਰੀਕਾ, ਕੈਨੇਡਾ, ਯੂਰਪ ਦੇ ਦੇਸ਼ ਕਹਿੰਦੇ ਇਹਦੇ ਤੇ ਤਾਂ ਕਿੰਨੀ ਮਰਜ਼ੀ ਸਬਸਿਡੀ ਦੇ ਦਿਓ ਜੀ, ਇਹ ਟ੍ਰੇਡ ਨੂੰ ਹੈਂਪਰ ਨਹੀਂ ਕਰਦਾ, ਇਹ ਟ੍ਰੇਡ ਨੂੰ ਡਿਸਟੋਰਟ ਨਹੀਂ ਕਰਦਾ, ਨੁਕਸਾਨ ਨਹੀਂ ਕਰਦਾ। ਠੀਕ ਹੈ ਜੀ। ਇਹਦੇ 'ਚ ਇੱਕ ਹਰਾ ਡੱਬਾ ਬਣਾਤਾ, ਇੱਕ ਨੀਲਾ ਡੱਬਾ ਬਣਾਤਾ। ਹਰੇ ਡੱਬੇ 'ਚ ਮਾਂ ਦੇ ਪੁੱਤ ਐਡੇ ਸਕੀਮੀ ਇਹਨਾਂ ਨੇ ਉਹ ਚੀਜ਼ਾਂ ਰੱਖਤੀਆਂ, ਕਹਿੰਦੇ ਰਿਸਰਚ ਐਂਡ ਡਿਵੈਲਪਮੈਂਟ ਤੇ R&D ਤੇ ਜਿਹੜਾ ਖਰਚਾ ਹੋਊਗਾ ਨਾ ਉਹਨੂੰ ਸਬਸਿਡੀ 'ਚ ਵਿੱਚ ਨਹੀਂ ਗਿਣਿਆ ਜਾਊਗਾ। ਜੇ ਗਿਣਿਆ ਜਾਊਗਾ ਤਾਂ ਉਸ 'ਚ ਗਿਣਿਆ ਜਾਊਗਾ ਵੀ ਇਹਦਾ ਟ੍ਰੇਡ ਤੇ ਕੋਈ ਅਸਰ ਨਹੀਂ। ਅਸਰ ਕਿਉਂ ਨਹੀਂ ਜੀ? ਰਿਸਰਚ ਐਂਡ ਡਿਵੈਲਪਮੈਂਟ ਤੇ ਖਰਚਾ ਕਰਕੇ ਤੁਸੀਂ ਇੱਕ ਬੀਂ ਬਣਾਇਆ, ਉਹ ਬੀਂ ਦੂਜੇ ਕਿਸਾਨ ਨਾਲੋਂ ਜ਼ਿਆਦਾ ਪੈਦਾਵਾਰ ਕਰੀ ਜਾਂਦਾ ਦੂਜੇ ਬੀਂ ਨਾਲੋਂ। ਹੁਣ ਉਹਦੀ ਪੈਦਾਵਾਰ ਜ਼ਿਆਦੀ ਹੈ,
ਤੁਸੀਂ ਕਹਿੰਦੇ ਹੋ ਇਹਨੇ ਟ੍ਰੇਡ ਤੇ ਫਰਕ ਨਹੀਂ ਪਾਇਆ। ਫਰਕ ਕਿਉਂ ਨਹੀਂ ਪਾਇਆ? ਇੱਕ ਕਿਸਾਨ ਕੋਲੇ 10 ਕਿਲੋ ਉੱਗੀ ਜਾਂਦਾ, ਦੂਸਰੇ ਕੋਲੇ 20 ਕਿਲੋ ਉੱਗੀ ਜਾਂਦਾ। ਕਿਉਂ? ਉਹਦਾ ਬੀਮ ਵਧੀਆ, ਰਿਸਰਚ ਐਂਡ ਡਿਵੈਲਪਮੈਂਟ ਤੇ ਤੁਸੀਂ ਖੋਜ ਕੀਤੀ ਹੈ। ਫਿਰ ਆ ਗਿਆ ਜੀ ਬਲੂ ਬਾਕਸ। ਇਹ ਬਲੂ ਬਾਕਸ ਨੂੰ ਮਾਂ ਦੇ ਪੁੱਤਾਂ ਨੇ ਦੋ ਤਰ੍ਹਾਂ ਚ ਵੰਡਤਾ। ਸਮਝੋ ਇਹਨੂੰ ਇੱਕ ਐਗਜ਼ਾਮਪਲ ਨਾਲ। ਅਮਰੀਕਾ ਦਾ ਇੱਕ ਕਿਸਾਨ ਕਹਿੰਦਾ ਜੀ, ਉਹ ਕਹਿੰਦੇ ਫਸਲ ਘੱਟ ਲਾ ਲਾ, ਕਹਿੰਦਾ ਮੇਰੀ ਆਮਦਨੀ ਘਟੂਗੀ। ਕਹਿੰਦੇ ਕਿੰਨੀ ਘਟੂਗੀ? ਇੰਨੀ ਘਟੂਗੀ, ਅਸੀਂ ਦੇਵਾਂਗੇ। ਪਹਿਲੀ ਸਬਸਿਡੀ ਦੇਤੀ। ਦੂਸਰੀ ਪ੍ਰੋਡਕਟ ਲਿਮਟਿੰਗ ਸਬਸਿਡੀ, PLP। ਇਹ ਪ੍ਰੋਡਕਟ ਲਿਮਟਿੰਗ ਸਬਸਿਡੀ ਕੀ ਹੈ ਜੀ? ਮੰਨ ਲਓ ਯੂਰਪ ਦੇ ਕਿਸੇ ਦੇਸ਼ ਨੇ ਆਪਦੇ ਕਿਸਾਨ ਨੂੰ ਕਿਹਾ ਯਾਰ ਝੋਨਾ ਆਪਣੇ ਦੇਸ਼ 'ਚ ਬਹੁਤ ਹੈ, ਐਗਜ਼ਾਮਪਲ ਦਈਏ ਨਾ, ਮੈਂ ਝੋਨਾ ਨਹੀਂ ਹੁੰਦਾ ਉੱਥੇ, ਤੇ ਤੂੰ ਮੱਕੀ ਲਾ। ਉਹ ਕਹੇ ਜੀ ਮੱਕੀ ਦਾ ਰੇਟ ਘੱਟ ਹੈ, ਝੋਨੇ ਦਾ ਰੇਟ ਵੱਧ ਹੈ। ਤਾਂ ਸਰਕਾਰ ਕਹਿੰਦੀ ਕਿ ਝੋਨੇ ਤੇ ਮੱਕੀ ਦੇ ਰੇਟ ਦੇ ਫਰਕ ਨਾਲ ਤੈਨੂੰ ਜਿਹੜਾ ਨੁਕਸਾਨ ਹੋਊਗਾ ਉਹ ਅਸੀਂ ਦੇਵਾਂਗੇ। ਤੇ ਇਹ ਸਬਸਿਡੀ ਨਹੀਂ ਗੀ, ਇਹ MSP ਨਹੀਂ ਗਾ, ਤਾਂ ਹੋਰ ਇਹ ਹੈ ਕੀ? ਉਹ ਕਹਿੰਦੇ ਮਾਰਕੀਟ ਪ੍ਰਾਈਸ ਤੋਂ ਜਿਹੜਾ ਵੀ ਤੇਰਾ ਫਰਕ ਨਿਕਲਿਆ, ਤੂੰ ਝੋਨਾ ਨਹੀਂ ਲਾਉਣਾ, ਤੂੰ ਮੱਕੀ ਲਾਉਣੀ ਹੈ, ਜਿੰਨੀ ਤੇਰੀ ਆਮਦਨੀ ਘਟੀ ਤੈਨੂੰ ਸਿੱਧੇ ਤੇਰੇ ਖਾਤੇ ਪਾ ਦਾਂਗੇ। ਤੇ ਮਾਂ ਦੇ ਪੁੱਤ ਕਹਿੰਦੇ ਨਾ ਜੀ, ਅਮਰੀਕਾ ਕੈਨੇਡਾ WTO ਵਾਲੇ ਇਕੱਠੇ ਹੋ ਕੇ ਕਹਿੰਦੇ ਨਾ, ਇਹ ਤਾਂ ਨੁਕਸਾਨ ਹੀ ਕੁਝ ਨਹੀਂ ਕਰਦਾ ਸਾਨੂੰ। ਅਮਰੀਕਾ ਨੇ ਫਿਰ ਬਣਾਤੀ ਇੱਕ ਡੈਫਿਸਿਟ ਪੇਮੈਂਟ। ਅਮਰੀਕਾ ਦਾ ਖਾਨਾ ਹੈ ਜੀ ਡੈਫਿਸਿਟ ਪੇਮੈਂਟ ਦਾ। ਅਮਰੀਕਾ ਆਪਦੇ ਕਿਸਾਨ ਨੂੰ ਕਹਿੰਦਾ ਵੀ ਐਰਕੀ ਆ ਲਾ। ਉਹ ਕਹਿੰਦਾ ਨਹੀਂ ਜੀ। ਕਹਿੰਦੇ ਚੱਲ ਕੀ ਲਾਉਣਾ? ਕਹਿੰਦਾ ਮੈਂ ਤਾਂ ਲਾਉਂਗਾ। ਉਹ ਕਹਿੰਦੇ ਫਿਰ ਅਸੀਂ ਨਹੀਂ ਖਰੀਦ ਸਕਦੇ, ਵੀ ਮਾਰਕੀਟ 'ਚ ਵੇਚਣਾ ਪਊਗਾ ਤੈਨੂੰ, ਸਰਕਾਰ ਨਹੀਂ ਖਰੀਦੂਗੀ। ਅਮਰੀਕਾ ਕੈਨੇਡਾ ਇਹਨਾਂ ਕਿਸੇ ਵੀ ਦੇਸ਼ਾਂ 'ਚ ਤੁਸੀਂ ਜਿਹੜੇ ਬਾਹਰ ਰਹਿੰਦੇ ਉਹਨਾਂ ਨੂੰ ਪੁੱਛ ਕੇ ਦੇਖਿਓ, ਸਰਕਾਰ ਨਹੀਂ ਖਰੀਦਦੀ, ਮਾਰਕੀਟ ਖਰੀਦੂਗੀ। ਤੇ ਇਹਨਾਂ ਨੇ ਕੀ ਕੀਤਾ? ਮਾਰਕੀਟ 'ਚ ਵੇਚਤਾ। ਮੰਨ ਲਓ ਇਹਨਾਂ ਨੇ ਬੀਜੀ ਸੀ ਕਣਕ, ਕਣਕ ਵੇਚਤੀ ਮਾਰਕੀਟ 'ਚੋਂ, ਵਿਕੀ 1500 ਰੁਪਏ ਕਿਲੋ। ਇਹ ਸਰਕਾਰ ਕੋਲੇ ਗਏ, ਕਹਿੰਦੇ ਜੀ ਤੁਸੀਂ ਲੈ ਲੈਂਦੇ ਤਾਂ 1800 ਨੂੰ ਵਿਕ ਜਾਣੀ ਸੀ। ਲੈਂਦੀ ਨਹੀਂ ਸਰਕਾਰ। ਉੱਥੇ ਮੈਂ ਐਗਜ਼ਾਮਪਲ ਦਿੰਦਾ ਤੁਹਾਨੂੰ। ਤਾਂ ਸਰਕਾਰ ਨੂੰ ਕਹਿੰਦੇ ਵੀ ਸਾਡਾ ਤਾਂ ਕੁਆਂਟਲ ਪਿੱਛੇ 300 ਦਾ ਘਾਟਾ ਹੋ ਗਿਆ। ਸਰਕਾਰ ਕਹਿੰਦੀ ਚੱਕ, ਸਬਸਿਡੀ ਦੇਤੀ ਆਪਦੇ ਵੱਲੋਂ। ਪਰ ਇੰਟਰਨੈਸ਼ਨਲ ਮਾਰਕੀਟ 'ਚ ਆ ਕੇ ਡਰਾਮੇ ਕਰਦੇ ਨੇ। ਉੱਥੇ ਕਹਿੰਦੇ ਵੀ ਅਸੀਂ ਤਾਂ ਆਪਦੇ ਕਿਸਾਨ ਦੀ ਖਰੀਦਦੇ ਹੀ ਨਹੀਂ, ਤੇ ਉਹ ਖਰੀਦ 'ਚ ਕਸਰ ਕੀ ਰਹਿ ਗਈ? ਜੇ ਭਾਰਤ ਸਰਕਾਰ ਕਹਿ ਦੇ ਵੀ ਮੈਂ ਝੋਨਾ ਨਹੀਂ ਖਰੀਦਣਾ, ਕਿਸਾਨ ਨੂੰ ਕਵੇ, ਕਿਸਾਨ ਕਹੂਗਾ ਜੀ ਫੇਰ ਕਵੇ ਮਾਰਕੀਟ 'ਚ ਵੇਚ ਦੇ। ਉਹ ਕਹੂ ਜੀ ਪੈਸੇ ਘੱਟ ਮਿਲਣਗੇ। ਕਹਿੰਦੇ ਜਿੰਨੇ ਘਟੇ ਸਾਡੇ ਤੋਂ ਲੈ ਲਈ। ਤੇ ਸਪੋਰਟ ਨਹੀਂ ਹੋਈ ਤਾਂ ਹੋਰ ਕੀ ਹੋ ਗਿਆ? ਪਰ ਅਮਰੀਕਾ ਕੈਨੇਡਾ ਸਾਰੇ ਇਕੱਠੇ ਹੋ ਕੇ ਕਹਿੰਦੇ ਨਾ ਜੀ ਨਾ, ਇਹ ਸਪੋਰਟ ਨਹੀਂ ਹੋਈ, ਇਹ MSP ਹੋਈ ਨਹੀਂ, ਕਿਉਂਕਿ ਅਸੀਂ ਖਰੀਦੀ ਨਹੀਂ। ਭਾਰਤ ਫਸ ਗਿਆ ਜੀ ਟ੍ਰੇਡ ਡਿਸਟੋਰਟਿੰਗ 'ਚ। ਆਹ ਖਾਨੇ 'ਚ ਰੱਖਤਾ ਭਾਰਤ ਨੂੰ, ਚੀਨ ਨੂੰ। ਇਹ ਬਾਕਸ ਨੂੰ ਨਾਮ ਦੇਤਾ ਐਂਬਰ। ਇਹ ਅੰਬਰ ਨਾਮ ਪਿੱਛੇ ਜੇ ਕਾਫੀ ਚਰਚਾ 'ਚ ਰਿਹਾ, ਉਧਰ ਨਾ ਲੈ ਜਾਓ ਇਹਨੂੰ। ਅੰਬਰ ਇੱਕ ਰੰਗ ਹੁੰਦਾ ਔਰੰਜ ਵਰਗਾ। ਅੰਬਰ ਕੈਟਾਗਰੀ ਦੇ ਵਿੱਚ ਰੱਖਤਾ ਭਾਰਤ ਨੂੰ। ਦੋ ਤਰ੍ਹਾਂ ਦੀਆਂ ਸਬਸਿਡੀਆਂ ਕਹਿੰਦੇ ਜੀ ਤੁਸੀਂ ਦਿੰਦੇ ਹੋ। ਭਾਰਤ ਕਹਿੰਦਾ ਜੀ ਕਿਹੜੀਆਂ ਕਿਹੜੀਆਂ? ਕਹਿੰਦੇ ਪਹਿਲੀ ਤਾਂ ਵਸਤੂ ਦੇ ਆਧਾਰ ਤੇ, ਮਤਲਬ ਕਿਸੇ ਪ੍ਰੋਡਕਟ ਦੀ ਸਪੈਸੀਫਿਕ ਤੁਸੀਂ ਦੇਈ ਜਾਂਦੇ ਹੋ। ਕਹਿੰਦੇ ਜੀ ਜਿਵੇਂ ਕੀ? ਕਹਿੰਦੇ ਜਿਵੇਂ ਤੁਸੀਂ ਚੌਲਾਂ ਤੇ ਦਿੰਦੇ ਹੋ MSP, ਜਿਵੇਂ ਤੁਸੀਂ ਰਾਈਸ ਤੇ MSP ਦਿੰਦੇ ਹੋ। ਇਹ ਪ੍ਰੋਡਕਟ ਸਪੈਸੀਫਿਕ ਹੋ ਗਈ ਨਾ। ਅਮਰੀਕਾ, ਭਾਰਤ ਕਹਿੰਦਾ ਠੀਕ ਹੈ ਜੀ। ਹੁਣ ਵੱਡੇ ਮੱਲਾਂ ਦਾ ਯੁੱਧ ਹੈ, ਇੱਥੇ ਸਾਡੀ ਸੁਣਦਾ ਕੌਣ ਹੈ? ਦੂਸਰੀ ਹੋ ਗਈ ਜੀ ਨੌਨ ਪ੍ਰੋਡਕਟ ਸਪੈਸੀਫਿਕ। ਨੌਨ ਪ੍ਰੋਡਕਟ ਸਪੈਸੀਫਿਕ ਕਿਹੜੀ ਹੋ ਗਈ? ਮੰਨ ਲਓ ਜੀ ਤੁਸੀਂ ਦੇਤੀ ਬਿਜਲੀ ਤੇ ਸਬਸਿਡੀ। ਪੰਜਾਬ ਗੌਰਮੈਂਟ ਨੇ ਤਾਂ ਫ੍ਰੀ ਹੋਈ ਕਰ ਰੱਖਿਆ ਕੰਮ। ਸ਼ਾਇਦ ਆ ਪਾਣੀ ਨੂੰ ਇੱਕ ਡੋਬਣ ਦਾ ਕਾਰਨ ਇਹ ਵੀ ਹੋ ਸਕਦਾ ਕਿ ਨਹੀਂ, ਤੁਸੀਂ ਦੱਸਿਓ। ਭਾਰਤ ਨੂੰ ਦੋ ਤਰ੍ਹਾਂ 'ਚ ਵੰਡਤਾ। ਐਂਬਰ ਬਾਕਸ ਦੇ ਵਿੱਚ ਰੱਖਤਾ, ਸਾਨੂੰ ਇੱਕ ਡੱਬੇ ਦੇ ਵਿੱਚ ਪੈਕ ਕਰਤਾ। ਉਹ ਡੱਬੇ ਵਿੱਚ ਦੋ ਖਾਨੇ ਨੇ, ਇੱਕ ਪ੍ਰੋਡਕਟ ਸਪੈਸੀਫਿਕ, ਦੂਜਾ ਨੌਨ ਪ੍ਰੋਡਕਟ ਸਪੈਸੀਫਿਕ। ਕਹਿੰਦੇ ਜੀ ਤੁਸੀਂ ਚੌਲਾਂ ਤੇ ਸਬਸਿਡੀ ਦਿੰਦੇ ਹੋ। ਭਾਰਤ ਕਹਿੰਦਾ ਜੀ ਦਿੰਦੇ ਆ। ਦੂਜਾ ਕਹਿੰਦਾ ਤੁਸੀਂ ਬਿਜਲੀ ਤੇ ਦਿੰਦੇ ਹੋ। ਭਾਰਤ ਕਹਿੰਦਾ ਦਿੰਦਾ। ਕਹਿੰਦੇ ਇਹਨਾਂ ਨੂੰ ਘਟਾਓ। ਹੁਣ ਮੈਨੂੰ ਦੱਸੋ ਇੱਥੋਂ ਦੇਸ਼ ਭੱਜੇ ਕਿੱਥੇ? ਪਾਬੰਦੀ ਹੈ, ਸ਼ਰਤ ਹੈ, ਘਟਾਉਣਾ ਹੀ ਪਊਗਾ। ਐਗਰੀਮੈਂਟ ਸਾਈਨ ਕੀਤਾ ਹੈ, ਪਰ ਫਿਰ ਦੇਸ਼ ਦੀ ਆਜ਼ਾਦੀ ਕਿੱਥੇ ਗਈ? ਅਸੀਂ ਆਜ਼ਾਦ ਹਾਂ ਯਾਰ, ਅਸੀਂ ਤੁਹਾਡੇ ਹਿਸਾਬ ਨਾਲ ਕਿਉਂ ਚੱਲੀਏ? ਭਾਰਤ ਇੱਕ ਆਜ਼ਾਦ ਮੁਲਕ ਹੈ। 15 ਅਗਸਤ 1947 'ਚ ਸਾਨੂੰ ਆਜ਼ਾਦੀ ਮਿਲੀ ਸੀ ਕਿ ਸਾਨੂੰ ਕੀ ਮਜ਼ਾਕ ਹੋਇਆ ਸੀ ਸਾਡੇ ਨਾਲ? ਪੰਜਾਬੀਆਂ ਦੀ ਉੱਥੇ ਵੀ ਕੁਰਬਾਨੀ ਬਹੁਤ ਹੈ। ਪੰਜਾਬੀਆਂ ਦੀ ਗ੍ਰੀਨ ਰੈਵੋਲਿਊਸ਼ਨ 'ਚ ਵੀ ਕੁਰਬਾਨੀ ਬਹੁਤ ਹੈ। ਤੇ ਇੱਥੇ ਤੁਸੀਂ ਸਾਨੂੰ ਕਹਿੰਦੇ ਹੋ ਵੀ MSP ਸਾਡੀ ਭਾਰਤ ਸਰਕਾਰ ਨੂੰ WTO ਕਹਿੰਦਾ ਤੁਸੀਂ ਨਹੀਂ ਦੇ ਸਕਦੇ। ਵੀ ਦੇ ਕਿਉਂ ਨਹੀਂ ਸਕਦੇ? ਉਹ ਦੇਣਗੇ ਆਪਦੇ ਕਿਸਾਨਾਂ ਨੂੰ, ਤੇ ਦੇਈ ਵੀ ਜਾਂਦੇ।
ਤੇ ਇਹਦੇ 'ਚ ਨਾ ਭਾਰਤ ਸਰਕਾਰ ਨੇ ਬੜਾ ਚਿਰ ਇਹਨਾਂ ਨਾਲ ਲੜ ਕੇ ਇੱਕ ਕਲੌਜ਼ ਐਡ ਕਰਾ ਲਿਆ। ਉਹਦਾ ਕਲੌਜ਼ ਦਾ ਨਾਮ ਸੀ ਪੀਸ ਕਲੌਜ਼। ਉਹਦੇ ਵਿੱਚ ਕਿਹਾ ਗਿਆ ਵੀ ਰੱਬ ਦਾ ਵਾਸਤਾ ਹੈ ਜੀ, ਸਾਨੂੰ ਥੋੜ੍ਹਾ ਚਿਰ ਸਬਸਿਡੀ ਦੇ ਲੈਣ ਦਿਓ। ਉਹ ਟਾਈਮ ਕਿੰਨਾ ਉਹਦੇ 'ਚ ਮੈਂਸ਼ਨ ਨਹੀਂ। ਉਹ ਥੋੜ੍ਹਾ ਚਿਰ ਹੋ ਸਕਦਾ ਅਗਲੇ ਸਾਲ ਮੁਕਾ ਦੇਣ, ਉਹ ਥੋੜ੍ਹਾ ਚਿਰ ਹੋ ਸਕਦਾ 3 ਸਾਲਾਂ ਬਾਅਦ ਮੁਕਾ ਦੇਣ। ਪਰ ਹੁਣ ਮੈਨੂੰ ਤੁਸੀਂ ਦੱਸੋ ਵੀ ਇੱਥੇ ਕੋਈ ਰਾਹ ਭਾਰਤ ਕੋਲੇ ਹੈਗਾ ਕਿ ਕੋਈ ਰਾਹ ਹੀ ਨਹੀਂ ਹੈਗਾ? ਰਾਹ ਹੈਗਾ ਹੈ ਜੀ। ਹੈਗਾ ਕਿਉਂ ਨਹੀਂ? ਇੱਕ ਗਰੁੱਪ ਹੈ ਦੁਨੀਆ ਪੱਧਰ ਤੇ ਜਿਹਨੂੰ ਕਹਿੰਦੇ ਨੇ G20, ਤੇ ਇੱਕ ਗਰੁੱਪ ਹੈ ਦੁਨੀਆ ਪੱਧਰ ਤੇ ਜਿਹਨੂੰ ਕਹਿੰਦੇ G33। G33 ਦਾ ਮਤਲਬ ਇਹ ਨਹੀਂ ਵੀ ਉਹ 'ਚ 33 ਮੁਲਕ ਨੇ, 50 ਦੇ ਨੇੜੇ ਮੁਲਕ ਨੇ ਉਹਦੇ 'ਚ। ਇਹ G33 ਮੁਲਕ ਭਾਰਤ ਦੇ ਹੱਕ 'ਚ ਖੜੇ ਆ। ਉਹ ਕਹਿੰਦੇ ਇੰਡੀਆ ਨੂੰ ਵੀ ਅਸੀਂ ਤੁਹਾਡੇ ਨਾਲ ਆ, ਤੁਸੀਂ ਸਬਸਿਡੀ ਦਿਓ, ਤੁਸੀਂ MSP ਦਿਓ, ਕੋਈ ਚੱਕਰ ਨਹੀਂ। ਆਹ G20 ਲੁੱਟਣ ਵਾਲਿਆਂ ਦਾ ਟੋਲਾ, ਅਮੀਰ ਦੇਸ਼ਾਂ ਦਾ, ਇਹ ਕਹਿੰਦੇ ਤੁਸੀਂ ਦੇ ਕੇ ਦਿਖਾਓ। ਪਰ G33 ਦੀ ਸਾਡੀ ਆਬਾਦੀ ਇੰਨੀ ਹੈ, ਸਾਡੀ ਆਬਾਦੀ ਇੰਨੀ ਹੈ ਤਾਂ ਉਹਨਾਂ ਨੇ ਸਾਨੂੰ ਸਮਾਨ ਵੇਚਣਾ। ਸਮਾਨ ਵੇਚਣਾ ਤਾਂ ਟ੍ਰੇਡ ਖੁੱਲ੍ਹਣੀ ਚਾਹੀਦੀ ਹੈ। ਉਸੇ ਲਾਲਚ 'ਚ ਇਹਨਾਂ ਨੂੰ ਸਾਡੀ ਗੱਲ ਮੰਨਣੀ ਪੈਣੀ ਹੈ। ਇੰਡੀਆ ਨੂੰ ਇੰਨੇ ਵਜਨ ਨਾਲ ਆਪਦੀ ਗੱਲ, ਇਹਦੇ G33 ਦੇ ਵਿੱਚ ਚਾਈਨਾ ਵੀ ਸਾਡੇ ਨਾਲ ਹੈ। ਬ੍ਰਾਜ਼ੀਲ ਸਾਨੂੰ ਧੋਖਾ ਦੇ ਗਿਆ, ਮਾਂ ਦਾ ਪੁੱਤ ਮੁੱਕਰ ਗਿਆ, ਪਹਿਲਾਂ ਨਾਲ ਹੀ ਸੀ। ਤੇ ਇਹਦੇ 'ਚ G33 ਦੇ ਵਿੱਚ ਭਾਰਤ ਨੂੰ ਆਪਦੀ ਗੱਲ ਇੰਨੀ ਜ਼ੋਰ ਨਾਲ WTO 'ਚ ਰੱਖਣੀ ਚਾਹੀਦੀ ਹੈ ਵੀ ਜੇ ਅਸੀਂ ਸਬਸਿਡੀ MSP ਖਤਮ ਕਰਤੀ ਜੀ, ਸਾਡੇ ਕਿਸਾਨ ਦੇ ਪੱਲੇ ਕੱਖ ਨਹੀਂ ਰਹਿਣਾ। ਡਾਟਾ ਦੱਸਾਂ? ਹੁਣ ਡਾਟਾ ਸੁਣੋ ਜੀ। ਭਾਰਤ ਦੇ ਕਿਸਾਨ ਦੀ ਐਵਰੇਜ ਲੈਂਡ ਹੋਲਡਿੰਗ, ਮਤਲਬ ਔਸਤਨ ਜ਼ਮੀਨ ਪੌਣੇ 3 ਕਿੱਲੇ ਹੈ ਜੀ। ਠੀਕ ਹੈ ਜੀ, ਭਾਰਤ ਕੋਲੇ ਪੌਣੇ 3 ਕਿੱਲੇ। ਅਮਰੀਕਾ ਦੇ ਕਿਸਾਨ ਦੀ ਐਵਰੇਜ ਲੈਂਡ ਹੋਲਡਿੰਗ 444 ਕਿੱਲੇ ਹੈ। ਇਹ ਕਹਿੰਦੇ 3 ਕਿੱਲੇ ਤੇ 444 ਕਿੱਲੇ ਵਾਲੇ ਨੂੰ ਇਕੱਠੇ ਪੜਾਓ ਵੀ ਮੈਨੂੰ ਜੱਸੇ ਪੱਟੀ ਨਾਲ ਲੜਾ ਦਿਓ ਤੇ ਮੇਰੇ ਪੱਲੇ ਕੀ ਰਹੂਗਾ। ਦੂਜਾ ਐਗਜ਼ਾਮਪਲ ਲਓ ਜੀ, ਭਾਰਤ ਦੀ ਜ਼ਮੀਨ ਪੌਣੇ 3 ਕਿੱਲੇ ਐਵਰੇਜ। ਕੈਨੇਡਾ ਨੂੰ ਲੈ ਲਓ, ਕੈਨੇਡਾ ਦੀ ਐਵਰੇਜ ਲੈਂਡ ਹੋਲਡਿੰਗ ਜੀ 700 ਕਿੱਲੇ ਤੋਂ ਉੱਤੇ ਹੈ। 700 ਕਿੱਲੇ ਤੋਂ ਉਹ ਇਹ ਗੱਲਾਂ ਕਰ ਸਕਦੇ ਆ ਵੱਡੀਆਂ ਵੱਡੀਆਂ। ਹੁਣ ਆਸਟ੍ਰੇਲੀਆ ਨੂੰ ਲੈ ਲਓ, ਭਾਰਤ ਪੌਣੇ 3 ਕਿੱਲਿਆਂ ਤੇ ਖੜਾ ਹੈ। ਆਸਟ੍ਰੇਲੀਆ ਦੀ ਐਵਰੇਜ ਲੈਂਡ ਹੋਲਡਿੰਗ 10,700 ਕਿੱਲਾ ਹੈ। ਅਮਰੀਕਾ ਦੀ 450 ਕਿੱਲਾ, ਕੈਨੇਡਾ ਦੀ 700 ਕਿੱਲਾ, ਆਸਟ੍ਰੇਲੀਆ ਦੀ 10,000 ਕਿੱਲੇ ਐਵਰੇਜ ਲੈਂਡ ਹੋਲਡਿੰਗ ਹੈ। ਤੇ ਭਾਰਤ ਦੇ ਕਿਸਾਨ ਦੀ ਵਿਚਾਰੇ ਦੀ 2.5 ਕਿੱਲੇ, ਪੌਣੇ 3 ਕਿੱਲੇ ਐਵਰੇਜ ਲੈਂਡ ਹੋਲਡਿੰਗ ਹੈ। WTO ਕਹਿੰਦਾ ਜੀ ਲੈਵਲ ਪਲੇਇੰਗ ਫੀਲਡ ਦੇਣੀ ਹੈ, ਬਰਾਬਰਤਾ ਦਾ ਅਧਿਕਾਰ ਦੇਣਾ ਹੈ। ਇਹ ਬਰਾਬਰਤਾ ਦਾ ਅਧਿਕਾਰ ਇੱਕ ਬਕਵਾਸ ਕਨਸੈਪਟ ਹੈ। ਬਰਾਬਰਤਾ ਕਦੇ ਨਹੀਂ ਹੁੰਦੀ। ਹੁਣ ਕਹਿਣ ਨੂੰ ਤਾਂ ਮੇਰੀ ਵੋਟ ਤੇ ਮੁਕੇਸ਼ ਅੰਬਾਨੀ ਦੀ ਵੋਟ ਇੱਕ ਹੈ, ਪਰ ਇਹ ਕੀ ਇਹ ਵੋਟ ਇੱਕ ਹੈ? ਮੈਂ ਚਾਹ ਕੇ ਵੀ 2 ਵੋਟਾਂ ਨਹੀਂ ਪਵਾ ਸਕਦਾ ਤੇ ਮੁਕੇਸ਼ ਅੰਬਾਨੀ ਚਾਹ ਕੇ ਵੀ ਲੱਖ ਵੋਟ ਖਰੀਦ ਸਕਦਾ 36 ਤਰੀਕਿਆਂ ਨਾਲ। ਜ਼ਰੂਰੀ ਨਹੀਂ ਪੈਸੇ ਦੇ ਕੇ। ਪੋਲੀਟੀਸ਼ੀਅਨ ਦੀ ਲੌਬੀ ਬਣ ਸਕਦੀ ਹੈ, ਉਹਨਾਂ ਦੇ ਕਿੰਨੇ NGO ਕੰਮ ਕਰੀ ਜਾਂਦੇ ਆ, ਕਿੰਨੇ ਬੰਦੇ ਡਾਇਰੈਕਟਲੀ ਇਨਡਾਇਰੈਕਟਲੀ ਉਹਦੇ ਨਾਲ ਜੁੜੇ ਹੋਏ ਆ, ਤੇ ਮੇਰੀ ਇੱਕ ਵੋਟ ਤੇ ਉਹਦੀ ਵੋਟ ਨੂੰ ਤੁਸੀਂ ਇੱਕ ਕਹੋਗੇ? ਮੇਰੀ ਇਨਕਮ ਤੇ ਅੰਬਾਨੀ ਦੀ ਇਨਕਮ ਨੂੰ ਤੁਸੀਂ ਇੱਕ ਕਹੋਗੇ? ਐਸੇ ਕਰਕੇ ਜਿਹੜਾ ਇਹ ਬਰਾਬਰਤਾ ਦਾ ਕੰਸੈਪਟ ਦਿੰਦੇ ਆ ਨਾ, ਧੱਕੇ ਦੀ ਬਰਾਬਰਤਾ ਦਾ, ਇਹ ਬਰਾਬਰਤਾ ਨਹੀਂ ਹੋ ਸਕਦੀ ਜੀ। 3 ਕਿੱਲੇ ਪੈਲੀ ਤੇ ਆਸਟ੍ਰੇਲੀਆ ਦੇ ਕਿਸਾਨ ਦੀ 10,000 ਕਿੱਲੇ ਪੈਲੀ 'ਚ ਜੇ WTO ਨੂੰ ਫਰਕ ਨਹੀਂ ਦਿਖਦਾ ਤੇ ਇਹਨਾਂ ਨੂੰ ਅੰਨੇ ਨਾ ਕਹੀਏ ਤਾਂ ਕੀ ਕਹੀਏ। 3 ਕਿੱਲੇ ਪੈਲੀ ਤੇ ਕੈਨੇਡਾ ਦੇ 700 ਕਿੱਲੇ ਪੈਲੀ 'ਚ ਜੇ ਇਹਨਾਂ ਨੂੰ ਫਰਕ ਨਹੀਂ ਦਿਖਦਾ, 3 ਕਿੱਲੇ ਪੈਲੀ ਤੇ ਅਮਰੀਕਾ ਦੀ 450 ਕਿੱਲੇ ਪੈਲੀ 'ਚ ਜੇ ਇਹਨਾਂ ਨੂੰ ਫਰਕ ਨਹੀਂ ਦਿਖਦਾ ਤੇ ਅਸੀਂ ਕੀ ਕਰ ਸਕਦੇ ਹਾਂ? ਦੂਜਾ ਐਗਜ਼ਾਮਪਲ ਲੈ ਲਓ ਜੀ। ਇਹ ਤਾਂ ਮੈਂ ਤੁਹਾਨੂੰ ਦੱਸਿਆ ਫਰਕ ਕਿੰਨਾ ਸਾਡੇ 'ਚ। ਦੂਜਾ ਐਗਜ਼ਾਮਪਲ, ਇੰਡੀਆ 'ਚ ਜਿਹੜੀ ਸਬਸਿਡੀ ਮਿਲਦੀ ਹੈ ਕਿਸਾਨ ਨੂੰ, ਐਵਰੇਜ ਸਬਸਿਡੀ ਐਜ਼ ਪਰ ਡਾਕਟਰ ਦਵਿੰਦਰ ਸ਼ਰਮਾ ਜੀ, ਉਹ ਹੈਗੀ ਹੈ ਜੀ $290। 300 ਫੜ ਲੈਂਦੇ ਅਸੀਂ ਐਵਰੇਜ। ਇੰਡੀਆ ਦੇ ਕਿਸਾਨ ਨੂੰ ਸਾਲਾਨਾ ਸਬਸਿਡੀ ਮਿਲਦੀ ਹੈ ਜੀ $300 ਤੇ ਅਮਰੀਕਾ ਦੇ ਕਿਸਾਨ ਨੂੰ ਕਿੰਨੀ ਮਿਲਦੀ ਹੈ? ਅੰਦਾਜ਼ਾ ਲਾਓ। ਸਾਡੀ 300 ਹੈ ਤਾਂ ਉਹਨਾਂ ਦੀ 600 ਹੋਊਗੀ। ਨਹੀਂ ਯਾਰ, ਜ਼ਿਮੀਂਦਾਰਾ ਵੱਡਾ ਉਹਨਾਂ ਦਾ, ਫਿਰ ਤਾਂ ਘੱਟ ਮਿਲਣੀ ਚਾਹੀਦੀ। ਸਬਸਿਡੀ ਦੀ ਲੋੜ ਹੀ ਨਹੀਂ ਹੈਗੀ ਉਹਨਾਂ ਨੂੰ। ਚਲੋ ਫਿਰ ਵੀ ਦੇ ਦਿੰਦੇ ਹੋਣਗੇ, 300 ਦੀ 10 ਗੁਣਾ ਵੱਧ ਦੇ ਦਿੰਦੇ ਹੋਣਗੇ, $3,000 ਸਬਸਿਡੀ ਦੇ ਦਿੰਦੇ ਹੋਣਗੇ। $62,000 ਸਬਸਿਡੀ ਹੈ ਜੀ ਅਮਰੀਕਾ 'ਚ, ਸਾਡੇ ਇੱਥੇ $300 ਹੈ। ਬਹਾਨਾ ਕੀ ਬਣਾਇਆ ਇਹਨਾਂ ਚਲਾਕ ਦੇਸ਼ਾਂ ਨੇ? 1986 ਤੇ 88 ਨੂੰ ਸਾਲ ਮਿੱਥਤਾ। ਕਹਿੰਦੇ 1986 ਤੇ 88 'ਚ ਜਿੰਨੀ ਸਬਸਿਡੀ ਤੁਸੀਂ ਦਿੰਦੇ ਸੀ ਨਾ,
ਉਹਦਾ 10% ਤੁਸੀਂ ਦੇ ਸਕਦੇ ਹੋ। ਚਲੋ ਮੰਨ ਲਓ, ਇੱਕ ਵਾਰੀ ਫਰਜ਼ ਕਰ ਲਓ 10% ਨੂੰ ਵੀ ਦਿਮਾਗ 'ਚੋਂ ਕੱਢ ਦਿਓ। 1986-88 ਕੱਲਾ ਦਿਮਾਗ 'ਚ ਰੱਖੋ। ਮੰਨ ਲਓ ਮੈਂ ਸਕੂਲੇ ਪੜ੍ਹਦਾ, ਮੇਰੇ ਨਾਲ ਇੱਕ ਹੋਰ ਮੁੰਡਾ ਸਕੂਲੇ ਪੜ੍ਹਦਾ, ਮੇਰੀ 1 ਮਹੀਨੇ ਦੀ ਪੋਕਟ ਮਨੀ ਲੱਖ ਰੁਪਈਆ, ਉਹਦੀ 1 ਮਹੀਨੇ ਦੀ ਪੋਕਟ ਮਨੀ 1000 ਰੁਪਈਆ। ਤੇ ਕੱਲ ਨੂੰ ਸਕੂਲ ਐਲਾਨ ਕਰਦੇ, ਸਾਰਿਆਂ ਦੇ ਮਾਪਿਓ ਬੁਲਾ ਕੇ ਸਕੂਲੇ ਕਹਿ ਦੇ ਵੀ ਜੀ ਆਪਦੇ ਬੱਚੇ ਦੀ ਪੋਕਟ ਮਨੀ 90% ਘਟਾਓ, ਸਿਰਫ 10% ਦੇਣੀ ਹੈ। ਮੇਰੀ ਪੋਕਟ ਮਨੀ ਕਿੰਨੀ ਸੀ ਜੀ? ਲੱਖ ਰੁਪਈਆ। ਤੇ ਮੈਨੂੰ 90% ਘਟਾ ਕੇ ਕਿੰਨੇ 10,000 ਰੁਪਈਆ ਮਿਲ ਗਿਆ। ਜਿਹਦੀ ਪਹਿਲੇ ਹੀ 1000 ਰੁਪਈਏ ਸੀ ਵਿਚਾਰੇ ਦੀ, ਉਹਨੂੰ ਤਾਂ 100 ਮਿਲ ਗਿਆ, ਤੇ 100 ਰੁਪਈਆਂ 'ਚ ਕੀ ਕਰੂਗਾ? ਇਹ ਇੰਟਰਨੈਸ਼ਨਲ ਸਿਨੈਰੀਓ ਹੈ ਜੀ। ਇੰਡੀਆ ਨੂੰ ਪਤਾ ਨਹੀਂ ਕੀ ਗੰਦੀ ਆਦਤ ਹੈ, ਅਸੀਂ ਸਾਰਾ ਕੁਝ ਬਾਹਰੋਂ ਲਿਆ ਕੇ ਕੱਟ ਕਾਪੀ ਪੇਸਟ ਇੱਥੇ ਕਰਨਾ ਚਾਹੁੰਦੇ ਹਾਂ। ਇਹ ਤਾਂ ਚੰਗਾ ਹੋਇਆ ਜਿਹੜਾ ਨੈਸ਼ਨਲ ਫਾਈਨੈਂਸ਼ੀਅਲ ਕਮਿਸ਼ਨ ਬਣਿਆ 2004 ਤੋਂ ਲੈ ਕੇ 6 ਤੱਕ 2 ਸਾਲਾਂ 'ਚ ਰਿਹਾ। ਇਹ ਸ਼ੁਕਰ ਹੈ ਇਹਦਾ ਹੈੱਡ ਡਾਕਟਰ MS ਸਵਾਮੀਨਾਥਨ ਸਾਹਿਬ ਸੀ। ਜੇ ਹੁੰਦੇ ਹੀ ਨਾ ਸ਼ਾਂਤਾ ਕੁਮਾਰ ਕਮੇਟੀ ਵਰਗੀ ਕੋਈ, ਇਹਨਾਂ ਨੇ ਕਹਿਣਾ ਸੀ MSP ਤਾਂ ਜੜੋਂ ਹੀ ਡਾ ਦਿਓ। MS ਸਵਾਮੀਨਾਥਨ ਸਾਹਿਬ ਨੇ ਕਿਤੇ ਨਹੀਂ ਕਿਹਾ ਵੀ ਕਿਸਾਨ ਨੂੰ ਪ੍ਰਾਈਵੇਟ ਕਰ ਦਿਓ। ਇੰਡੀਆ ਦੇ ਵਿੱਚ ਇੱਕ ਗੱਲ ਸਮਝੋ ਜੀ, ਇੱਥੇ ਇਹ ਗੱਲ ਕਹੀ ਸੀ ਡਾਕਟਰ ਫੈਜ਼ਾਨ ਮੁਸਤਫਾ ਨੇ, ਵਾਈਸ ਚਾਂਸਲਰ ਨੇ ਨਲਸਰ ਲਾ ਯੂਨੀਵਰਸਿਟੀ ਦੇ, ਬਹੁਤ ਵੱਡੇ ਬੰਦੇ। ਉਹਨਾਂ ਨੇ ਕਿਹਾ ਸੀ ਵੀ ਬਾਹਰਲੇ ਦੇਸ਼ਾਂ ਵਿੱਚ ਐਗਰੀਕਲਚਰ ਬਿਜ਼ਨਸ ਹੋ ਸਕਦਾ ਹੈ, ਇੰਡੀਆ 'ਚ ਐਗਰੀਕਲਚਰ ਬਿਜ਼ਨਸ ਨਹੀਂ ਗਾ। ਇੰਡੀਆ 'ਚ ਐਗਰੀਕਲਚਰ ਓਕਿਊਪੇਸ਼ਨ ਹੈ। ਹੁਣ ਟੀਚਰ ਹੈ, ਟੀਚਰ ਬਿਜ਼ਨਸ ਹੈ ਕਿ ਓਕਿਊਪੇਸ਼ਨ ਹੈ? ਓਕਿਊਪੇਸ਼ਨ ਹੈ। ਫਿਰ ਐਗਰੀਕਲਚਰ ਨੂੰ ਤੁਸੀਂ ਬਿਜ਼ਨਸ ਕਿਵੇਂ ਕਹਿ ਸਕਦੇ ਹੋ ਜਦੋਂ ਕਮਾਈ ਸਾਲ ਦਾ 20,000 ਜਾਂਦਾ? WTO ਨੂੰ ਦੁਬਾਰੇ ਸਮਝਦੇ ਹਾਂ ਜੀ। WTO ਕਹਿੰਦਾ ਜਿਹੜੀ ਤੁਸੀਂ ਡੋਮੈਸਟਿਕ ਹੈਲਪ ਦਿੰਦੇ ਹੋ ਦੇਸ਼ ਦੇ ਅੰਦਰ ਕਿਸਾਨਾਂ ਨੂੰ, ਉਹ 2 ਤਰ੍ਹਾਂ ਦੀ ਹੁੰਦੀ ਹੈ। ਇੱਕ ਜਿਹੜੀ ਟ੍ਰੇਡ ਨੂੰ ਫਰਕ ਪਾਉਂਦੀ ਹੈ, ਇੱਕ ਜਿਹੜੀ ਟ੍ਰੇਡ ਨੂੰ ਫਰਕ ਨਹੀਂ ਪਾਉਂਦੀ। ਜਿਹੜੀ ਟ੍ਰੇਡ ਨੂੰ ਫਰਕ ਨਹੀਂ ਪਾਉਂਦੀ ਉਹਦੇ 'ਚ ਇੱਕ ਹਰਾ ਬਾਕਸ ਹੈ, ਇੱਕ ਨੀਲਾ। ਠੀਕ ਹੈ ਜੀ। ਹਰੇ ਦੇ ਵਿੱਚ ਉਹਨਾਂ ਨੇ ਰਿਸਰਚ ਤੇ ਡਿਵੈਲਪਮੈਂਟ ਦੇ ਨਾਮ ਤੇ ਖਰਬਾਂ ਰੁਪਈਆਂ ਦੀਆਂ ਸਬਸਿਡੀਆਂ ਆਪਦੇ ਕਿਸਾਨਾਂ ਨੂੰ ਦੇ ਦਿੱਤੀਆਂ। ਪਰ ਜੇ ਅਸੀਂ ਅੰਬਰ ਬਾਕਸ ਦੇ ਥੱਲੇ ਆਪਦੇ ਕਿਸਾਨਾਂ ਨੂੰ ਸਬਸਿਡੀ ਦਿੰਦੇ ਆ, ਤਾਂ ਉਦੋਂ ਅਮਰੀਕਾ ਨੂੰ ਕੀ ਖੁਰਕ ਹੁੰਦੀ ਹੈ? ਕੈਨੇਡਾ ਵੀ ਇਹਨਾਂ ਦੇ ਹੱਕ 'ਚ ਭੁਗਤਦਾ, ਯੂਰਪ ਵੀ ਇਹਨਾਂ ਦੇ ਹੱਕ 'ਚ ਭੁਗਤਦਾ। ਕੈਨੇਡਾ, ਅਮਰੀਕਾ, ਯੂਰਪ, ਜੋੜ ਦਿਓ ਜੀ ਤਿੰਨਾਂ ਨੂੰ, ਕਿੰਨੀ ਆਬਾਦੀ ਬਣਦੀ ਹੈ ਤੁਹਾਡੀ? ਭਾਰਤ ਜਿੰਨੀ ਵੀ ਨਹੀਂ ਬਣਦੀ। ਤੇ ਤੁਸੀਂ ਕਹੀ ਜਾਂਦੇ ਹੋ ਯੂਰਪ ਦੇ 27-28 ਮੁਲਕ, ਕੈਨੇਡਾ, ਅਮਰੀਕਾ ਰਲ ਕੇ ਕਹੀ ਜਾਂਦੇ ਇਹ ਕਰੋ, ਤੇ ਕੱਲਾ ਭਾਰਤ ਅੜਿਆ ਪਿਆ। ਤੇ ਕੱਲਾ ਭਾਰਤ ਅੜੇ ਕਿਉਂ ਨਾ ਜੀ? ਜਿੰਨੀ ਤੁਹਾਡੀ ਸਾਰਿਆਂ ਦੀ ਰਲ ਕੇ ਆਬਾਦੀ ਬਣਦੀ, ਇੰਨੀ ਕੱਲਿਆਂ ਦੀ ਹੈ ਸਾਡੀ। ਅਸੀਂ ਆਪਦੇ ਲੋਕਾਂ ਬਾਰੇ ਨਹੀਂ ਸੋਚਣਾ। 50% ਸਾਡੇ ਦੇਸ਼ ਦੀ ਆਬਾਦੀ ਕਿਸਾਨੀ ਤੇ ਨਿਰਭਰ ਕਰਦੀ ਹੈ। ਮੈਂ ਇਸ ਕਰਕੇ WTO ਤੇ ਜ਼ਿਆਦਾ ਟਾਈਮ ਲਾਇਆ ਕਿ ਤੁਹਾਨੂੰ ਇੱਕ ਦੁਨੀਆ ਦਾ ਵਿਊ ਮਿਲ ਸਕੇ ਕਿ ਦੁਨੀਆ ਦੇ ਵਿੱਚ ਗੇਮ ਚੱਲੀ ਕੀ ਜਾਂਦੀ ਹੈ। ਤੇ ਇਹ ਸਬਸਿਡੀਆਂ ਸਾਨੂੰ ਲੈਣ ਕਿਉਂ ਨਹੀਂ ਦੇਣਾ ਚਾਹੁੰਦੇ ਜੀ? ਉਹ ਤੁਹਾਨੂੰ ਸਮਝਾਉਣਾ। ਹੁਣ ਅਮਰੀਕਾ ਦੀ ਇੱਕ ਕੰਪਨੀ ਹੈ ਜੀ, ਨਾਮ ਹੈ ਮਨਸੈਂਟੋ, ਬਣੀ ਸੀ 1901 ਦੇ ਵਿੱਚ। ਪਹਿਲਾਂ ਇਹ ਬਣਾਉਂਦੇ ਹੁੰਦੇ ਸੀ ਮਾਂ ਦੇ ਪੁੱਤ ਸ਼ੂਗਰ, ਜਿਹੜੀ ਡਾਈਟ ਕੋਕ ਦੇ ਵਿੱਚ ਪੈਂਦੀ ਹੈ, ਸ਼ੂਗਰ ਫ੍ਰੀ ਸ਼ੂਗਰ। ਉਹ ਇਹ ਕੰਪਨੀ ਬਣਾਉਂਦੀ ਸੀ। ਬਣਾਉਂਦੇ ਬਣਾਉਂਦੇ ਜੀ ਇਹ ਕੰਪਨੀ ਵਰਲਡ ਵਾਰ 2 ਤੇ ਆ ਜਾਓ। ਸਾਰੀ ਦੁਨੀਆ ਦੇ ਵਿੱਚ ਹਿਊਮਨ ਰਾਈਟਸ ਦੀ ਦੁਹਾਈ ਪਾਉਣ ਵਾਲਾ ਅਮਰੀਕਾ ਕਿ ਲੋਕਾਂ ਦੇ ਅਧਿਕਾਰਾਂ ਦਾ ਹਨਨ ਨਹੀਂ ਹੋਣਾ ਚਾਹੀਦਾ, ਨੁਕਸਾਨ ਨਹੀਂ ਹੋਣਾ ਚਾਹੀਦਾ। ਜਦੋਂ 2 ਬੰਬ ਸਿੱਟੇ ਗਏ ਜਾਪਾਨ ਦੇ ਉੱਤੇ, 1965 ਦੀ ਗੱਲ ਹੈ ਜੀ, 1945 ਦੀ ਗੱਲ ਹੈ ਜੀ, ਹੀਰੋਸ਼ੀਮਾ ਤੇ ਨਾਗਾਸਾਕੀ ਤੇ। ਇੱਕ ਬੰਬ ਦਾ ਨਾਮ ਸੀ ਫੈਟਮੈਨ, ਦੂਸਰੇ ਬੰਬ ਦਾ ਨਾਮ ਸੀ ਲਿਟਲ ਬॉय। ਤੁਹਾਨੂੰ ਪਤਾ ਤੁਹਾਡੇ ਲਿਟਲ ਬॉय ਨੇ ਉੱਥੇ ਕਿੰਨੇ ਲਿਟਲ ਬॉय ਮਾਰਤੇ? ਤੁਹਾਨੂੰ ਪਤਾ ਤੁਹਾਡੇ ਫੈਟਮੈਨ ਨੇ ਉੱਥੇ ਜਾ ਕੇ ਹਾਲ ਕੀ ਕੀਤਾ? ਸਾਰੀ ਦੁਨੀਆ 'ਚ ਹਿਊਮਨ ਰਾਈਟਸ ਦੀ ਦੁਹਾਈ ਦਿੰਦਾ ਫਿਰਦਾ ਅਮਰੀਕਾ ਵੀ ਮੈਂ ਸਾਰੀ ਦੁਨੀਆ ਦਾ ਸਰਪੰਚ ਹਾਂ। ਤੇ ਆਪ ਭੁੱਲ ਗਏ ਤੁਸੀਂ ਜਾਪਾਨ 'ਚ ਕੀ ਕੀਤਾ ਸੀ? ਅੱਜ ਵੀ ਉਹਨਾਂ ਦੇ ਬੱਚਿਆਂ ਦੇ ਵਿੱਚ ਜਨਮ ਤੋਂ ਹੀ ਕੁਝ ਕਮੀਆਂ ਨੇ। ਇਹ ਤੁਹਾਡੇ ਫੈਟਮੈਨ ਤੇ ਲਿਟਲ ਬॉय ਦੇ ਨਤੀਜੇ ਨੇ। ਵਰਲਡ ਵਾਰ 2 ਨੂੰ ਕਹਿੰਦੇ ਮੁਕਾਉਣ ਵਾਸਤੇ ਸਾਨੂੰ ਕਰਨਾ ਪਿਆ। ਹੋਰ ਬਹੁਤ ਤਰੀਕੇ ਸੀ ਮੁਕਾਉਣ ਦੇ, ਇਹ ਕਿਹੜਾ ਤਰੀਕਾ ਲੱਭਿਆ ਤੁਸੀਂ? ਤੇ ਉਹ 2 ਬੰਬਾਂ ਨੂੰ ਬਣਾਉਣ ਦੇ ਵਿੱਚ ਇਹ ਕੰਪਨੀ ਮਨਸੈਂਟੋ ਦਾ ਯੋਗਦਾਨ ਸੀ ਜੀ। ਇਸ ਕਰਕੇ ਮੈਂ ਤੁਹਾਨੂੰ ਇਹ ਜ਼ਿਕਰ ਕੀਤਾ ਵਰਲਡ ਵਾਰ 2 ਦਾ। ਇਹ ਦੁਨੀਆ ਨੂੰ ਮਾਰਨ ਵਾਲੀਆਂ ਕੰਪਨੀਆਂ ਨੇ ਜੀ। ਇਹ ਤੁਸੀਂ ਸੋਚ ਸਕਦੇ ਹੋ ਕਦੇ ਕਿਸਾਨ ਦੇ ਹੱਕ 'ਚ ਗੱਲ ਕਰਨਗੀਆਂ?
ਫਿਰ ਇਹਨਾਂ ਦਾ ਲੋਟ ਆ ਗਿਆ ਜੀ, ਇਹਨਾਂ ਨੇ 2 ਦਵਾਈਆਂ ਬਣਾਈਆਂ। ਇੱਕ ਦਵਾਈ ਦਾ ਨਾਮ DDT, ਜਿਹੜੀ ਮੱਛਰ ਮਾਰਨ ਵਾਸਤੇ ਹੁਣ ਵੀ ਪਿੰਡਾਂ 'ਚ ਕਰਦੇ ਫਿਰਦੇ ਹੁੰਦੇ, DDT ਹੋਈ ਆ। ਹਾਲਾਂਕਿ ਇਹ ਬੈਂਡ ਹੈ, ਮੈਨੂੰ ਪਤਾ ਨਹੀਂ ਇਹ ਚੱਲੀ ਕਿਵੇਂ ਜਾਂਦੀ ਹੈ। ਉਸ ਤੋਂ ਬਾਅਦ ਦੂਸਰੀ ਦਵਾਈ ਇਹਨਾਂ ਨੇ ਬਣਾਈ ਰਾਉਂਡ ਅਪ। ਰਾਉਂਡ ਅਪ ਤੁਹਾਨੂੰ ਪਤਾ ਸਾਰਿਆਂ ਨੂੰ ਜੀ, ਘਾਹ ਦੀ ਦਵਾਈ ਆ। ਇਹ ਮਾਂ ਦੇ ਪੁੱਤਾਂ ਦੀ ਕੰਪਨੀ ਡੁੱਬ ਚੱਲੀ ਸੀ, ਚੰਗਾ ਹੁੰਦਾ ਉਦੋਂ ਹੀ ਡੁੱਬ ਜਾਂਦੀ ਤਾਂ, ਪਰ ਇਹ ਰਾਉਂਡ ਅਪ ਲੱਭ ਗਈ ਇਹਨਾਂ ਨੂੰ। ਇਹ ਰਾਉਂਡ ਅਪ ਜੇ ਤੁਸੀਂ ਡਾਕਟਰ ਵੰਦਨਾ ਸ਼ਿਵਾ ਨੂੰ ਪੜ੍ਹੋ ਨਾ, ਜਿਨ੍ਹਾਂ ਨੇ ਆਹ 2 ਕੰਪਨੀਆਂ ਦੇ ਖਿਲਾਫ ਬਹੁਤ ਵੱਡੀ ਜੰਗ ਲੜੀ ਹੈ, ਮੈਂ ਉਮੀਦ ਕਰਦਾ ਵੀ ਜਿਵੇਂ ਡਾਕਟਰ ਵੰਦਨਾ ਸ਼ਿਵਾ ਸਾਫ ਸੁਥਰੇ ਦਿਖਦੇ ਨੇ ਉਵੇਂ ਹੀ ਹੋਣ। ਉਹ ਅੰਨਾ ਹਜ਼ਾਰੇ ਵਾਂਗੂ ਬਾਅਦ 'ਚ ਨਾ ਪਤਾ ਲੱਗੇ ਸਰਕਾਰ ਵਾਲੀ ਭੁਗਤ ਗਿਆ। ਇਹ ਰਾਉਂਡ ਅਪ ਦਵਾਈ ਸੀ ਪੈਪਾਂ ਸਾਫ਼ ਕਰਨ ਵਾਲੀ। ਮੰਨ ਲਓ ਆ ਪੈਪ ਹੈ, ਇਹਨੂੰ ਸਾਫ਼ ਕਰਨ ਵਾਸਤੇ ਅੰਦਰੋਂ ਰਾਉਂਡ ਅਪ ਯੂਜ਼ ਹੁੰਦੀ ਸੀ। ਇਹਨਾਂ ਨੇ ਆਪ ਨਹੀਂ ਬਣਾਈ, ਉਹ ਥੱਲੇ ਡੁੱਲ ਗਈ, ਉਹਨੇ ਸਾਰਾ ਘਾਹ ਸਾੜਤਾ। ਇਹ ਮਾਂ ਦੇ ਪੁੱਤ ਕਹਿੰਦੇ ਸਾਡੀ ਤਾਂ ਖੋਜ ਹੀ ਬਹੁਤ ਵੱਡੀ, ਅਸੀਂ ਰਾਉਂਡ ਅਪ ਲੱਭ ਲਈ। ਰਾਉਂਡ ਅਪ ਜਦੋਂ ਲੱਭੀ ਫਿਰ ਇਹ ਫਸਲਾਂ ਤੇ ਕਰਨ ਗਏ ਤਾਂ ਰਾਉਂਡ ਅਪ ਨੇ ਫਸਲ ਸਾੜਤੀ। ਇਹ ਕਹਿੰਦੇ ਜੀ ਅਸੀਂ ਇਹੋ ਜਿਹੀ ਫਸਲ ਬਣਾਵਾਂਗੇ ਜਿਹਦੇ ਉੱਤੇ ਰਾਉਂਡ ਅਪ ਹੋ ਸਕੇ। ਤਾਂ ਇਹਨਾਂ ਨੇ ਇੱਕ ਨਵਾਂ ਕਨਸੈਪਟ ਲੈ ਕੇ ਆਂਦਾ GMO ਦਾ। ਪਹਿਲੀ ਵਾਰ ਦੁਨੀਆ ਵਿੱਚ 1983 ਦੇ ਵਿੱਚ GMO ਬਣਿਆ, ਜੈਨੇਟਿਕਲੀ ਮੋਡੀਫਾਈਡ ਆਰਗੇਨਿਜ਼ਮਸ। ਇਹ ਕਹਿੰਦੇ ਅਸੀਂ ਇਹੋ ਜਿਹੇ ਪਲਾਂਟ ਬਣਾ ਲਏ ਜਿਨ੍ਹਾਂ ਤੇ ਰਾਉਂਡ ਅਪ ਅਸਰ ਨਹੀਂ ਕਰੂਗੀ। ਉਹ ਬੂਟੇ ਨੂੰ ਕੁਝ ਨਹੀਂ ਕਹਿੰਦੀ, ਉਹਦੇ ਉੱਤੇ ਘਾਹ ਨੂੰ ਮਾਰ ਦੂਗੀ, ਜਿਹੜਾ ਉਹਦੇ ਨਾਲ ਹੈ ਕੀੜੇ ਮਕੌੜਿਆਂ ਨੂੰ ਮਾਰ ਦੂਗੀ, ਜੋ ਮਰਜ਼ੀ ਲਾ ਲਓ ਤੁਸੀਂ। ਇੱਕ ਕਨਸੈਪਟ ਚੱਲ ਪਿਆ ਇੱਥੋਂ ਕਿ ਰਾਉਂਡ ਅਪ ਕਰਨ ਵਾਸਤੇ ਅਸੀਂ ਨਵੇਂ ਬੀਜ ਤਿਆਰ ਕਰੀ ਜਾਂਦੇ ਹਾਂ। ਇਹ ਨਵੇਂ ਬੀਜ ਤਾਂ ਤੁਸੀਂ ਭਾਰਤ ਦੇ ਵਿੱਚ BT ਕੋਟਨ ਦੇ ਵੀ ਲਾਂਚ ਕੀਤੇ ਸੀ। 2015 ਵਿੱਚ ਆਪਦੇ ਬਜ਼ੁਰਗਾਂ ਨੂੰ ਪੁੱਛਿਓ, ਜਦੋਂ ਚਿੱਟੀ ਮੱਖੀ ਦਾ ਅਟੈਕ ਹੋਇਆ ਨਾ ਪੰਜਾਬ ਦੇ ਵਿੱਚ, ਤਾਂ ਕਿੰਨੇ ਨਰਮੇ ਦੇ ਕਿਸਾਨ ਤਬਾਹ ਹੋ ਗਏ। ਉਹਨਾਂ ਚੋਂ 90% ਨੇ ਤੁਹਾਡੀ BT ਕੋਟਨ ਹੀ ਲਾਈ ਹੋਈ ਸੀ। BT ਕੋਟਨ ਤਾਂ ਜੈਨੇਟਿਕਲੀ ਮੋਡੀਫਾਈਡ ਹੈ, ਫਿਰ ਉਹਨੇ ਉਹ ਪੈਸਟ ਤੋਂ ਰੋਕਿਆ ਕਿਉਂ ਨਹੀਂ? ਜੇ ਆਪਾਂ ਆਪਦਾ ਦਿਮਾਗ ਲਾ ਕੇ ਇੱਕ ਬੀ ਨੂੰ ਇਹੋ ਜਿਹਾ ਬਣਾ ਸਕਦੇ ਆ ਕਿ ਉੱਤੇ ਕੀੜੇ ਮਕੌੜੇ ਅਸਰ ਨਾ ਕਰਨ, ਤਾਂ ਉਹ ਕੁਦਰਤ ਉਹ ਕੀੜੇ ਮਕੌੜੇ ਨੂੰ ਇੰਨਾ ਸ਼ਕਤੀਸ਼ਾਲੀ ਨਹੀਂ ਕਰ ਸਕਦੀ ਕਿ ਉਹ ਦੁਬਾਰੇ ਅਸਰ ਕਰ ਦੇ। ਇਹ ਕੁਦਰਤ ਨਾਲ ਛੇੜਛਾੜ ਹੈ ਜੀ GMOs। ਬਹੁਤ ਲੋਕੀ ਕਹਿੰਦੇ GMO ਆਉਣੇ ਚਾਹੀਦੇ, ਆ ਜਾਣ GMO, ਸਾਨੂੰ ਕੀ ਹਰਜ ਹੈ GMO ਦਾ? ਅਸੀਂ ਤਾਂ ਹਾਈ ਈਲਡ ਵੈਰਾਈਟੀ ਗ੍ਰੀਨ ਰੈਵੋਲੂਸ਼ਨ ਤੋਂ ਯੂਜ਼ ਕਰੀ ਜਾਂਦੇ ਆ। ਤੇ GMO ਪੰਜਾਬ ਨੇ BT ਕੋਟਨ ਲਾਈ ਤਾਂ ਹੈ, ਮਹਾਰਾਸ਼ਟਰ 'ਚ ਵੀ BT ਕੋਟਨ ਲਾਈ ਜਾਂਦੀ ਹੈ। GMO ਤੋਂ ਤਾਂ ਨਾ ਹੀ ਨਹੀਂ, ਟੈਕਨੋਲੋਜੀ ਤੋਂ ਨਾ ਨਹੀਂ ਹੈਗਾ। ਟੈਕਨੋਲੋਜੀ ਆਵੇ ਜੀ ਸਦਕੇ ਆਵੇ। ਪਰ ਇਹਨਾਂ ਨੇ ਕੀਤਾ ਕੀ, ਅੱਜ GMO ਲਾਂਚ ਕਰਕੇ ਨਾ, ਅੱਜ ਜਿਹੜੇ ਅਮਰੀਕਾ ਦੇ ਕਿਸਾਨ ਹੈ, ਜਿਹੜਾ ਵੱਡਾ ਕਿਸਾਨ ਹੈ ਜਿਹਦੀ ਐਵਰੇਜ ਜ਼ਮੀਨ 450 ਕਿੱਲਾ ਹੈ, ਉਹ ਕਿਸਾਨਾਂ ਦੇ ਇੰਟਰਵਿਊ ਕਦੇ YouTube ਤੇ ਜਾ ਕੇ ਸੁਣਿਓ। ਮਨਸੈਂਟੋ ਕੰਪਨੀ ਨੇ ਉਹਨਾਂ ਨਾਲ ਕੀਤਾ ਕੀ, ਉਹਨਾਂ ਦਾ ਜਿਹੜਾ ਸੋਇਆਬੀਨ ਹੈ ਉਹਦਾ 92% ਬੀ ਇਹਨਾਂ ਨੂੰ ਮਨਸੈਂਟੋ ਤੋਂ ਹਰ ਸਾਲ ਲੈਣਾ ਪੈਂਦਾ। ਇਹਦਾ ਮਤਲਬ ਕਿਸਾਨ ਤੋਂ ਉਹਦੇ ਬੀ ਖੋਲੇ। ਅੱਗੇ ਜਿਹੜਾ ਕਿਸਾਨ ਬੀ ਲਾਉਂਦਾ ਸੀ ਉਹਦਾ ਬੂਟਾ ਬਣਦਾ ਸੀ, ਉਹਦੇ ਚੋਂ ਫਸਲ ਕੱਢਦਾ ਸੀ, ਕੁਝ ਫਸਲ ਵੇਚ ਕੇ ਥੋੜੀ ਜਿਹੀ ਫਸਲ ਆਪਦੇ ਘਰੇ ਰੱਖ ਲੈਂਦਾ ਸੀ ਕਿ ਅਗਲੇ ਸਾਲ ਦੁਬਾਰੇ ਬੀਜੂਗਾ, ਹੁੰਦਾ ਸੀ ਨਾ। ਪਰ ਮਨਸੈਂਟੋ ਨੇ ਸਾਰੇ ਦੇ ਸਾਰੇ ਬੀਆਂ ਤੇ ਹੀ ਆਪਦਾ ਕਬਜ਼ਾ ਕਰ ਲਿਆ। ਹੁਣ ਕਿਸਾਨ ਆਪਦਾ ਬੀ ਲਾ ਹੀ ਨਹੀਂ ਸਕਦਾ, ਹਰ ਸਾਲ ਵੀ ਇਹਨਾਂ ਤੋਂ ਲੈਣਾ ਪਊਗਾ। ਇਹ ਆਜ਼ਾਦੀ ਹੈ, ਇਹ ਗੁਲਾਮੀ ਹੈ ਜੀ। ਅਮਰੀਕਾ ਦਾ ਹਾਲ ਮੈਂ ਤੁਹਾਨੂੰ ਦੱਸੀ ਜਾਂਦਾ। ਸੋਚੋ ਜੇ ਕੰਪਨੀਆਂ ਇੰਡੀਆ 'ਚ ਆ ਗਈਆਂ, ਇਹ 3-3 ਕਿੱਲੇ ਵਾਲੇ ਕਿਸਾਨਾਂ ਦਾ ਹਾਲ ਕੀ ਕਰਨਗੀਆਂ। ਜਦੋਂ ਇਹਨਾਂ ਨੇ 450 ਕਿੱਲੇ ਵਾਲਾ ਕਿਸਾਨ ਵਾਹਣੀ ਪਾ ਰੱਖਿਆ ਹੈ। ਫਿਰ ਆਪਾਂ ਗੱਲ ਕਰ ਲਈਏ ਕੋਰਨ ਦੀ। ਕੋਰਨ ਤੁਹਾਨੂੰ ਪਤਾ ਡੇਅਰੀ ਇੰਡਸਟਰੀ 'ਚ ਬਹੁਤ ਵੱਡੇ ਲੈਵਲ ਤੇ ਯੂਜ਼ ਹੁੰਦਾ ਹੈ। ਇਹਦੀ 85% ਵੀ ਕੰਟਰੋਲ ਕਰਦੀ ਹੈ ਮਨਸੈਂਟੋ। ਵਰਲਡ ਵਾਰ 2 'ਚ ਮੈਂ ਤੁਹਾਨੂੰ ਇਹਨਾਂ ਦਾ ਯੋਗਦਾਨ ਦੱਸਿਆ, ਕਿਵੇਂ ਇਹਨੇ ਬੀਆਂ ਤੇ ਕਬਜ਼ਾ ਕੀਤਾ ਦੁਨੀਆ ਪੱਧਰ ਤੇ। ਇਹ ਮਨਸੈਂਟੋ ਬਹੁਤ ਵੱਡੀ ਕੰਪਨੀ ਹੈ ਜੀ। ਅਮਰੀਕਾ ਦੇ ਕਿਸਾਨ ਕਿਵੇਂ ਇਹ ਤੋਂ ਦੁਖੀ ਨੇ। ਤੇ ਫਿਰ ਆ ਜਾਓ ਵੀਅਤਨਾਮ ਦੀ ਜੰਗ ਤੇ। ਵੀਅਤਨਾਮ ਦੀ ਜੰਗ 'ਚ ਇਹਨਾਂ ਨੇ ਇੱਕ ਚੀਜ਼ ਬਣਾਈ ਜਿਹਨੂੰ ਕਿਹਾ ਜਾਂਦਾ ਏਜੰਟ ਔਰੰਜ। ਵਰਲਡ ਵਾਰ 2 ਤੋਂ ਇਹਨਾਂ ਦਾ ਢਿੱਡ ਨਹੀਂ ਭਰਿਆ ਹਜੇ, ਨਾ ਇਹਨਾਂ ਦਾ ਤੇ ਨਾ ਅਮਰੀਕਾ ਵਾਲਿਆਂ ਦਾ। ਲੱਖਾਂ ਬੰਦੇ ਉੱਥੇ ਮਾਰਤੇ। ਏਜੰਟ ਔਰੰਜ ਇਹ ਲਿਕੁਇਡ ਤੇ ਪਾਊਡਰ ਜੀ ਫਾਰਮ 'ਚ ਹੁੰਦਾ ਹੈ, ਜਹਾਜ਼ 'ਚ ਪਾ ਕੇ ਉੱਤੋਂ ਛੱਡਿਆ ਜਾਂਦਾ ਹੈ। ਜਦੋਂ ਵੀਅਤਨਾਮ 'ਚ ਜੰਗ ਚੱਲੀ ਜਾਂਦੀ ਸੀ, ਜਦੋਂ ਆਪਾਂ ਗੱਲ ਕੀਤੀ ਅਮਰੀਕਾ ਨੇ ਅੰਨ ਦੇਣ ਵਾਸਤੇ ਭਾਰਤ ਨੂੰ ਤੰਗ ਕੀਤਾ, ਦੇਸ਼ ਦੀ ਪ੍ਰਧਾਨ ਮੰਤਰੀ ਸੀ ਇੰਦਰਾ ਗਾਂਧੀ, ਉਦੋਂ ਏਜੰਟ ਔਰੰਜ ਦਾ ਯੂਜ਼ ਕੀਤਾ ਗਿਆ ਵੀਅਤਨਾਮ ਦੇ ਵਿੱਚ। ਵੀਅਤਨਾਮ ਬਹੁਤ ਵੱਡਾ ਜੰਗਲੀ ਦੇਸ਼ ਹੈ, ਜੰਗਲ ਉੱਥੇ ਬਹੁਤ ਨੇ।
ਤਾਂ ਜਦੋਂ ਅਮਰੀਕਾ ਵਾਲੇ ਜਹਾਜ਼ ਲੈ ਕੇ ਜਾਂਦੇ ਸੀ ਉਹ ਥੱਲੇ ਲੁਕ ਜਾਂਦੇ ਸੀ। ਜੰਗਲ ਸੰਘਣਾ ਇੰਨਾ ਵੀ ਥੱਲੇ ਦਿਖਦਾ ਹੀ ਕੁਛ ਨਹੀਂ। ਇਹ ਕਹਿੰਦੇ ਜੀ ਉੱਤੋਂ ਔਰੇਂਜ ਸੁੱਟੋ, ਏਜੰਟ ਔਰੇਂਜ, ਉਹਦੇ ਨਾਲ ਫਸਲ ਸਾਰੀ ਖਤਮ ਹੋ ਜੂਗੀ, ਜੰਗਲ ਸਾਰੇ ਗਰਕ ਹੋ ਜਾਣਗੇ ਤੇ ਸਾਨੂੰ ਥੱਲੇ ਦਿਖਣ ਲੱਗ ਜੂਗਾ। ਤੁਸੀਂ ਥੱਲੇ ਦੇਖ ਕੇ ਲੈਣੇ ਅੰਬ ਸੀ। ਬਗਾਨਾ ਦੇਸ਼ ਅਗਲਿਆਂ ਦੀ ਧਰਤੀ 'ਚ ਜਾ ਕੇ ਤੁਸੀਂ ਗੰਦ ਪਾਉਣੇ ਕਿਉਂ? ਹੁਣ ਅਮਰੀਕਾ ਪਿੱਛੇ ਜੇ ਸਦਾਮ ਹੁਸੈਨ ਨੂੰ ਖੱਜਲ ਕੀਤਾ, ਉਸ ਤੋਂ ਬਾਅਦ ਅਫਗਾਨਿਸਤਾਨ 'ਚ ਆਇਆ ਬੈਠਾ ਕਦੋਂ ਦਾ। ਵੀ ਤੁਹਾਡਾ ਮਤਲਬ ਕੀ ਸੀ? ਵੀਅਤਨਾਮ ਅਗਲਿਆਂ ਦਾ ਦੇਸ਼, ਅਗਲੇ ਜਿੱਥੇ ਮਰਜ਼ੀ ਰਹਿਣ। ਤੇ ਇਹਨਾਂ ਨੇ ਇਸ ਕੈਮੀਕਲ ਦਾ ਯੂਜ਼ ਕੀਤਾ। ਉਹਦੇ ਨਾਲ ਇਹ ਡਾਟਾ ਹੈ। ਅੱਜ ਵੀ ਜਿਹੜੇ ਬੱਚੇ ਉੱਥੇ ਪੈਦਾ ਹੁੰਦੇ ਨੇ, 5 ਲੱਖ ਦੇ ਕਰੀਬ ਬੱਚਿਆਂ ਦੇ ਵਿੱਚ ਜਨਮ ਤੋਂ ਲੈ ਕੇ ਹੀ ਕੁਝ ਕਮੀਆਂ ਨੇ ਜਿਹੜੀਆਂ ਸਾਰੀ ਉਮਰ ਸਹੀ ਨਹੀਂ ਹੋ ਸਕਦੀਆਂ। ਮਨਸੈਂਟੋ ਨੇ ਕੀ ਦਿੱਤਾ ਜੀ ਇੱਥੇ? ਅਮਰੀਕਾ ਨੇ ਕੀ ਦਿੱਤਾ ਵੀਅਤਨਾਮ? ਅਮਰੀਕਾ ਕੁੱਟ ਖਾ ਕੇ ਇੱਥੋਂ ਵੀਅਤਨਾਮ ਚੋਂ ਭੱਜਿਆ, ਸਾਰੀ ਦੁਨੀਆ ਦਾ ਸਰਪੰਚ ਆਪਦੇ ਆਪ ਨੂੰ ਕਹਿਣ ਵਾਲਾ। ਹਿਊਮਨ ਰਾਈਟਸ ਦਾ ਚਾਰਟਰ ਜਦੋਂ UN 1945 ਚ ਬਾਅਦ 'ਚ ਬਣਿਆ ਨਾ, ਤਾਂ ਸਾਈਨ ਹੋ ਚੁੱਕਿਆ ਸੀ। ਵੀਅਤਨਾਮ ਦੀ ਜੰਗ ਤਾਂ ਉਸ ਤੋਂ ਬਾਅਦ 'ਚ ਹੋਈ ਸੀ। ਤੁਸੀਂ ਤਾਂ ਹਿਊਮਨ ਰਾਈਟ ਦੀ ਦਵਾਈ ਪਾਉਂਦੇ ਸੀ ਤੇ ਵੀਅਤਨਾਮ 'ਚ ਤੁਸੀਂ ਇੰਨੇ ਲੋਕਾਂ ਨੂੰ ਕਿਉਂ ਮਾਰਿਆ? ਕਦੇ ਵੀਅਤਨਾਮ ਦੀ ਜੰਗ ਬਾਰੇ ਪੜ੍ਹਿਓ? ਅਮਰੀਕਾ ਨੇ ਬਹੁਤ ਕੁਝ ਕੀਤਾ ਉੱਥੇ। ਇਹ ਹਿਊਮਨ ਰਾਈਟਸ ਸਿਰਫ ਕਹਿਣ ਦੀਆਂ ਗੱਲਾਂ ਨੇ, ਮੰਨਦਾ ਕੋਈ ਨਹੀਂ ਇਹਨਾਂ ਨੂੰ। ਅੱਗੇ ਆ ਜਾਓ ਜੀ, ਕੰਪਨੀ ਹੈ ਬੇਅਰ। ਇਹ 2 ਹੱਥ ਮਨਸੈਂਟੋ ਤੋਂ ਵੀ ਅੱਗੇ ਹੈ ਜੀ। ਪਿਛਲੇ ਕਈ ਸਾਲਾਂ 'ਚ, 3-4 ਸਾਲ ਪਹਿਲਾਂ ਦੀ ਗੱਲ ਹੈ, ਬੇਅਰ ਨੇ ਮਨਸੈਂਟੋ ਨੂੰ ਖਰੀਦ ਲਿਆ। ਅੱਗੇ 2 ਅੱਡ-ਅੱਡ ਸੀ। ਕੁਛ ਨਾ ਕੁਛ ਕਿਸਾਨਾਂ ਨੂੰ ਉਮੀਦ ਸੀ ਵੀ ਚਲੋ ਆਪਸ 'ਚ ਹੀ ਲੜ ਮਰ ਜਾਣਗੇ ਇਹ, ਪਰ ਇਹ ਮਾਂ ਦੇ ਪੁੱਤ ਹੋ ਗਏ ਦੋਨੇ ਇਕੱਠੇ। ਬੇਅਰ ਕੰਪਨੀ ਹੈ ਜੀ ਜਰਮਨੀ ਦੀ, ਮਨਸੈਂਟੋ ਸੀ ਅਮਰੀਕਾ ਦੀ। ਇਹ ਬੇਅਰ ਕੰਪਨੀ ਜਦੋਂ ਆਈ ਹੋਂਦ 'ਚ, ਉਦੋਂ ਇੰਡਸਟਰੀਅਲ ਰੈਵੋਲਿਊਸ਼ਨ ਚੱਲੀ ਜਾਂਦਾ ਸੀ ਯੂਰਪ 'ਚ। ਕੱਪੜਿਆਂ ਨੂੰ ਰੰਗ ਕਰਨ ਵਾਸਤੇ ਡਾਈ ਚਾਹੀਦੀ ਸੀ, ਤੇ ਜਿਹੜੀ ਨੈਚੁਰਲ ਡਾਈ ਸੀ ਉਹ ਮਹਿੰਗੀ ਪੈਂਦੀ ਸੀ। ਉੱਤੇ ਟਾਈਮ ਵੀ ਜ਼ਿਆਦਾ ਲੱਗਦਾ ਸੀ, ਲੇਬਰ ਵੀ ਜ਼ਿਆਦਾ ਲੱਗਦੀ ਸੀ। ਤਾਂ ਇਹਨਾਂ ਨੇ, ਮਾਂ ਦੇ ਪੁੱਤਾਂ ਨੇ, ਸਿੰਥੈਟਿਕ ਡਾਈ ਬਣਾਈ ਬੇਅਰ ਨੇ। ਬੇਅਰ ਨੂੰ ਬਹੁਤ ਜ਼ਿਆਦਾ ਉਹਦੇ 'ਚੋਂ ਫਾਇਦਾ ਹੋਇਆ। ਅੱਗੇ ਜਾ ਕੇ ਇਹਨਾਂ ਨੇ ਇੱਕ ਦਵਾਈ ਬਣਾਈ ਜਿਹਦਾ ਨਾਮ ਸੀ ਐਸਪਰਿਨ। ਅੱਜ ਵੀ ਆਪਾਂ ਖਾ ਲੈਂਦੇ ਐਸਪਰਿਨ, ਉਹਦੀ ਜੈਨਰਿਕ ਫਾਰਮ ਆ ਗਈ। ਬੁਖਾਰ 'ਚ, ਹੱਡ ਗੋਡੇ ਦੁਖਦੇ ਸਾਰੇ ਕਿਤੇ, ਉਹ ਬੱਸਾਂ ਵਾਲੇ ਮੈਨੂੰ ਲੱਗਦਾ ਐਸਪਰਿਨ ਵਾਲੇ ਹੀ ਆ ਸਾਰੇ। ਉਸ ਤੋਂ ਬਾਅਦ ਜਿਹੜਾ ਡਰੱਗ ਹੈ ਹੈਰੋਇਨ, ਉਹੀ ਨਸ਼ੇ ਵਾਲਾ, ਉਹ ਬੇਅਰ ਕੰਪਨੀ ਦਾ ਪੇਟੈਂਟ ਸੀ ਜੀ ਬਹੁਤ ਸਾਲ। ਬੇਅਰ ਕੰਪਨੀ ਹੈਰੋਇਨ ਦੀ ਪੇਟੈਂਟ। ਤੇ ਇਹਨਾਂ ਨੇ ਇਹ ਡਰੱਗ ਨੂੰ ਕਹਿ ਕੇ ਕੀ ਵੇਚਿਆ? ਨੌਨ ਐਡਿਕਟਿਵ ਕਫ ਸੁਪਰੈਂਟ। ਵੀ ਇਹ ਕਫ ਨੂੰ ਸੁਪਰੈਸ ਕਰੂਗਾ, ਪਰ ਇਹ ਐਡਿਕਟਿਵ ਨਹੀਂਗਾ। ਇਹ ਤੋਂ ਉੱਤੇ ਦੁਨੀਆ ਦਾ ਕੋਈ ਝੂਠ ਜੇ ਤੁਹਾਨੂੰ ਲੱਭੇ ਤਾਂ ਮੇਰੇ ਤੱਕ ਜ਼ਰੂਰ ਪਹੁੰਚਾਇਓ। ਇਹ BJP ਵਾਲਿਆਂ ਤੋਂ ਵੀ 10 ਹੱਥ ਗਾਂਹ ਨੇ ਬੇਅਰ ਵਾਲੇ। BJP ਵਾਲੇ ਤਾਂ ਫਿਰ ਚਲੋ ਇੱਥੋਂ ਦੇ ਹੀ ਆ। ਇਹ ਕਹਿੰਦੇ ਵੀ ਹੈਰੋਇਨ ਕੰਪਨੀ ਦੀ, ਹੈਰੋਇਨ ਜਿਹੜਾ ਨਸ਼ਾ ਉਹਦੀ ਬੰਦੇ ਨੂੰ ਆਦਤ ਹੀ ਨਹੀਂ ਪੈਂਦੀ। ਇਟਸ ਅ ਨੌਨ ਐਡਿਕਟਿਵ ਕਫ ਸੁਪਰੈਸੈਂਟ। ਐਡਿਕਟ ਤਾਂ ਬੰਦਾ ਹੁੰਦਾ ਹੀ ਨਹੀਂ ਇਹਦਾ। ਤੇ ਇਹਦਾ ਨਾਮ ਹੈਰੋਇਨ ਕਿਉਂ ਰੱਖਿਆ ਗਿਆ? ਇਹਦੇ ਪਿੱਛੇ ਵੀ ਕਹਾਣੀ ਹੈ। ਹੈਰੋਇਨ ਨਾਮ ਲਿਆ ਗਿਆ ਹੈਰੋਇਕ ਤੋਂ, ਹੀਰੋ ਲਾਈਕ ਫੀਲਿੰਗ। ਵੀ ਜਿਹੜਾ ਹੀਰੋਇਨ ਲੈਂਦਾ ਉਹਦੀ ਹੀਰੋ ਲਾਈਕ ਫੀਲਿੰਗ ਹੁੰਦੀ ਹੈ। ਪੁੱਛੋ ਆ ਕੇ ਪੰਜਾਬ ਦੀਆਂ ਮਾਵਾਂ ਤੋਂ, ਹੀਰੋ ਲਾਈਕ ਫੀਲਿੰਗ ਹੈ ਕਿ ਕੀ ਹੈ? ਫਿਰ ਇਹਨਾਂ ਨੇ ਇੱਕ ਆਹ ਬਣਾਇਆ ਜੀ ਜ਼ਾਈਕਲੋਨ B। ਇਹਨਾਂ ਦਾ ਯੋਗਦਾਨ ਕਾਹਦੇ 'ਚ ਸੀ? ਮਨਸੈਂਟੋ ਵਾਲਿਆਂ ਦਾ। ਮਨਸੈਂਟੋ ਵਾਲਿਆਂ ਦਾ ਯੋਗਦਾਨ ਸੀ ਵਰਲਡ ਵਾਰ 2 ਦੇ ਵਿੱਚ, ਹੀਰੋਸ਼ੀਮਾ ਨਾਗਾਸਾਕੀ, ਫੈਟਮੈਨ ਤੇ ਲਿਟਲ ਬॉय 'ਚ, ਤੇ ਏਜੰਟ ਔਰੇਂਜ ਵੀਅਤਨਾਮ ਦੇ ਵਿੱਚ। ਤਾਂ ਮਨਸੈਂਟੋ ਵਾਲੇ ਕਹਿਣ ਵੀ ਅਸੀਂ ਵੀ ਕਿਉਂ ਘਟ ਰਹੀ ਹੈ। 1930s ਦੇ ਵਿੱਚ ਜੀ ਜਰਮਨੀ 'ਚ ਰਾਜ ਆ ਜਾਂਦਾ ਹਿਟਲਰ ਦਾ। ਤੇ ਹਿਟਲਰ ਨੇ ਆ ਕੰਪਨੀ ਆਪਦੇ ਨੇੜੇ ਹੈ ਹਿਟਲਰ ਦੇ। ਬੇਅਰ ਕਰਜ਼ੇ 'ਚ ਡੁੱਬ ਜਾਂਦੀ ਹੈ ਜਦੋਂ ਵਰਲਡ ਵਾਰ 1 ਹੁੰਦੀ ਹੈ। ਵਰਲਡ ਵਾਰ 1 ਤੋਂ ਬਾਅਦ ਬੇਅਰ ਨੂੰ ਇੱਕ ਕੰਪਨੀ ਦੇ ਵਿੱਚ ਮਿਲਾ ਦਿੱਤਾ ਜਾਂਦਾ ਜਿਹਦਾ ਨਾਮ ਸੀ IG ਫਰਮਨ। ਵਰਲਡ ਵਾਰ ਖਤਮ ਹੁੰਦੀ ਹੈ, ਬਾਅਦ 'ਚ ਫਿਰ ਬੇਅਰ ਅੱਡ ਹੋ ਜਾਂਦੀ ਹੈ। ਉਹ ਕਹਾਣੀ 'ਚ ਨਾ ਪਾਓ। ਜਿੱਥੇ ਜਿੱਥੇ ਜੂਇਸ਼ ਲੋਕਾਂ ਨੂੰ, ਉਹ ਇਜ਼ਰਾਈਲ ਵਾਲਿਆਂ ਨੂੰ ਮਾਰਨਾ ਹੁੰਦਾ ਸੀ ਨਾ, ਉਹਦੇ ਨੇੜੇ ਬੇਅਰ ਦੀ ਕੰਪਨੀ ਹੁੰਦੀ ਸੀ, ਬੇਅਰ ਦੀ ਫੈਕਟਰੀ ਹੁੰਦੀ ਸੀ IG ਫਰਮਨ ਨਾਮ ਤੇ। ਜਦੋਂ ਲੋਕਾਂ ਨੂੰ ਉੱਥੇ ਮਾਰਿਆ ਗਿਆ, ਤੁਹਾਨੂੰ ਸਾਰਿਆਂ ਨੂੰ ਪਤਾ ਹੀ, ਇੱਕ ਕਮਰੇ 'ਚ ਪਾ ਕੇ ਉੱਤੋਂ ਗੈਸ ਛੱਡ ਦਿੰਦੇ ਸੀ। ਲੋਕ ਸਾਹ ਘੁੱਟ ਕੇ ਸੜ ਕੇ ਉੱਥੇ ਮਰ ਜਾਂਦੇ ਸੀ। ਅੱਜ ਵੀ ਉਹ ਜਗ੍ਹਾ ਪੋਲੈਂਡ ਦੇ ਵਿੱਚ, ਨਾਮ ਹੈ ਔਸ਼ਵਿਟਸ। ਉੱਥੇ ਅੱਜ ਵੀ ਘੁੰਮਣ ਜਾਓ ਨਾ, ਤਾਂ ਜਿੱਥੋਂ ਉਹ ਗੈਸ ਨਿਕਲ ਕੇ ਆਉਂਦੀ ਸੀ, ਮੰਨ ਲਓ ਗੈਸ ਇੱਥੋਂ ਨਿਕਲ ਕੇ ਆਉਂਦੀ ਹੈ ਇਸ ਮੂਹਰੇ 'ਚੋਂ,
ਉਹ ਮੋਰੇ ਦੇ ਕੋਲ ਉਹਨਾਂ ਨੇ ਅਗਲਿਆਂ ਨੇ ਇਸ ਕੰਪਨੀ ਦਾ ਨਾਮ ਲਿਖਿਆ ਹੋਇਆ ਅੱਜ ਵੀ। ਜਿਹੜਾ ਕੋਈ ਟੂਰਿਸਟ ਘੁੰਮਣ ਜਾਂਦਾ ਹੈ, ਪੋਲੈਂਡ ਵਾਲੇ ਉਹਨੂੰ ਸਪੈਸ਼ਲ ਦਿਖਾਉਂਦੇ ਆ ਤੇ ਦੱਸਦੇ ਆ ਕਿ ਇਹ ਕਾਰਸਕਰਦਗੀ ਬੇਰ ਦੀ ਹੈ। ਇਹ ਉਹ ਕੰਪਨੀਆਂ ਨੇ ਤੇ ਇਹਨਾਂ ਤੋਂ ਆਪਾਂ ਸੋਚੀ ਜਾਂਦੇ ਆ ਲੋਕਾਂ ਦੀ ਭਲਾਈ ਕਰਨਗੇ। ਇੱਕ ਹੋਰ ਤੁਹਾਨੂੰ ਇੰਟਰਸਟਿੰਗ ਫੈਕਟ ਦੱਸਦਾ, ਪੰਜਾਬ ਦੇ ਵਿੱਚ ਕੈਂਸਰ ਦਾ ਕਾਰਨ ਜਿਹੜੀਆਂ ਆਪਾਂ ਰੇਹਾਂ ਸਪਰੇਆਂ ਕਰਦੇ ਹੈਗਾ, ਕੋਈ ਦੋ ਰਾਏ ਨਹੀਂ ਉਹਦੇ 'ਚ, ਤੇ ਉਹਦੇ 'ਚ ਬਹੁਤ ਸਾਰੀਆਂ ਸਪਰੇਆਂ ਬੇਰ ਦੀਆਂ ਨੇ। ਤੇ ਭਾਰਤ ਦੇ ਵਿੱਚ ਕੈਂਸਰ ਦੀ ਦਵਾਈ ਵੀ ਬੇਰ ਵੇਚਦਾ। ਇਹ ਕੀ ਗੱਲ ਹੋਈ ਜੀ? ਜਿਹੜਾ ਤੰਬਾਕੂ ਬਣਾਉਂਦਾ ਉਹੀ ਕੈਂਸਰ ਦਾ ਹਸਪਤਾਲ ਖੋਲ੍ਹਦੇ ਤਾਂ ਉਹੀ ਗੱਲ ਹੋ ਗਈ। ਬੇਰ ਹੀ ਦਵਾਈ ਵੇਚਦੀ ਹੈ ਆਪਦੀ ਕੈਂਸਰ ਦੀ, ਤੇ 1 ਮਹੀਨੇ ਦੀ ਕੈਂਸਰ ਦੀ ਦਵਾਈ ਇਹਨਾਂ ਦੀ ਕੋਸਟ ਕੀ ਹੈ ਜੀ? 2,80,000 ਰੁਪਇਆ। ਜਦੋਂ ਇਹਨਾਂ ਦਾ ਪੇਟੈਂਟ ਖਤਮ ਹੋ ਗਿਆ, ਭਾਰਤ ਦੀ ਇੱਕ ਕੰਪਨੀ ਨੈਟਕੋ, ਇਸ ਕੰਪਨੀ ਨੇ ਜਦੋਂ ਬੇਰ ਦੀ ਦਵਾਈ ਬਣਾ ਲਈ, ਕੋਈ ਇਹਨੂੰ ਬੇਰ ਕਹਿੰਦਾ, ਕੋਈ ਬਾਇਰ ਕਹਿ ਦਿੰਦਾ, ਬਾਇਰ ਲਾ ਲਓ, ਬਾਇਰ ਦੀ ਦਵਾਈ ਜਦੋਂ ਇਹਨਾਂ ਨੇ ਬਣਾ ਲਈ ਤਾਂ ਦਵਾਈ ਦੀ ਇਹਨਾਂ ਨੇ ਕੀਮਤ ਰੱਖੀ ਸਿਰਫ ਤੇ ਸਿਰਫ 8800 ਰੁਪਇਆ। 8800 ਰੁਪਇਆ, 2,80,000 ਰੁਪਇਆ ਮਹੀਨਾ ਦਾ ਕੋਈ ਫਰਕ ਨਹੀਂ। ਇਹਨਾਂ ਦਾ ਢਿੱਡ ਭਰਦਾ ਹੀ ਨਹੀਂ ਜੀ, ਕਿੰਨਾ ਹੀ ਖਵਾਈ ਜਾਓ, ਕਿਉਂਕਿ these are multinational companies, they are made for profit, but these steps are taken by government because government is not there for profit. Basic work of government is welfare of people. ਤਾਂ ਲੋਕਾਂ ਦੇ ਵੈਲਫੇਅਰ ਬਾਰੇ ਸੋਚਣਾ ਚਾਹੀਦਾ, ਫਾਇਦੇ ਨੁਕਸਾਨ ਨਹੀਂ। ਫਾਇਦੇ ਨੁਕਸਾਨ ਸੋਚਣ ਨੂੰ ਤਾਂ ਕੰਪਨੀਆਂ ਬੈਠੀਆਂ ਨੇ ਨਾ। ਸੁਪਰੀਮ ਕੋਰਟ 'ਚ ਕੇਸ ਚੱਲ ਗਿਆ ਜੀ, ਬਾਇਰ ਨੇ ਕੇਸ ਕਰਤਾ ਨੈਟਕੋ ਤੇ, ਕਹਿੰਦੇ ਜੀ ਸਾਡੀ ਦਵਾਈ ਦੀ ਇਹਨਾਂ ਨੇ ਕਾਪੀ ਕੀਤੀ ਹੈ। ਸੁਪਰੀਮ ਕੋਰਟ ਨੇ ਸਾਰਾ ਕੁਝ ਦੇਖਿਆ, ਸੁਪਰੀਮ ਕੋਰਟ ਨੇ ਡਿਸੀਜਨ ਦਿੱਤਾ, ਕਹਿੰਦੇ ਕੋਈ ਕਾਪੀ ਨਹੀਂ ਕੀਤੀ, ਤੁਹਾਡਾ ਪੇਟੈਂਟ ਖਤਮ ਹੋ ਚੁੱਕਿਆ, ਕਿੰਨਾ ਕੁ ਚਿਰ ਹੁਣ ਵੇਚੀ ਜਾਓਗੇ। ਪਹਿਲਾਂ ਇਹ ਸਾਨੂੰ ਬੀ ਦੇਣਗੇ ਜੀ, ਕਿਉਂਕਿ ਇਹ ਦੋ ਕੰਪਨੀਆਂ ਰਲ ਗਈਆਂ। ਉਸ ਤੋਂ ਬਾਅਦ ਅਸੀਂ ਬੀ ਇਹਨਾਂ ਤੋਂ ਹੀ ਲਵਾਂਗੇ, ਆਪ ਤਾਂ ਉਗਾ ਨਹੀਂ ਸਕਦੇ। ਫਿਰ ਇਹ ਕੰਪਨੀਆਂ ਸਾਨੂੰ ਸਪਰੇਅ ਦੇਣਗੀਆਂ ਇੱਥੇ ਕਰਨ ਵਾਸਤੇ, ਫਿਰ ਅਸੀਂ ਸਪਰੇਅ ਕਰਾਂਗੇ, ਫਿਰ ਅਸੀਂ ਬਿਮਾਰ ਹੋਵਾਂਗੇ, ਇਹੀ ਕੰਪਨੀਆਂ ਸਾਨੂੰ ਦਵਾਈ ਦੇਣਗੀਆਂ। ਚੱਕਰ ਸਮਝ ਆਇਆ? ਇਹ ਕੰਪਨੀਆਂ ਬੀ ਦੇਣਗੀਆਂ, ਇਹੀ ਕੰਪਨੀਆਂ ਸਪਰੇਅ ਦੇਣਗੀਆਂ, ਇਹੀ ਕੰਪਨੀਆਂ ਬਿਮਾਰ ਕਰਨਗੀਆਂ, ਇਹੀ ਦਵਾਈ ਦੇਣਗੀਆਂ, ਤੇ ਸਰਕਲ ਐਂ ਹੀ ਚੱਲੀ ਜਾਊ। ਕਿਸਾਨ ਇਸੇ ਚੱਕਰ 'ਚ ਘੁੰਮੀ ਜਾਊਗਾ। ਇਹ ਆ ਦੋ ਕੰਪਨੀਆਂ ਦਾ ਇਤਿਹਾਸ ਹੈ ਜੀ। ਕੱਲੀਆਂ ਇਹ ਦੋ ਕੰਪਨੀਆਂ ਕਿਉਂ? ਇੱਥੇ ਇੱਕ ਕੰਪਨੀ ਹੋਰ ਜੋੜ ਲਓ, ਪੈਪਸੀਕੋ। ਉਹੀ ਪੈਪਸੀਕੋ ਕੰਪਨੀ ਜਿਹੜੀ ਪੈਪਸੀ ਬਣਾਉਂਦੀ ਹੈ, ਮਾਊਂਟੇਨ ਡਿਊ ਬਣਾਉਂਦੀ ਹੈ, ਲੇਜ਼ ਬਣਾਉਂਦੀ ਹੈ। ਕੇਸ ਹੈ ਜੀ ਗੁਜਰਾਤ ਦਾ। ਇੱਕ ਆਲੂ ਦੀ ਵੈਰਾਈਟੀ ਹੈ, ਉਹਦਾ ਪੇਟੈਂਟ ਸੀ ਪੈਪਸੀਕੋ ਕੋ। ਆ ਪੇਟੈਂਟ ਵਾਲੇ ਸਿਆਪੇ ਵੀ WTO ਤੋਂ ਹੀ ਸ਼ੁਰੂ ਹੁੰਦੇ ਆ। 4 ਕਿਸਾਨਾਂ ਨੇ ਵਿਚਾਰਿਆਂ ਨੇ ਉਹ ਆਲੂ ਬੀਜ ਲਿਆ, ਨੋਟਿਸ ਭੇਜਤਾ ਜੀ 1 ਕਰੋੜ ਰੁਪਏ ਦਾ, 1 ਕਰੋੜ ਰੁਪਇਆ ਫਾਈਨ ਦਿਓ। ਕਿਸਾਨੀ ਜਥੇਬੰਦੀਆਂ ਨੇ, ਕਿਸਾਨਾਂ ਨੇ ਦਬਾਅ ਪਾ ਕੇ ਉਹ ਕੰਪਨੀ ਤੋਂ ਨੋਟਿਸ ਵਾਪਸ ਕਰਾਏ। ਜੇ ਇੱਕ ਵਾਰੀ ਇਹ ਪੰਜਾਬ 'ਚ ਵੜ ਗਏ ਨਾ, ਮੈਂ ਕਹਿੰਦਾ ਪੰਜਾਬ ਛੱਡੋ, ਇਹ ਦੇਸ਼ ਛੱਡੋ, ਇਹ ਦੁਨੀਆ 'ਚ ਵੀ ਨਹੀਂ ਹੋਣੇ ਚਾਹੀਦੇ। ਯਾਰ ਕਿਸਾਨ ਨੂੰ ਸਾਹ ਲੈਣ ਜੋਗੀ ਥਾਂ ਤਾਂ ਦਿਓ। ਬੀਆਂ ਤੇ ਤੁਹਾਡਾ ਪੇਟੈਂਟ, ਦਵਾਈਆਂ ਤੇ ਤੁਹਾਡਾ ਪੇਟੈਂਟ, ਰੇਹਾਂ ਸਪਰੇਆਂ ਤੇ ਤੁਹਾਡਾ ਪੇਟੈਂਟ, ਪਿੱਛੇ ਬਚਿਆ ਕੀ? ਫਿਰ ਇੱਕ ਐਡੀਬਲ ਆਇਲ, ਜਿਹੜੇ ਆਪਾਂ ਤੇਲ ਖਾਂਦੇ ਆ, ਸਬਜ਼ੀਆਂ ਬਣਾਉਂਦੇ ਆ, ਇਹ ਭਾਰਤ ਨੂੰ ਬਾਹਰੋਂ ਬਹੁਤ ਮੰਗਵਾਉਣਾ ਪੈਂਦਾ ਜੀ। ਪਿਛਲੇ ਸਾਲ ਦੀ ਰਿਪੋਰਟ ਹੈ ਕਿ ਭਾਰਤ ਨੂੰ 15 ਮੈਟ੍ਰਿਕ ਟਨ ਬਾਹਰੋਂ ਮੰਗਵਾਉਣਾ ਪਿਆ। ਇਹ ਬਾਹਰੋਂ ਕਿਉਂ ਮੰਗਵਾਉਣਾ ਪਿਆ ਜੀ? ਭਾਰਤ 'ਚ ਆਪਦਾ ਨਹੀਂ ਉਗ ਸਕਦਾ। ਭਾਰਤ ਦੀ ਡਿਮਾਂਡ ਹੈ ਜੀ 26 ਮੈਟ੍ਰਿਕ ਟਨ, ਪਰ ਭਾਰਤ ਉਗਾਈ ਜਾਂਦਾ 15 ਮੈਟ੍ਰਿਕ ਟਨ, ਤੇ ਇਹਦਾ ਖਰਚਾ ਸਾਨੂੰ ਪਿਆ 73,000 ਕਰੋੜ। ਸਾਨੂੰ ਇੱਥੇ ਕੰਮ ਕਰਨ ਦੀ ਲੋੜ ਹੈ। ਸਾਡਾ ਦੇਸ਼ ਖੇਤੀ ਪ੍ਰਧਾਨ ਦੇਸ਼ ਹੈ। ਖੇਤੀ ਪ੍ਰਧਾਨ ਹੋਣ ਦੇ ਬਾਵਜੂਦ ਅਸੀਂ ਬਾਹਰੋਂ ਚੀਜ਼ਾਂ ਮੰਗਾਈਏ। ਇਹਨਾਂ ਨੂੰ ਇੱਥੇ ਉਗਾਇਆ ਜਾ ਸਕਦਾ। ਆ 73,000 ਕਰੋੜ ਰੁਪਇਆ ਬਚਾ ਕੇ ਕਿਸਾਨਾਂ ਨੂੰ ਦਿੱਤਾ ਜਾ ਸਕਦਾ ਸੀ, ਉਹਨਾਂ ਦੀ ਇਨਵੈਸਟਮੈਂਟ ਚਲਾਇਆ ਜਾ ਸਕਦਾ ਸੀ। ਇਹਦੇ 'ਚ ਸਭ ਤੋਂ ਵੱਡਾ ਰੋਲ ਹੈ ਜੀ ਪਾਮ ਆਇਲ ਦਾ। ਪਾਮ ਆਇਲ ਜਿਹੜਾ ਕਿ ਆਪਾਂ ਇੰਪੋਰਟ ਕਰਦੇ ਹਾਂ ਕਿੱਥੋਂ? ਸਾਊਥ ਈਸਟ ਏਸ਼ੀਅਨ ਨੇਸ਼ਨਸ ਤੋਂ। ਕਿਹੜੀ ਆ? ਇੰਡੋਨੇਸ਼ੀਆ ਵਗੈਰਾ, ਇਹਨਾਂ ਤੋਂ ਕਰਦੇ ਹਾਂ। ਸੋਇਆ ਆਇਲ ਆਪਾਂ ਲੈਂਦੇ ਹਾਂ ਸਾਊਥ ਅਮਰੀਕਾ ਤੋਂ, ਅਰਜਨਟੀਨਾ ਤੇ ਬ੍ਰਾਜ਼ੀਲ ਤੋਂ, ਇਹਨਾਂ ਦੇਸ਼ਾਂ ਤੋਂ ਆਪਾਂ ਲੈਂਦੇ ਹਾਂ। ਆਹ ਕਾਨੂੰਨ ਆਉਂਦਾ ਜੀ। ਫਿਰ ਇਹ ਕਮਿਸ਼ਨ ਹੈ ਜੀ, ਨੈਸ਼ਨਲ ਕਮਿਸ਼ਨ ਔਨ ਫਾਰਮਰਸ। ਇਹ ਉਹੀ ਕਮਿਸ਼ਨ ਹੈ ਜਿਹੜਾ MS ਸਵਾਮੀਨਾਥਨ ਸਾਹਿਬ ਦਾ ਸੀ। ਇਹ ਕਮਿਸ਼ਨ ਦੇ ਦਾਅਵੇ ਸਾਰੀਆਂ ਸਰਕਾਰਾਂ ਨੇ ਕੀਤੇ। ਪਹਿਲਾਂ ਕਾਂਗਰਸ ਕਹਿੰਦੀ ਰਹੀ ਅਸੀਂ ਲਾਗੂ ਕਰਾਂਗੇ, ਫਿਰ ਮੋਦੀ ਸਾਹਿਬ ਕਹਿੰਦੇ ਰਹੇ ਅਸੀਂ ਲਾਗੂ ਕਰਾਂਗੇ, ਲਾਗੂ ਕਿਸੇ ਨੇ ਨਹੀਂ ਕੀਤਾ। ਇਹ ਇੱਕੋ ਹਮਾਮ 'ਚ ਸਾਰੇ ਨੰਗੇ ਨੇ, ਕਿਸੇ ਨੇ ਲਾਗੂ ਨਹੀਂ ਕੀਤਾ। ਕਿਹਾ ਕੀ ਸੀ ਜੀ ਇਸ ਰਿਪੋਰਟ 'ਚ? ਅੱਜ ਆਪਾਂ ਰਿਪੋਰਟ ਨੂੰ ਦੇਖਦੇ ਹਾਂ।
ਪਹਿਲੀ ਰეკਮੈਂਡੇਸ਼ਨ ਉਹਨਾਂ ਨੇ ਕਹੀ ਵੀ ਜਿਹੜਾ ਤੁਸੀਂ ਕੰਮ ਇੱਥੋਂ ਲੈ ਕੇ ਇੱਥੋਂ ਤੱਕ ਚਲਾਇਆ ਸੀ ਨਾ ਵੀ ਜ਼ਿਮੀਂਦਾਰਾਂ ਤੋੜ ਦਾਂਗੇ, ਟੈਨੈਂਸੀ ਰਿਫਾਰਮ ਲੈ ਕੇ ਆਵਾਂਗੇ, ਲੈਂਡ ਸੇਲਿੰਗ ਤੇ ਲੈਂਡ ਕੰਸੋਲੀਡੇਸ਼ਨ, ਵੀ ਇਹ ਕੰਮ ਤਾਂ ਤੁਸੀਂ ਪੂਰਾ ਕੀਤਾ ਹੀ ਨਹੀਂ, ਇਹਨੂੰ ਚੱਜ ਨਾਲ ਪੂਰਾ ਕਰੋ। ਹੋਰ ਨਹੀਂ ਕੁਛ ਤਾਂ ਲੈਂਡ ਕੰਸੋਲੀਡੇਸ਼ਨ ਤਾਂ ਕਰ ਦਿਓ। ਜਿਹੜੇ ਕਿਸਾਨ ਦੇ 2 ਕਿੱਲੇ ਵਿਚਾਰੇ ਦੇ ਕਿਤੇ ਆ 2 ਕਿੱਲੇ ਕਿਤੇ, ਉਹਨੂੰ 4 ਕਿੱਲੇ ਇਕੱਠੇ ਇੱਕ ਥਾਂ ਤੇ ਤਾਂ ਕਰਕੇ ਦੇ ਦਿਓ। ਦੂਜੀ ਪਾਣੀਆਂ ਨੂੰ ਲੈ ਕੇ, ਪੰਜਾਬ ਦੇ ਪਾਣੀ ਦਾ ਮੈਂ ਤੁਹਾਨੂੰ ਹਾਲ ਦੱਸ ਹੀ ਦਿੱਤਾ ਜੀ। ਜੇ ਮੰਨ ਲਓ ਪੰਜਾਬ ਦੇ ਵਿੱਚ 138 ਬਲੋਕ ਨੇ ਤਾਂ 108 ਦੇ ਪਾਣੀਆਂ ਦਾ ਬੁਰਾ ਹਾਲ ਹੈ। ਪਾਣੀਆਂ ਤੇ ਕਮੇਟੀ ਨੇ ਕੀ ਕਿਹਾ ਜੀ, ਇਹ ਕਮੇਟੀ ਕਹਿੰਦੀ ਵੀ ਦੇਸ਼ ਦਾ 60% ਐਗਰੀਕਲਚਰ ਰੇਨ ਫੈਡ ਐਗਰੀਕਲਚਰ ਹੈ। ਮਤਲਬ ਉੱਥੇ ਇਰੀਗੇਸ਼ਨ ਦੀਆਂ ਫੈਸਿਲਿਟੀਜ਼ ਨਹੀਂ ਹੈਗੀਆਂ, ਉੱਥੇ ਟਿਊਬਵੈੱਲ ਨਹੀਂ ਹੈਗੇ, ਉਹ ਮੀਂਹ ਤੇ ਡਿਪੈਂਡੈਂਟ ਕਰਦੇ ਐ। ਇਸੇ ਕਰਕੇ ਇੱਕ ਗੱਲ ਕਈ ਵਾਰ ਕਹੀ ਵੀ ਜਾਂਦੀ ਹੈ ਵੀ ਮੌਨਸੂਨ ਇਜ਼ ਆ ਐਗਰੀਕਲਚਰ ਮਿਨਿਸਟਰ ਆਫ ਇੰਡੀਆ, ਵੀ ਮੌਨਸੂਨ ਦੇ ਸਿਰ ਤੇ ਭਾਰਤ ਦਾ ਐਗਰੀਕਲਚਰ ਖੜਾ ਤੇ ਖੜੇ ਵੀ ਕਿਉਂ ਨਾ ਜੀ, 60% ਉਹਨਾਂ ਤੇ ਡਿਪੈਂਡੈਂਟ ਹੈ। ਇਹ ਕਮਿਸ਼ਨ ਨੇ ਕਿਹਾ ਸੀ ਉੱਤੇ ਜ਼ੋਰ ਪਾਓ। ਇਹਨਾਂ ਨੇ ਕਿਹਾ ਸੀ ਕਿ ਇਕੁਇਟੇਬਲ ਐਕਸੈਸ ਆਫ ਵਾਟਰ, ਲੋਕਾਂ ਨੂੰ ਵੰਡ ਕੇ ਪਾਣੀ ਦਿਓ, ਚੱਜ ਨਾਲ ਪਾਣੀ ਦਿਓ, ਤੇ ਪਾਣੀ ਨੂੰ ਬਚਾਉਣ ਦੇ ਵੀ ਤਰੀਕੇ ਇਹਨਾਂ ਨੇ ਦਿੱਤੇ ਸੀ। ਪਹਿਲਾ ਰੇਨ ਵਾਟਰ ਹਾਰਵੈਸਟਿੰਗ ਦਾ ਦਿੱਤਾ ਸੀ, ਦੂਜਾ ਇਹਨਾਂ ਨੇ ਕਿਹਾ ਸੀ ਪਾਣੀ ਨੂੰ ਰਿਚਾਰਜ ਕਰ ਲਓ, ਗਰਾਊਂਡ ਵਾਟਰ ਨੂੰ ਰਿਚਾਰਜ, ਤੀਜਾ ਇਹਨਾਂ ਨੇ ਕਿਹਾ ਸੀ ਜਿਹੜੇ ਆਪਣੇ ਇੰਨੇ ਖੂਹ ਨੇ ਭਾਰਤ 'ਚ, ਉਹ ਖੂਹਾਂ 'ਚ ਪਾਣੀ ਸਿੱਟੋ, ਵਧੀਆ ਪਾਣੀ, ਤਾਂ ਕਰਕੇ ਧਰਤੀ 'ਚ ਰਿਚਾਰਜ ਹੋ ਸਕੇ, ਉਹ 'ਚ ਮੀਂਹਾਂ ਦਾ ਪਾਣੀ ਪਾ ਦਿਓ। ਚੌਥਾ ਇਹਨਾਂ ਨੇ ਕੀ ਕਿਹਾ ਸੀ ਜੀ, ਚੌਥਾ ਬਾਅਦ 'ਚ ਇਹਨਾਂ ਨੇ ਗੱਲ ਕੀਤੀ ਐਗਰੀਕਲਚਰ ਕ੍ਰੈਡਿਟ ਦੀ। ਕ੍ਰੈਡਿਟ ਦਾ ਆਪਾਂ ਇੱਥੇ ਜ਼ਿਕਰ ਕੀਤਾ ਨਾ ਵੀ ਫਾਰਮਰਾਂ ਦੇ ਸੁਸਾਇਡ ਦੇ ਵਿੱਚ ਬਹੁਤ ਵੱਡਾ ਰੋਲ ਕ੍ਰੈਡਿਟ ਦਾ ਹੈ। RBI ਦੀ ਰਿਪੋਰਟ ਕਹਿੰਦੀ 72% ਬੈਂਕ ਤੋਂ ਲੈਂਦੇ ਆ ਤੇ 28% ਬਾਹਰੋਂ ਲੈਂਦੇ ਆ। ਇੱਥੇ ਇਹਨਾਂ ਨੇ ਕਿਹਾ ਕਿ ਜਿਹੜਾ 28% ਵੀ ਸ਼ਾਹੂਕਾਰਾਂ ਤੋਂ ਲੈਂਦੇ, ਕਿਸਾਨ ਨੂੰ ਕਿਉਂ ਲੈਣਾ ਪਵੇ, ਤੁਸੀਂ ਦਿਓ, ਬੈਂਕ ਦੇਣ। ਤੇ ਇੱਥੇ ਇਹਨਾਂ ਨੇ ਰੇਟ ਆਫ ਇੰਟਰਸਟ ਵੀ ਕਿਹਾ ਸੀ, ਇਹਨਾਂ ਨੇ ਕਿਹਾ ਸੀ 4% ਤੋਂ ਇੰਟਰਸਟ ਜ਼ਿਆਦਾ ਨਹੀਂ ਹੋਣਾ ਚਾਹੀਦਾ, ਮਤਲਬ 40 ਪੈਸੇ ਇੰਟਰਸਟ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ। ਉਸ ਤੋਂ ਬਾਅਦ ਇਹਨਾਂ ਨੇ ਕਿਹਾ ਸੀ ਜੀ ਕਿ ਰਿਸਕ ਡਿਵੈਲਪਮੈਂਟ ਫੰਡ ਬਣਾਓ। ਮੰਨ ਲਓ ਕਿਸਾਨ ਨੂੰ ਧੱਕਾ ਲੱਗ ਗਿਆ, ਉਹਦੀ ਫਸਲ ਖਰਾਬ ਹੋ ਗਈ, ਉਹਦਾ ਖਰਚਾ ਹੋ ਗਿਆ ਕਿਸੇ ਚੀਜ਼ ਤੇ, ਉਹ ਉੱਠਣ ਜੋਗਾ ਨਹੀਂ, ਤਾਂ ਰਿਸਕ ਡਿਵੈਲਪਮੈਂਟ ਦਾ ਫੰਡ ਇੱਕ ਤੁਹਾਡੇ ਕੋਲ ਹੋਣਾ ਚਾਹੀਦਾ ਜਿਹਦੇ ਤੋਂ ਤੁਸੀਂ ਉਹਨੂੰ ਹੈਲਪ ਕਰ ਦਿਓ ਕਿਸਾਨ ਨੂੰ। ਉਹ ਫੰਡ ਅੱਜ ਤੱਕ ਤਾਂ ਬਣਿਆ ਨਹੀਂ ਜੀ। ਇਹਨਾਂ ਨੇ ਕਿਹਾ ਸੀ ਕਿ ਇੰਸ਼ੋਰੈਂਸ ਕਰੋ, ਫਸਲਾਂ ਦੀ ਇੰਸ਼ੋਰੈਂਸ ਕਰੋ, ਜਿਹਦੇ ਤੇ ਇੱਕ ਚੰਗਾ ਕਦਮ ਪਿੱਛੇ ਜੇ ਫਸਲ ਬੀਮਾ ਯੋਜਨਾ ਦਾ ਲਿਆ ਗਿਆ, ਪਰ ਉਹ ਲਾਗੂ ਕਿਵੇਂ ਹੁੰਦਾ ਇਹ ਮੈਟਰ ਕਰਦਾ ਹੈ। ਕਾਨੂੰਨ ਤਾਂ ਬਣ ਹੀ ਜਾਂਦੇ ਨੇ, ਕਾਨੂੰਨ ਤਾਂ ਮੈਂ ਤੁਹਾਨੂੰ ਦੱਸਿਆ ਡੌਰੀ ਨੂੰ ਰੋਕਣ ਵਾਸਤੇ, ਦਹੇਜ ਨੂੰ ਰੋਕਣ ਵਾਸਤੇ 1961 ਦਾ ਬਣਿਆ ਪਿਆ, ਲਾਗੂ ਕਿੱਥੇ ਹੁੰਦੇ ਇਹ ਮੈਟਰ। ਉਸ ਤੋਂ ਬਾਅਦ ਇਹਨਾਂ ਨੇ ਕਿਹਾ ਕਿ ਸੰਸਥਾਵਾਂ ਨੂੰ ਮਜ਼ਬੂਤ ਕਰੋ, ਫਾਰਮਰਸ ਪ੍ਰੋਡਿਊਸਰ ਆਰਗੇਨਾਈਜੇਸ਼ਨ, ਇਕੱਠੇ ਉਪਜਾ ਕੇ ਇਕੱਠੇ ਵੇਚ ਲੈਣ, ਸੈਲਫ ਹੈਲਪ ਗਰੁੱਪਸ ਨੂੰ ਤਗੜੇ ਕਰੋ, ਕਿਸਾਨ ਇਕੱਠੇ ਹੋ ਜਾਣ, ਰਲ ਕੇ ਕਰ ਲੈਣ। ਫਿਰ ਇਹਨਾਂ ਨੇ ਇੱਥੇ ਕਿਹਾ ਜੀ ਕਿ ਇਨਫਰਾਸਟ੍ਰਕਚਰ ਦੇ ਵਿੱਚ ਪਬਲਿਕ ਇਨਵੈਸਟਮੈਂਟ ਹੋਣੀ ਚਾਹੀਦੀ ਹੈ। ਪਬਲਿਕ ਵਰਡ ਯੂਜ਼ ਕੀਤਾ ਕਮਿਸ਼ਨ ਨੇ, ਪ੍ਰਾਈਵੇਟ ਨਹੀਂ। ਅੱਜ ਇਹ ਕਹਿ ਦਿੰਦੇ ਆ ਕੋਲਡ ਸਟੋਰ ਲਿਆਉਣ ਵਾਸਤੇ ਅਸੀਂ ਆਹ ਕਾਨੂੰਨ ਲੈ ਕੇ ਆਏ ਹਾਂ, ਕਿਸਾਨ ਇਨਕਮ ਨਹੀਂ ਲਾ ਸਕਦਾ ਤਾਂ ਅਸੀਂ ਆਹ ਕਾਨੂੰਨ ਲੈ ਕੇ ਆਏ ਹਾਂ, ਇਹ ਵੱਡੇ ਸਰਮਾਏਦਾਰ ਆਉਣਗੇ, ਇਹ ਇੱਥੇ ਇਨਕਮ ਲਾਉਣਗੇ। ਪਰ ਸਵਾਮੀਨਾਥਨ ਸਾਹਿਬ ਨੇ ਤਾਂ ਕਿਹਾ ਸੀ ਕਿ ਪਬਲਿਕ ਇਨਵੈਸਟਮੈਂਟ ਹੋਣੀ ਚਾਹੀਦੀ ਹੈ, ਪ੍ਰਾਈਵੇਟ ਦਾ ਤਾਂ ਜ਼ਿਕਰ ਹੀ ਨਹੀਂ ਉਹਨਾਂ ਨੇ ਕੀਤਾ। ਫਿਰ ਆ ਜਾਓ ਜੀ ਸੁਸਾਇਡ ਤੇ। ਹੁਣ ਤੱਕ ਆਪਾਂ 3 ਗੱਲਾਂ ਕੀਤੀਆਂ ਕਮਿਸ਼ਨ ਤੇ। ਅਨਫਿਨਿਸ਼ਡ ਏਜੰਡਾ, ਵਾਟਰ ਨੂੰ ਕਿਵੇਂ ਸਾਂਭਣਾ, ਐਗਰੀਕਲਚਰ ਕ੍ਰੈਡਿਟ ਨੂੰ। ਚੌਥਾ ਸੁਸਾਇਡ ਤੇ ਕਮਿਸ਼ਨ ਕਹਿੰਦਾ ਜੀ ਕਿ ਤੁਸੀਂ ਆਪਦਾ ਪ੍ਰਾਇਮਰੀ ਹੈਲਥ ਸਿਸਟਮ ਵਧੀਆ ਕਰੋ। ਜਦੋਂ ਕਿਸਾਨ ਬਿਮਾਰ ਹੁੰਦਾ ਉਹਦਾ ਖਰਚਾ ਇੰਨਾ ਹੋ ਜਾਂਦਾ ਹੈ ਮੈਡੀਕਲ ਦਾ ਕਿ ਉਹ ਉੱਠ ਨਹੀਂ ਸਕਦਾ। ਦੂਜਾ ਉਹਦਾ ਹੈਲਥ ਇੰਸ਼ੋਰੈਂਸ ਕਰੋ, ਫਸਲ ਦਾ ਇੰਸ਼ੋਰੈਂਸ ਕਰੋ, ਜਾਨਵਰਾਂ ਦਾ ਇੰਸ਼ੋਰੈਂਸ ਕਰੋ। ਤੇ ਜਿਵੇਂ ਆ ਨੈਸ਼ਨਲ ਫਾਰਮਿੰਗ ਕਮਿਸ਼ਨ ਬਣਿਆ ਨਾ, ਸਟੇਟ ਦੀਆਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਸਟੇਟ ਪੱਧਰ ਤੇ ਕਮਿਸ਼ਨ ਬਣਨ। ਅੱਜ ਸਟੇਟ ਦੀਆਂ ਸਰਕਾਰਾਂ ਕੱਲੀਆਂ ਸੈਂਟਰ ਨੂੰ ਗਾਲਾਂ ਕੱਢੀ ਜਾਂਦੀਆਂ ਨੇ। ਮਾੜਾ ਜਿਹਾ ਪਤਾ ਪੁੱਛਿਓ ਉਹਨਾਂ ਨੂੰ ਵੀ ਕਿੰਨੀਆਂ ਸਰਕਾਰਾਂ ਨੇ ਸਟੇਟ ਲੈਵਲ ਤੇ ਕਮਿਸ਼ਨ ਬਣਾਏ, ਕਿਸੇ ਨੇ ਨਹੀਂ ਬਣਾਏ। ਇਹ ਕਹਿੰਦੇ ਵਿਲੇਜ ਨੌਲੇਜ ਸੈਂਟਰ ਬਣਾਓ, ਜਿਹਨੂੰ ਵਿਲੇਜ ਚੌਪਾਲ ਕਹਿ ਦਿੰਦੇ ਆ, ਗ੍ਰਾਮ ਚੌਪਾਲ। ਵੀ ਮਤਲਬ ਜਿਹੜੇ ਏਰੀਏ 'ਚ ਤੁਹਾਨੂੰ ਲੱਗਦਾ ਸੁਸਾਇਡ ਜ਼ਿਆਦਾ ਹੈ, ਮੰਨ ਲਓ ਮਾਲਵੇ 'ਚ ਜ਼ਿਆਦਾ ਹੈ, ਮੰਨ ਲਓ ਮਹਾਰਾਸ਼ਟਰ 'ਚ ਵਿਦਰਭਾ 'ਚ ਜ਼ਿਆਦਾ ਸੁਸਾਇਡ, ਤਾਂ ਉੱਥੇ ਕੀ ਕਰੋ ਤੁਸੀਂ, ਉੱਥੇ ਇੱਕ ਸੈਂਟਰ ਬਣਾਓ ਜਿੱਥੇ ਜਾ ਕੇ ਕਿਸਾਨ ਦੀ ਕਾਉਂਸਲਿੰਗ ਹੋ ਸਕੇ, ਜਿਹੜੇ ਉਹਨੂੰ ਗਾਈਡ ਕਰ ਸਕਣ, ਅਵੇਅਰਨੈਸ ਦੀ ਕੰਪੇਨ ਚਲਾਓ। ਫਿਰ ਇਹਨਾਂ ਨੇ 5ਵਾਂ ਕਿਹਾ ਜੀ ਮਾਰਕੀਟ 'ਚ ਰਿਫਾਰਮ ਲੈ ਕੇ ਆਓ। ਮਾਰਕੀਟ 'ਚ ਰਿਫਾਰਮ ਇਹਨਾਂ ਨੇ ਇਹ ਗੱਲ ਕਹੀ ਸੀ ਵੀ ਸਾਰਾ ਦੇਸ਼ 'ਤੇ ਇੱਕ ਮੰਡੀ ਹੋਣੀ ਚਾਹੀਦੀ, ਤੇ ਉਹਦੇ ਵਾਸਤੇ ਸਰਕਾਰ ਈ-ਨੈਮ ਲਿਆਈ। ਤੁਸੀਂ ਸਾਰੇ ਦੇਸ਼ ਦੀਆਂ APMC ਮੰਡੀਆਂ ਨੂੰ ਜੋੜਤਾ ਇੰਟਰਨੈਟ ਨਾਲ, ਇੱਕ ਦੂਜੇ ਨਾਲ। ਕੀ ਦਿੱਕਤ ਹੈ?
ਕੋਈ ਦਿੱਕਤ ਨਹੀਂ ਗੀ। ਪਰ ਇਹ ਕਿੱਥੇ ਕਿਹਾ ਸੀ ਵੀ ਪ੍ਰਾਈਵੇਟ ਮੰਡੀਆਂ ਲੈ ਆਓ? ਤੁਸੀਂ ਤਾਂ APMC ਨੂੰ ਹੀ ਹਟਾਉਣ ਲੱਗ ਗਏ, ਪੁੱਠਾ ਹੀ ਚੱਲ ਪਿਆ। ਤੇ ਸਭ ਤੋਂ ਮੇਨ ਇਸ ਗੱਲ ਦੀ, ਇਸ ਕਮਿਸ਼ਨ ਨੇ ਇੱਕ ਗੱਲ ਕਹੀ ਸੀ ਜਿਹੜੀ ਆਪਾਂ ਇੱਥੇ ਪੜ੍ਹੀ C2, ਕਿ MSP ਕਿਸਾਨ ਨੂੰ ਉਹਦਾ ਖਰਚਾ, ਉਹਦੀ ਮਿਹਨਤ, ਉਹਦੀ ਜ਼ਮੀਨ ਦਾ ਇੰਟਰਸਟ ਪਲੱਸ 50% ਦਿਓ, ਜਿੱਤੋਂ ਅੱਜ ਤੱਕ ਸਾਰੀਆਂ ਭੱਜੀ ਜਾਂਦੀਆਂ ਸਰਕਾਰਾਂ, ਕਿਸੇ ਨੇ ਸਾਰ ਨਹੀਂ ਲਈ। ਹੁਣ ਆ ਜਾਓ ਜੀ 3 ਖੇਤੀ ਦੇ ਕਾਨੂੰਨਾਂ ਤੇ। ਇਹ ਸਾਰੀ ਭੂਮਿਕਾ, ਇਹ ਸਾਰਾ ਬੈਕਗਰਾਉਂਡ ਮੈਨੂੰ ਬਣਾਉਣਾ ਪਿਆ ਤੁਹਾਨੂੰ ਆਹ ਕਾਨੂੰਨ ਸਮਝਾਉਣ ਵਾਸਤੇ। ਇਹ ਕਾਨੂੰਨਾਂ ਤੇ 10 ਮਿੰਟ ਲੱਗਣੇ ਬਸ, ਪਰ ਆਹ ਬੈਕਗਰਾਉਂਡ ਸਮਝਣਾ ਜ਼ਰੂਰੀ ਸੀ। ਆਹ WTO ਕੀ ਕਰੀ ਜਾਂਦਾ ਇਹ ਸਮਝਣਾ ਜ਼ਰੂਰੀ ਸੀ, ਇਹਦੇ ਬਿਨਾਂ ਗੱਲ ਨਹੀਂ ਬਣਦੀ। ਜੇ ਆਪਾਂ ਕਹੀਏ ਵੀ ਆਹ ਕਾਨੂੰਨ ਕਨਸਟੀਟਿਊਸ਼ਨਲੀ ਸਹੀ ਨੇ ਕਿ ਨਹੀਂ, ਤਾਂ ਸੱਚ ਦੱਸਾਂ ਜੀ, ਸੰਵਿਧਾਨਿਕ ਤੌਰ ਤੇ ਤਾਂ ਇਹ ਲੱਗਦਾ ਹੈ ਵੀ ਇਹਨਾਂ ਕਾਨੂੰਨਾਂ ਦੇ ਖਿਲਾਫ ਸੁਪਰੀਮ ਕੋਰਟ ਨੇ ਆਰਡਰ ਨਹੀਂ ਦੇਣਾ। ਲੱਗਦਾ ਕੀ ਕਰੀਏ ਹੁਣ? ਉਹਦੀ ਵਜ੍ਹਾ ਹੈ ਜੀ 2-3 ਕੰਡੀਸ਼ਨਸ ਹੁੰਦੀਆਂ ਨੇ ਜੀ ਕਿਸੇ ਕਾਨੂੰਨ ਨੂੰ ਕਨਸਟੀਟਿਊਸ਼ਨਲ ਜਾਂ ਅਨਕਨਸਟੀਟਿਊਸ਼ਨਲ ਕਹਿਣ ਵਾਸਤੇ। ਪਹਿਲਾ, ਫੰਡਾਮੈਂਟਲ ਰਾਈਟ ਦੇ ਖਿਲਾਫ ਹੋਵੇ, ਜਿਹੜਾ ਕਿ ਇਹ ਲੱਗ ਨਹੀਂ ਰਹੇ। ਬੇਸਿਕ ਸਟਰਕਚਰ ਦੇ ਖਿਲਾਫ ਹੋਵੇ, ਨਹੀਂ ਲੱਗ ਰਹੇ। ਤੀਸਰੀ, ਕੋਈ ਪ੍ਰੋਸੀਜਰ 'ਚ ਗਲਤੀ ਹੋਵੇ। ਪ੍ਰੋਸੀਜਰ ਤਾਂ ਫੋਲੋ ਕੀਤਾ, ਪਰ ਪਾਰਲੀਮੈਂਟ ਤੋਂ, ਇਹ ਲੋਕ ਸਭਾ ਤੋਂ ਰਾਜ ਸਭਾ ਤੇ ਗਿਆ, ਰਾਜ ਸਭਾ ਤੋਂ ਰਾਸ਼ਟਰਪਤੀ ਨੇ ਸਾਈਨ ਕੀਤਾ। ਪਰ ਇੱਕ ਗੱਲ ਹੋਰ ਕਹੀ ਜਾਂਦੀ ਹੈ ਕਾਨੂੰਨ ਦੀ ਦੁਨੀਆ 'ਚ, ਵਾਟ ਇਜ਼ ਲਾਅ? ਲਾਅ ਇਜ਼ ਵਾਟ ਜੱਜਿਸ ਸੇ। ਹੁਣ ਇਹ ਦੇਖਣਾ, ਇਹਦੀ ਇੰਟਰਪ੍ਰੀਟੇਸ਼ਨ, ਇਹਦੀ ਵਿਆਖਿਆ ਸੁਪਰੀਮ ਕੋਰਟ ਕਿਵੇਂ ਕਰਦਾ ਹੈ। ਹੋ ਸਕਦਾ ਇਹਦੀ ਵਿਆਖਿਆ ਸੁਪਰੀਮ ਕੋਰਟ ਨਵੇਂ ਤਰੀਕੇ ਨਾਲ ਕਰੇ ਤੇ ਇਹਨੂੰ ਨਲ ਐਂਡ ਵੋਇਡ ਕਰ ਦੇ। ਇੱਕ ਗੱਲ ਜਿਹੜੀ ਪੋਲੀਟੀਕਲ ਪਾਰਟੀਆਂ ਜਾਣਬੁੱਝ ਕੇ ਸਾਰਿਆਂ ਨੂੰ ਉਲਝਾਉਣ ਵਾਸਤੇ ਕਰਦੀਆਂ ਨੇ ਕਿ ਰਾਜ ਸਭਾ ਦੇ ਵਿੱਚ BJP ਕੋਲ ਮੈਜੋਰਿਟੀ ਨਹੀਂ ਸੀ ਹੈਗੀ, ਉਹਨਾਂ ਨੇ ਧੱਕੇ ਨਾਲ ਬਿੱਲ ਪਾਸ ਕਰਾ ਲਏ। ਅਕਸਰ ਭਗਵੰਤ ਮਾਨ ਵੀ ਇਹ ਗੱਲ ਕਹਿੰਦਾ। ਮੰਨ ਲਓ BJP ਕੋਲ ਰਾਜ ਸਭਾ 'ਚ ਮੈਜੋਰਿਟੀ ਨਹੀਂ ਸੀ, ਮੰਨ ਲਿਆ ਜੀ, ਫਿਰ ਬਿੱਲ ਕੈਂਸਲ ਹੋ ਜਾਂਦੇ। ਕੈਂਸਲ ਕਿਵੇਂ ਹੋ ਜਾਂਦੇ? ਜੁਆਇੰਟ ਸਿਟਿੰਗ ਹੋ ਜਾਣੀ ਸੀ। ਰਾਜ ਸਭਾ ਦੇ ਚੇਅਰਮੈਨ ਨੇ ਲਿਖ ਕੇ ਦੇ ਦੇਣਾ ਸੀ ਲੋਕ ਸਭਾ ਦੇ ਸਪੀਕਰ ਨੂੰ, ਲੋਕ ਸਭਾ ਦੇ ਸਪੀਕਰ ਨੇ ਰਾਸ਼ਟਰਪਤੀ ਨੂੰ ਲਿਖ ਕੇ ਦੇ ਦੇਣਾ ਸੀ, ਇਕੱਠੇ ਬਹਿ ਜਾਂਦੇ, ਬਿੱਲ ਤਾਂ ਪਾਸ ਹੋ ਜਾਣਾ ਸੀ। ਦੂਜੀ ਗੱਲ ਜਿਹੜੀ ਕਹੀ ਜਾਂਦੀ ਹੈ ਵੀ ਕਿ ਵੋਟਿੰਗ ਕਰਾਈ ਗਈ, ਵੌਇਸ ਵੋਟ, ਫਿਜ਼ੀਕਲ ਵੋਟ ਨਹੀਂ ਪਵਾਈ ਗਈ। ਪਰ ਉਹਦੇ 'ਚ ਵੀ ਕਾਨੂੰਨ 'ਚ ਕਰਾਇਆ ਜੀ। ਆਰਟੀਕਲ 122 ਇੰਡੀਅਨ ਕਨਸਟੀਟਿਊਸ਼ਨ ਦਾ ਕਹਿੰਦਾ ਕਿ ਪਾਰਲੀਮੈਂਟ ਦੀ 4 ਦੀਵਾਰਾਂ ਦੇ ਅੰਦਰ ਜੋ ਹੋਇਆ ਉਹਨੂੰ ਤੁਸੀਂ ਜਾ ਕੇ ਕੋਰਟ 'ਚ ਕਹਿ ਹੀ ਨਹੀਂ ਸਕਦੇ। ਕੋਰਟ 'ਚ ਜਾ ਕੇ ਕਹੋਗੇ ਕਿਵੇਂ? ਤੁਸੀਂ ਕਹੋਗੇ ਪ੍ਰੋਸੀਜਰ ਫੋਲੋ ਨਹੀਂ ਹੋਇਆ ਜੀ, ਕੋਰਟ ਕਹੂਗਾ ਸਪੀਕਰ ਨੂੰ ਭੇਜੋ, ਸਪੀਕਰ ਨੂੰ ਪੁੱਛੂੰਗਾ ਮੈਂ, ਤੇ ਸਪੀਕਰ ਜਾਂਦੇ ਹੀ ਕਹੂਗਾ ਫੋਲੋ ਹੋਇਆ। ਸੁਪਰੀਮ ਕੋਰਟ ਕਹੂਗਾ ਇਸ ਤੋਂ ਪਹਿਲਾਂ ਹੀ ਕਹੀ ਜਾਂਦੇ ਕਿ 122 ਦੇ ਥੱਲੇ ਤੁਸੀਂ ਆ ਕੇ ਕੋਈ ਜ਼ਿਕਰ ਹੀ ਨਹੀਂ ਇੱਥੇ ਕਰ ਸਕਦੇ। ਇਸ ਕਰਕੇ ਕੋਟਲ ਨਾ ਦੇਖੋ, ਸੌਖਾ ਤਰੀਕਾ ਇਹੀ ਹੈ ਵੀ ਸਰਕਾਰ ਮਨਾ ਲਈ ਜਾਵੇ, ਸਰਕਾਰ ਮਨਾ ਲਈ ਜਾਵੇ। ਹਾਲਾਂਕਿ ਇਹਦੇ 'ਚ ਵੀ ਸਾਨੂੰ 7 ਮਹੀਨੇ ਲੱਗ ਗਏ ਜੰਗ ਲੜਦੇ ਨੂੰ। ਪੰਜਾਬ ਦੀ ਕਿਸਮਤ 'ਚ ਜੰਗਾਂ ਹੀ ਆਈਆਂ ਸ਼ਾਇਦ। ਕਨਸਟੀਟਿਊਸ਼ਨਲ ਵੇ ਤੇ ਆਪਾਂ ਫਿਰ ਜਾਵਾਂਗੇ। ਪਹਿਲਾਂ ਸਰਕਾਰ ਨੂੰ ਮਨਾਉਣ ਵਾਲਾ ਤਰੀਕਾ ਠੀਕ ਹੈ, ਐਸੇ ਕਰਕੇ ਸਾਡੀਆਂ ਜਥੇਬੰਦੀਆਂ ਅੜੀਆਂ। ਇਹਦੇ 'ਚ ਪਹਿਲਾ ਕਾਨੂੰਨ ਹੈ ਜਿਹੜਾ ਕਹਿੰਦਾ ਜੀ ਫਾਰਮਰਸ ਪ੍ਰੋਡਿਊਸ ਟ੍ਰੇਡ ਐਂਡ ਕਾਮਰਸ ਪ੍ਰਮੋਸ਼ਨ ਐਂਡ ਫੈਸਿਲੀਟੇਸ਼ਨ ਐਕਟ। ਜਿਹੜਾ ਤੀਜੇ ਕੁ ਦਿਨ ਦੇਸ਼ ਦਾ ਮੀਡੀਆ ਆ ਕੇ ਤੁਹਾਡੇ ਮੂੰਹ 'ਚ ਮਾਈਕ ਪਾਉਂਦਾ ਤੇ ਤੁਹਾਨੂੰ ਪੁੱਛਦਾ ਕਿ 3 ਕਾਨੂੰਨ ਕਹਿੰਦੇ ਕੀ ਨੇ, ਤਾਂ 3 ਕਾਨੂੰਨ ਆਪਾਂ ਜੋ ਜ਼ਿਕਰ ਕੀਤਾ ਪਿੱਛੇ, ਇੱਥੇ 10 ਮਿੰਟਾਂ 'ਚ ਦੇਖਾਂਗੇ ਕਹਿੰਦੇ ਕੀ ਹੈ। ਪਹਿਲਾ ਕਾਨੂੰਨ ਕਹਿੰਦਾ ਜੀ ਤੁਹਾਡੀ ਪ੍ਰੋਡਿਊਸ ਟ੍ਰੇਡ ਤੇ ਕਾਮਰਸ ਨੂੰ ਪ੍ਰਮੋਟ ਕਰਾਂਗੇ ਪਲੱਸ ਫੈਸਿਲੀਟੇਟ ਕਰਾਂਗੇ। ਇਹਦਾ ਮਤਲਬ ਕੀ? ਇਹਦਾ ਮਤਲਬ ਸਿੱਧਾ ਸਾਫ਼ ਹੈ ਜੀ, APMC ਤੋਂ ਬਾਹਰ ਸਮਾਨ ਵਿਕੂਗਾ। ਜੇ APMC ਤੋਂ ਸਮਾਨ ਬਾਹਰ ਵਿਕਣ ਲੱਗ ਗਿਆ ਫਿਰ APMC ਰਹੂਗੀ ਕਿੰਨਾ ਚਿਰ? ਕਿਉਂਕਿ APMC ਤੇ ਟੈਕਸ ਹੈ। ਕਿਹੜੇ ਟੈਕਸ ਹੈ? ਆੜਤੀ ਦਾ 2.5% ਕਮਿਸ਼ਨ ਹੈ, ਗੌਰਮੈਂਟ ਦਾ ਸੈਸ ਹੈ, 3% ਫੀਸ ਹੈ, ਟੈਕਸ ਹੋ ਗਿਆ 8.5%। ਇਹ 8.5% ਨਾਲ ਪੰਜਾਬ ਤੇ ਹਰਿਆਣਾ ਗੌਰਮੈਂਟ ਨੂੰ, ਜੇ ਆਪਾਂ ਪਿਛਲੇ ਸਾਲ ਦਾ ਡਾਟਾ ਚੱਕੀਏ ਨਾ, ਤਾਂ 1750 ਕਰੋੜ ਪੰਜਾਬ ਗੌਰਮੈਂਟ ਨੂੰ ਆਇਆ, 850 ਕਰੋੜ ਹਰਿਆਣਾ ਗੌਰਮੈਂਟ ਨੂੰ ਆਇਆ, ਟੋਟਲ 2600 ਕਰੋੜ। ਇਹ 2600 ਕਰੋੜ ਉਹ ਬਾਅਦ ਸੜਕਾਂ ਬਣਾਉਣ ਤੇ ਲਾਉਂਦੇ ਆ, ਪਿੰਡਾਂ ਦੀਆਂ, ਇਹਨਾਂ ਮੰਡੀਆਂ ਨੂੰ ਵਧੀਆ ਬਣਾਉਣ ਤੇ ਲਾਉਂਦੇ ਆ। ਤੇ ਜੇ ਨਾ ਆਊਗਾ ਇਹ ਸਾਡੀਆਂ ਸਰਕਾਰਾਂ ਕੋਲ ਵੀ ਇਹ ਖੋਇਆ ਜਾਣਾ, ਇਹ ਪੈਸੇ ਸਿੱਧੇ ਫਿਰ ਸੈਂਟਰ ਕੋ ਜਾਣਗੇ। ਦੂਜਾ ਕਾਨੂੰਨ ਕੀ ਕਹਿੰਦਾ ਜੀ? ਦੂਜਾ ਕਹਿੰਦਾ ਕਿ ਫਾਰਮਰਾਂ ਨੂੰ ਐਮਪਾਵਰ ਕਰਨਾ ਹੈ, ਪ੍ਰੋਟੈਕਟ ਕਰਨਾ ਹੈ। ਐਗਰੀਮੈਂਟ ਔਨ ਪ੍ਰਾਈਜ਼ ਐਸ਼ੋਰੈਂਸ, ਪ੍ਰਾਈਜ਼ ਐਸ਼ੋਰੈਂਸ ਆ ਗਿਆ ਜੀ, ਇਹਦਾ ਮਤਲਬ MSP ਐਂਡ ਫਾਰਮ ਸਰਵਿਸਿਜ਼ ਐਕਟ। ਇੱਕ ਕੰਟਰੈਕਟ ਫਾਰਮਿੰਗ ਦੀ ਗੱਲ ਕਰਦਾ ਜੀ ਇਹ ਕਾਨੂੰਨ। ਇਹ ਕਹਿੰਦਾ ਕੰਟਰੈਕਟ ਫਾਰਮਿੰਗ ਅਮਰੀਕਾ ਦੀ
ਜੇ ਮੈਂ ਤੁਹਾਨੂੰ ਦੱਸਿਆ ਕਿ ਸਰਮਾਏਦਾਰ ਆ ਅਮਰੀਕਾ ਦਾ ਕਿਸਾਨ ਵੱਡਾ ਹੈ, 450 ਕਿੱਲੇ ਐਵਰੇਜ ਲੈਂਡ ਹੋਲਡਿੰਗ ਹੈ। ਅਮਰੀਕਾ 'ਚ ਇੱਕ ਗੱਲ ਕਹੀ ਜਾਂਦੀ ਹੈ, ਗੈਟ ਬਿਗਰ ਔਰ ਗੈਟ ਆਊਟ, ਜਾਂ ਤਾਂ ਵੱਡੇ ਹੋ ਜਾਓ ਜਾਂ ਦਫਾ ਹੋ ਜਾਓ। ਤਾਂ ਇੱਥੇ ਕੰਟਰੈਕਟ ਫਾਰਮਿੰਗ ਦੇ ਥੱਲੇ ਕੀ ਕਰਨਗੇ, ਮੰਨ ਲਓ ਕਿਸਾਨਾਂ ਕੋਲ ਥੋੜੀ ਜ਼ਮੀਨ ਹੈ ਜੀ, ਇਹਨੂੰ ਸਾਰੇ ਨੂੰ ਇਕੱਠਾ ਕਰਕੇ ਇੱਕ ਬਣਾਤਾ, ਤਾਂ ਕੀ ਹੋ ਗਈ, ਜ਼ਮੀਨ ਵੱਡੀ ਹੋ ਗਈ, ਹੋ ਹੀ ਗਈ। ਤੇ ਇੱਥੇ ਕਿਸਾਨ ਕੀ ਕਰੂਗਾ ਫਿਰ, ਕਿਸਾਨ ਤਾਂ ਲੇਬਰ ਦਊਗਾ, ਇੱਥੇ ਲੇਬਰ ਬਣ ਜਾਊਗਾ ਕਿਸਾਨ। ਕੰਟਰੈਕਟ ਫਾਰਮਿੰਗ ਨਾਲ ਸਾਨੂੰ ਡਰ ਇਹ ਹੈ ਵੀ ਸਾਡੀਆਂ ਮੰਡੀਆਂ ਟੁੱਟ ਜਾਣਗੀਆਂ। ਕਿਉਂ? ਕਿਉਂਕਿ ਐਮਐਸਪੀ ਤਾਂ ਵਿਕਣਾ ਹੀ ਨਹੀਂ ਨਾ। ਕੰਟਰੈਕਟ ਤਾਂ ਇਹ ਹੁੰਦਾ, ਆ ਫਾਰਮਰ ਹੈ, ਆ ਕੰਪਨੀ ਹੈ, ਕੰਪਨੀ ਨੇ ਕਹਿਤਾ ਜੀ ਅਸੀਂ ਤੁਹਾਡੇ ਤੋਂ ਆਲੂ ਖਰੀਦਾਂਗੇ, ਤੁਸੀਂ ਆਲੂ ਉਗਾਓ। ਫਾਰਮਰ ਕਹੂਗਾ ਠੀਕ ਹੈ ਜੀ, ਰੇਟ ਪਹਿਲਾਂ ਹੀ ਤੈਅ ਹੋ ਜਾਣਾ, ਰੇਟ ਦਾ ਡਰ ਨਹੀਂ ਹੁੰਦਾ ਇਹ 'ਚ। ਪਰ ਇਹਦੇ 'ਚ ਮੇਨ ਡਰ ਹੈ ਕਿ ਕੰਟਰੈਕਟ ਫਾਰਮਿੰਗ ਦੇ ਵਿੱਚ ਵੀ ਮੰਨ ਲਓ ਕੰਪਨੀ ਦਾ ਤੇ ਕਿਸਾਨ ਦਾ ਡਿਸਪਿਊਟ ਹੋ ਗਿਆ, ਤਾਂ ਜਿਹੜਾ ਡਿਸਪਿਊਟ ਰੈਜ਼ੋਲੂਸ਼ਨ ਮੈਕੈਨਿਜ਼ਮ ਹੈ, DRM ਹੈ, ਉਹਦੇ 'ਚ ਕੀ ਕਿਹਾ ਗਿਆ ਵੀ ਜੇ ਕੋਈ ਪੰਗਾ ਪੈ ਜੇ ਨਾ, ਤੁਸੀਂ SDM ਕੋਲ ਚੱਲ ਜਾਓ। ਠੀਕ ਹੈ ਜੀ, SDM ਤੋਂ ਗੱਲ ਨਹੀਂ ਬਣੀ, ਫਿਰ ਤੁਸੀਂ ਕਲੈਕਟਰ ਕੋਲੇ ਚੱਲ ਜਾਓ। ਅੱਛਾ ਜੀ, ਕਲੈਕਟਰ ਕੋਲੇ ਤਾਂ ਹੱਲ ਹੋ ਹੀ ਜਾਊਗਾ, ਕੋਰਟ ਨਹੀਂ ਜਾ ਸਕਦੇ। ਕਿਉਂ ਕੋਰਟ ਕਿਉਂ ਨਹੀਂ ਜਾ ਸਕਦੇ ਜੀ? ਐਡੀਆਂ ਵੱਡੀਆਂ ਕੰਪਨੀਆਂ ਨੇ, ਬੇਅਰ, ਮਨਸੈਂਟੋ, ਰਿਲਾਇੰਸ ਵਰਗੀਆਂ, ਇਹਨਾਂ ਅੱਗੇ ਆਪਣਾ SDM ਤੇ ਕਲੈਕਟਰ ਕੀ ਚੀਜ਼ ਨੇ, ਕਿਹੜੇ ਬਾਗ ਦੀ ਮੂਲੀ ਨੇ ਉਹ? ਸਾਨੂੰ ਯਕੀਨ ਹੈ ਸਾਡੇ ਕੋਰਟਾਂ ਤੇ, ਸਾਡੇ ਮਾਨਯੋਗ ਹਾਈ ਕੋਰਟ ਹੋ ਗਏ, ਸੁਪਰੀਮ ਕੋਰਟ ਹੋ ਗਏ, ਉਹਨਾਂ ਕੋਲੇ ਸਾਨੂੰ ਜਾਣ ਤੋਂ ਕਿਉਂ ਰੋਕੀ ਜਾਂਦੇ ਤੁਸੀਂ? ਕਹਿੰਦੇ ਜੀ ਰੋਕਦੇ ਤਾਂ ਆ, ਕਿਸਾਨ ਗਰੀਬ ਹੈ, ਮਾੜਾ ਹੈ, ਤਾਂ ਕਿਸਾਨ ਕੋਰਟਾਂ 'ਚ ਵੱਡੀਆਂ ਕੰਪਨੀਆਂ ਦੇ ਖਿਲਾਫ ਨਹੀਂ ਲੜ ਸਕਦਾ। ਉਹ ਤਾਂ ਸਾਨੂੰ ਵੀ ਪਤਾ ਜੀ ਅਸੀਂ ਨਹੀਂ ਲੜ ਸਕਦੇ। ਅਮਰੀਕਾ ਦੇ ਕਿਸਾਨ ਮਨਸੈਂਟੋ ਖਿਲਾਫ ਅਮਰੀਕਾ 'ਚ ਨਹੀਂ ਲੜ ਪਾਏ, ਤਾਂ ਅਸੀਂ ਹਰਿਆਣੇ, ਪੰਜਾਬ 'ਚ, ਇੰਡੀਆ 'ਚ ਕਿੱਥੋਂ ਲੜ ਲਾਂਗੇ ਇਹਨਾਂ ਕੰਪਨੀਆਂ ਦੇ ਖਿਲਾਫ? ਤਾਂ ਗੱਲ ਇਹ ਹੈ ਜੀ, ਇਹਨਾਂ ਦੀ ਲੋੜ ਕੀ ਸੀ? ਇਹ ਉੱਤੋਂ ਕਿਉਂ ਫੋਰਸ ਕੀਤੇ ਗਏ? ਆਹ ਜਿੰਨੇ ਕਾਨੂੰਨ ਨੇ, ਆਹ ਛੱਡ ਦਿਓ, ਆਹ ਛੱਡ ਦਿਓ, ਆਹ ਜਿੰਨੇ ਕਾਨੂੰਨ ਨੇ, ਇਹ ਸਾਰੇ ਸਟੇਟ ਗੌਰਮੈਂਟਾਂ ਨੇ ਬਣਾਏ ਸੀ। ਇਹ ਸੈਂਟਰ ਨੇ ਬਣਾ ਕੇ ਉੱਤੋਂ ਕਿਉਂ ਭੇਜਤਾ? ਹਵਾ 'ਚੋਂ ਹੀ ਸਿੱਧਾ ਸ਼ਕਤੀਮਾਨ ਵਾਂਗੂ ਆਇਆ ਉੱਡ ਕੇ। ਫਿਰ ਇੱਕ ਅਸੈਂਸ਼ੀਅਲ ਕਮੋਡਿਟੀ ਐਕਟ ਹੈ ਜੀ। ਅਸੈਂਸ਼ੀਅਲ ਕਮੋਡਿਟੀ ਐਕਟ ਉਹੀ ਜਿਹੜਾ ਪਹਿਲੀ ਅਮੈਂਡਮੈਂਟ, ਤੀਜੀ ਅਮੈਂਡਮੈਂਟ ਤੋਂ ਬਾਅਦ 1995 'ਚ ਬਣਾਇਆ ਗਿਆ। ਇਹਦੇ 'ਚ ਕੀ ਹੈ ਜੀ ਕਿ ਮੰਨ ਲਓ ਅਸੈਂਸ਼ੀਅਲ ਮਤਲਬ ਜਿਹੜੀਆਂ ਜ਼ਰੂਰੀ ਚੀਜ਼ਾਂ ਨੇ, ਚੌਲ ਹੋ ਗਏ, ਕਣਕ ਹੋ ਗਈ, ਗੰਢੇ ਹੋ ਗਏ, ਸਬਜ਼ੀਆਂ ਹੋ ਗਈਆਂ, ਉਹਨਾਂ ਨੂੰ ਕੋਈ ਜਮ੍ਹਾਂ ਨਹੀਂ ਕਰੂਗਾ ਜੀ। ਮਤਲਬ ਅੱਜ ਇੱਕ ਕੰਪਨੀ ਆਵੇ, 2000 ਕਿੱਲੇ 'ਚ ਫਾਰਮ ਬਣਾਵੇ, ਸਾਰਾ ਕੁਝ ਸਟਾਕ ਕਰਕੇ ਰੱਖ ਲੇ, ਫਿਰ ਉਹ ਕੀ, ਉਹ ਮਾਰਕੀਟ ਨੂੰ ਮੈਨੂਪੂਲੇਟ ਕਰਨਗੇ, ਆਪਦੇ ਹਿਸਾਬ ਨਾਲ ਮਾਰਕੀਟ ਨੂੰ ਚਲਾਉਣਗੇ। ਆਪਦੇ ਹਿਸਾਬ ਨਾਲ ਕਿਵੇਂ ਚਲਾਉਣਗੇ? ਜਦੋਂ ਉਹਨਾਂ ਨੇ ਡਿਮਾਂਡ ਰੋਕਤੀ ਆਰਟੀਫਿਸ਼ੀਅਲ ਤਰੀਕੇ, ਸਪਲਾਈ ਰੋਕਤੀ ਆਰਟੀਫਿਸ਼ੀਅਲ ਤਰੀਕੇ ਨਾਲ, ਤਾਂ ਡਿਮਾਂਡ ਵਧੂਗੀ, ਡਿਮਾਂਡ ਵਧੂਗੀ, ਰੇਟ ਵਧਣਗੇ, ਤਾਂ ਜਿਹੜਾ ਆਪਣਾ ਆਲੂ ਕੋਈ 10 ਰੁਪਏ ਕਿਲੋ ਨਹੀਂ ਚੱਕਦਾ, ਇਹਨਾਂ ਦੀਆਂ ਮਿੰਨਤਾਂ ਕਰਕੇ 50 ਰੁਪਏ ਕਿਲੋ ਲੈਣਾ ਪਊਗਾ ਇਹਨਾਂ ਕੰਪਨੀਆਂ ਦੀ। 3 ਕਾਨੂੰਨ ਜੀ। ਪਹਿਲਾ ਕਾਨੂੰਨ ਕੀ ਕਹਿੰਦਾ? ਪਹਿਲਾ ਕਾਨੂੰਨ ਸਾਨੂੰ ਇਹ ਡਰ ਹੈ ਜੀ ਕਿ ਸਾਡੀਆਂ APMCਆਂ ਨੂੰ ਖਾ ਜੂਗਾ। ਦੂਜੇ ਕਾਨੂੰਨ 'ਚ ਸਾਨੂੰ ਇਹ ਡਰ ਹੈ ਜੀ ਜਦੋਂ ਤੁਸੀਂ ਕੰਟਰੈਕਟ ਫਾਰਮਿੰਗ ਲਿਆਓਗੇ ਤਾਂ ਛੋਟਾ ਕਿਸਾਨ ਜਾਊਗਾ ਕਿੱਥੇ ਜੇ ਡਿਸਪਿਊਟ ਹੋ ਜਾਂਦਾ? ਕੋਰਟ ਜਾਣ ਦਾ ਤੁਸੀਂ ਰਾਹ ਨਹੀਂ ਦਿੱਤਾ। ਜੇ ਕੋਰਟ ਚੱਲ ਵੀ ਗਿਆ ਤਾਂ ਉਹ ਏਡੇ ਵੱਡੇ ਸਰਮਾਏਦਾਰ ਮਲਟੀਨੈਸ਼ਨਲ ਕੰਪਨੀਜ਼ ਵਿਚ ਆਰ ਡੀਲਿੰਗ ਇਨ ਬਿਲੀਅਨਸ, ਉਹਨਾਂ ਨਾਲ ਲੜੂਗਾ ਕਿਵੇਂ? ਇਹਨਾਂ ਦੇ ਹੱਕ 'ਚ ਤਾਂ ਉੱਥੇ ਕੋਰਟ 'ਚ ਆ ਕੇ ਖੜ ਜੂਗਾ ਹਰੀਸ਼ ਸਾਲਵੇ, ਸਾਡੇ ਵੱਲ ਕੌਣ ਜਾਊਗਾ? ਤੇ ਐਸੈਂਸ਼ੀਅਲ ਕਮੋਡਿਟੀ ਐਕਟ ਜਿਹਦੀ ਮਾਰ ਇੱਕ ਆਮ ਬੰਦੇ ਨੂੰ ਪੈਣੀ ਹੈ, ਜਿਹੜਾ ਕਿਸਾਨ ਨਹੀਂ ਵੀ ਹੈਗਾ, ਜਦੋਂ ਜਮਾਖੋਰੀ ਹੋਣ ਲੱਗ ਗਈ ਤਾਂ ਉਦੋਂ ਆਪਾਂ ਕਿੱਥੇ ਜਾਵਾਂਗੇ? ਫਿਰ ਆਇਆ ਜੀ ਇੱਕ NFSA। ਅੱਛਾ, ਇਹਦੇ 'ਚ ਫਿਰ ਇਹ ਕਹਿਣਗੇ ਜੀ ਐਕਸੈਪਸ਼ਨਸ ਦਿੱਤੀਆਂ ਗਈਆਂ ਨੇ, ਜਿਵੇਂ ਮੰਨ ਲਓ ਜੰਗ ਦੇ ਮੌਕੇ 'ਚ ਇਕੱਠਾ ਨਹੀਂ ਕਰ ਸਕਦੇ, ਕੋਈ ਆਪਦਾ ਆ ਗਈ ਉਦੋਂ ਇਕੱਠਾ ਨਹੀਂ ਕਰ ਸਕਦੇ। ਪਰ ਇਹਦੇ 'ਚ 2 ਰਾਹ ਵੀ ਦਿੱਤੇ ਆ ਜੀ। 2 ਰਾਹ ਕਿਹੜੇ ਦਿੱਤੇ? ਮੰਨ ਲਓ ਇੱਕ ਕੰਪਨੀ ਦਾ ਕੋਲਡ ਸਟੋਰ ਹੈ, ਉਹਦੀ ਕੋਲਡ ਸਟੋਰ ਦੀ ਜਿੰਨੀ ਕਪੈਸਿਟੀ ਹੈ, ਮੰਨ ਲਓ ਉਹਦੀ ਕਪੈਸਿਟੀ 10,000 ਟਨ ਦੀ ਹੈ, 10,000 ਟਨ ਦੀ ਉਹਦੀ ਕਪੈਸਿਟੀ ਹੈ, ਤਾਂ ਉਹਨਾਂ ਰੱਖਣ ਤੋਂ ਉਹਨੂੰ ਨਹੀਂ ਰੋਕ ਸਕਦੇ। ਇਹ ਕਾਨੂੰਨ 'ਚ ਲਿਖਿਆ ਹੋਇਆ ਹੈ ਕਿ ਜਿੰਨੀ ਉਹਦੀ ਇਨਬਿਲਡ ਕਪੈਸਿਟੀ ਹੈ ਉਹਨਾਂ ਤਾਂ ਉਹ ਰੱਖ ਸਕਦਾ। ਤੇ ਦੂਜਾ, ਜੇ ਉਹ ਕੰਪਨੀ ਨੂੰ ਐਕਸਪੋਰਟ ਦਾ ਆਰਡਰ ਆਇਆ ਹੋਇਆ ਬਾਹਰੋਂ, ਪਹਿਲਾਂ ਹੀ ਆਰਡਰ ਆਇਆ ਹੋਇਆ, ਤਾਂ ਵੀ ਉਹ ਰੱਖ ਸਕਦਾ। ਮੰਨ ਲਓ ਰਿਲਾਇੰਸ ਹੈ, ਦੇਸ਼ ਦੇ ਵਿੱਚ ਕੋਈ ਆਪਦਾ ਆ ਗਈ, ਸਰਕਾਰ ਨੇ ਕਿਹਾ ਜੀ ਲਿਆਓ ਜੀ ਸਾਨੂੰ ਦਿਓ ਸਾਰਾ ਕੁਝ, ਆਪਦਾ ਆ ਗਈ, ਤੇ ਉਹ ਆਪਦੇ ਹੀ ਕਿਸੇ ਭਰਾ ਨੂੰ ਕੈਨੇਡਾ ਅਮਰੀਕਾ ਕਹਿ ਦੇਣਗੇ ਯਾਰ ਤੂੰ ਆਰਡਰ ਭੇਜ ਦੇ, ਮੇਰਾ ਤੂੰ ਵੀ ਮਿੱਟੀ ਦੇ ਮੁੱਲ ਜਾਣਾ, ਤੂੰ ਲੈ ਜਾ ਅੱਧੇ ਰੇਟ 'ਚ, ਤੇ ਉਹ ਤਾਂ ਮੈਨੀਪੂਲੇਟ ਕਰ ਲੈਣਗੇ ਇਹਨੂੰ, ਆਪਦੀ ਮਰਜ਼ੀ ਨਾਲ ਬਾਹਰੋਂ ਆਰਡਰ ਮੰਗਾ ਲੈਣਗੇ।
ਕੰਟਰੈਕਟ ਫਾਰਮਿੰਗ 'ਚ ਆਪਾਂ ਦੇਖ ਲਿਆ, APMCs 'ਚ ਆਪਾਂ ਦੇਖ ਲਿਆ। ਹੁਣ ਇੱਕ ਬਣਿਆ ਸੀ ਜੀ ਨੈਸ਼ਨਲ ਫੂਡ ਸਿਕਿਉਰਿਟੀ ਐਕਟ। ਇਸ ਐਕਟ ਦੇ ਥੱਲੇ ਹੈ ਕੀ ਜੀ? ਇਹ ਐਕਟ ਦੇ ਥੱਲੇ ਇਹ ਹੈ ਜੀ ਕਿ ਦੇਸ਼ ਦੀ 80 ਕਰੋੜ ਆਬਾਦੀ ਇਹਦੇ ਥੱਲੇ ਕਵਰ ਹੁੰਦੀ ਹੈ। ਦੇਸ਼ ਦੀ 80 ਕਰੋੜ ਆਬਾਦੀ ਕਿ ਜਿਨ੍ਹਾਂ ਨੂੰ ਫੂਡ ਨਹੀਂ ਮਿਲਦਾ, ਜਿਹੜੇ ਗਰੀਬ ਨੇ, ਉਹ ਕਹਿੰਦਾ ਨੈਸ਼ਨਲ ਫੂਡ ਸਿਕਿਉਰਿਟੀ ਹੈ, ਨੈਸ਼ਨਲ ਫੂਡ ਸਿਕਿਉਰਿਟੀ ਐਕਟ ਹੈ ਵੀ ਸਰਕਾਰ ਕਹਿੰਦੇ ਅਸੀਂ ਸਿਕਿਉਰਿਟੀ ਦਿੰਦੇ ਹਾਂ ਵੀ ਤੁਹਾਨੂੰ ਖਾਣ ਨੂੰ ਮਿਲੂਗਾ ਹੀ ਮਿਲੂਗਾ ਇਸ ਕਾਨੂੰਨ ਦੇ ਥੱਲੇ। ਇਸ ਕਾਨੂੰਨ ਦੇ ਥੱਲੇ ਜੀ ਬਾਅਦ 'ਚ ਇੱਕ ਹੋਰ ਚੀਜ਼ ਲਾਗੂ ਕੀਤੀ ਗਈ, ਅੰਤੋਦਿਆ ਯੋਜਨਾ। ਇਹ PDS ਦਾ ਹੀ ਸਿਸਟਮ ਹੈ ਸਾਰਾ। ਜੇ PDS ਇੱਥੇ ਨਾ ਹੁੰਦਾ ਤਾਂ ਤੁਸੀਂ ਆਹ ਕਾਨੂੰਨ ਬਣਾਉਂਦੇ ਕਿਵੇਂ? ਜੇ ਇੱਥੇ MSP ਨਾ ਹੁੰਦੀ ਤੁਸੀਂ ਲੋਕਾਂ ਨੂੰ ਸਸਤਾ ਦਿੰਦੇ ਕਿਵੇਂ? ਜੇ FCI ਖਰੀਦਦੀ ਨਾ ਤਾਂ ਲੋਕਾਂ ਨੂੰ ਸਸਤਾ ਦਿੰਦੇ ਕਿਵੇਂ? ਇਹਦੇ ਵਾਸਤੇ ਜੀ ਇਹ ਜਿਹੜਾ ਧਰਨਾ ਚੱਲੀ ਜਾਂਦਾ ਹੈ ਇਹ ਸਿਰਫ ਕਿਸਾਨਾਂ ਦਾ ਨਹੀਂ ਗਾ। ਜੇ MSP ਟੁੱਟ ਗਈ FCI ਟੁੱਟ ਜੂਗੀ, FCI ਟੁੱਟ ਗਈ ਬਫਰ ਸਟਾਕ ਟੁੱਟ ਜਾਣਗੇ, ਬਫਰ ਸਟਾਕ ਟੁੱਟ ਗਏ ਤਾਂ PDS ਖਤਮ ਹੋ ਜਾਊਗਾ, PDS ਖਤਮ ਹੋ ਗਿਆ ਤਾਂ ਗਰੀਬ ਬੰਦੇ ਨੂੰ ਮਿਲਣਾ ਕੁਛ ਨਹੀਂ। ਇਹ ਸਾਰੀ ਗੇਮ ਨੂੰ ਸਮਝੋ। ਇਸ ਕਰਕੇ ਮੈਂ ਇੰਨਾ ਟਾਈਮ ਲਾਇਆ। ਆ ਕਾਨੂੰਨ ਤਾਂ 5 ਮਿੰਟਾਂ 'ਚ ਦੱਸੇ ਜਾ ਸਕਦੇ ਸੀ। ਇਹਦੇ ਵਾਸਤੇ ਇੰਨੀ ਭੂਮਿਕਾ ਬਣਾਉਣ ਦੀ ਕੀ ਲੋੜ ਸੀ? ਮੇਰਾ ਕੋਸ਼ਿਸ਼ ਸੀ ਵੀ ਤੁਹਾਨੂੰ ਇੰਟਰਨੈਸ਼ਨਲ ਵਿਊ ਪਤਾ ਹੋਵੇ, WTO ਕੀ ਕਹਿੰਦਾ, ਮਨਸੈਂਟੋ ਬੇਅਰ ਕੀ ਕਰਦੀਆਂ ਨੇ, ਉਸ ਤੋਂ ਬਾਅਦ ਤੁਹਾਨੂੰ ਨੈਸ਼ਨਲ ਵਿਊ ਪਤਾ ਹੋਵੇ, ਉਸ ਤੋਂ ਬਾਅਦ ਤੁਹਾਨੂੰ ਪੰਜਾਬ ਦਾ ਵਿਊ ਪਤਾ ਹੋਵੇ। ਹੁਣ ਮੰਨ ਲਓ ਜੀ, ਇੱਕ ਗੱਲ ਫਰਜ਼ ਕਰੋ ਕਿ ਕਿਸਾਨ ਦਾ ਇੱਥੇ ਜੇ ਮੰਨ ਲਓ ਨਹੀਂ ਮੰਨਦਾ, ਮੰਨ ਲਓ ਇੱਕ ਗੱਲ ਵੀ ਕਾਨੂੰਨ ਮੰਨ ਲਿਆ ਜੀ ਚੰਗੇ ਆ, ਪਰ ਕਿਸਾਨ ਦਾ ਮਨ ਨਹੀਂ ਮੰਨਦਾ ਪਿਆ, ਤਾਂ ਧੱਕੇ ਨਾਲ ਕਿਉਂ ਦੇਣੇ? ਇਹ ਕਾਨੂੰਨ ਹੋਰ ਕਿਸੇ ਰਾਹ ਨਾਲ ਨਹੀਂ ਸੀ ਲਿਆਂਦੇ ਜਾ ਸਕਦੇ ਸੀ ਜੀ। ਪਹਿਲੀ ਗੱਲ, ਜਦੋਂ ਇਹ ਕਾਨੂੰਨ ਆਏ ਇਹਨਾਂ ਨੂੰ ਪਾਰਲੀਮੈਂਟ ਦੇ ਬਿਨਾਂ ਪ੍ਰੈਜ਼ੀਡੈਂਟ ਦੇ ਆਰਡੀਨੈਂਸ ਨਾਲ ਲਿਆਂਦਾ ਗਿਆ, ਨਹੀਂ ਲਿਆਉਣਾ ਚਾਹੀਦਾ ਸੀ। ਉਹ ਤੋਂ ਫੋਰਸ ਹੋ ਜਾਂਦੀ ਹੈ, ਫਿਰ ਲੋਕਾਂ ਦੀ ਰਾਏ ਨਹੀਂ ਰਹਿ ਜਾਂਦੀ। ਦੂਜੀ ਗੱਲ, ਸਾਡੇ ਸੰਗਠਨਾਂ ਨੂੰ ਵਿੱਚ ਬਿਠਾਇਆ ਜਾ ਸਕਦਾ ਸੀ, ਸਾਡੀ ਰਿਪਰੈਜ਼ੈਂਟੇਸ਼ਨ ਹੋ ਜਾਂਦੀ। ਤੀਜੀ ਗੱਲ, ਸਰਕਾਰ ਹੋਰ ਚੀਜ਼ਾਂ ਤੇ ਇੰਨਾ ਪ੍ਰਚਾਰ ਤੇ ਪੈਸਾ ਲਾਉਂਦੀ ਹੈ। ਉਰੀ ਵਰਗੀਆਂ ਫਿਲਮਾਂ ਬਣਾਤੀਆਂ ਉਹਨਾਂ ਡਾਇਰੈਕਟਰਾਂ ਨੇ ਜਿਹੜੇ ਸਰਕਾਰ ਦੇ ਹੱਕ 'ਚ ਭੁਗਤਦੇ ਆ। ਲੋਕਾਂ ਨਾਲ ਡਿਸਕਸ ਕਰ ਲੈਂਦੇ, ਪ੍ਰਚਾਰ ਕਰਕੇ ਲੋਕਾਂ ਨੂੰ ਦੱਸਦੇ ਵੀ ਕਾਨੂੰਨ ਕੀ ਨੇ, ਜੇ ਲੋਕ ਮੰਨਦੇ ਤਾਂ ਲਾਗੂ ਕਰ ਲੈਂਦੇ। ਚੌਥੀ ਗੱਲ ਜੀ, ਇੰਨੀ ਕਾਹਲੀ ਕੀ ਸੀ? ਲੋਕ ਸਭਾ ਤੋਂ ਰਾਜ ਸਭਾ ਤੋਂ ਮਾਰਿਆ ਬਿੱਲ ਚੱਕ ਕੇ। ਇਹ ਪ੍ਰੋਸੀਜਰ ਨਹੀਂ ਸਹੀ ਸੀ। ਪਾਰਲੀਮੈਂਟਰੀ ਜਿਹੜੇ ਆਪਣਾ ਟ੍ਰੈਡੀਸ਼ਨ ਹੈ ਉਹ ਟੁੱਟਦਾ ਇਹਦੇ ਨਾਲ। ਜਿਵੇਂ ਡਾਕਟਰ ਫੈਜ਼ਾਨ ਮੁਸਤਫਾ ਕਹਿੰਦੇ ਨੇ, ਜਿਹੜਾ ਕਿੰਨੇ ਸਾਲਾਂ ਦਾ ਟ੍ਰੈਡੀਸ਼ਨ ਬਣਿਆ ਉਹਨੂੰ ਫੋਲੋ ਕਰਨਾ ਚਾਹੀਦਾ। ਆਹ ਸਾਰੀਆਂ ਗੱਲਾਂ ਮੈਨੂੰ ਲੱਗਦਾ ਸ਼ਾਇਦ ਹੁਣ ਤੁਹਾਨੂੰ ਸਮਝ 'ਚ ਆਈਆਂ ਹੋਣਗੀਆਂ। ਡਾਕਟਰ ਅਸ਼ੋਕ ਗੁਲਾਟੀ ਨੂੰ ਪੜ੍ਹੋਗੇ, ਰੰਜਨਾ ਰੋਏ ਨੂੰ ਪੜ੍ਹੋਗੇ, ਕੁਛ ਹੋਰ ਕਹਿੰਦੇ ਨੇ, ਟੋਟਲੀ ਗਵਰਨਮੈਂਟ ਦੇ ਫੇਵਰ 'ਚ। ਡਾਕਟਰ ਫੈਜ਼ਾਨ ਮੁਸਤਫਾ ਨੂੰ ਪੜ੍ਹੋਗੇ, ਦਵਿੰਦਰ ਸ਼ਰਮਾ ਜੀ ਨੂੰ ਪੜ੍ਹੋਗੇ, ਕਿਸਾਨਾਂ ਦੇ ਹੱਕ 'ਚ ਬੋਲਣਗੇ। ਤੇ ਥੋੜ੍ਹੇ ਜਿਹੇ ਸੈਂਟਰ ਵਾਲੇ ਵੀ ਹੈਗੇ ਨੇ ਜਿਹੜੇ ਵਿਚਾਲੇ ਦੀ ਗੱਲ ਵੀ ਕਰਦੇ ਨੇ। ਇਹ ਮੁੱਦਾ ਕੀ ਹੈ ਜੀ? ਇੱਥੋਂ ਲੈ ਕੇ ਇੱਥੋਂ ਤੱਕ ਗੱਲ ਕਰਕੇ ਆਪਾਂ ਨੂੰ ਇਹ ਪਤਾ ਲੱਗਦਾ ਹੈ ਕਿ ਇਕੱਲਾ ਭਾਰਤ ਨਹੀਂ, ਇਹ ਦੁਨੀਆ ਤੇ ਹੀ ਖੇਤੀ ਦੇ ਕਬਜ਼ੇ ਦੀ ਗੱਲ ਚੱਲੀ ਜਾਂਦੀ ਹੈ। ਅਮਰੀਕਾ ਕੈਨੇਡਾ 'ਚ ਹੋ ਹੀ ਗਿਆ, ਕਸਰ ਕੀ ਰਹਿ ਗਈ? ਜਦੋਂ ਇੱਕ ਕੰਪਨੀ ਦੇ ਕੰਟਰੋਲ ਦੇ ਵਿੱਚ ਉੱਥੋਂ ਦੇ 92% ਤੇ 85% ਬੀ ਆ ਜਾਣ। ਗੈਟ ਬਿਗਰ ਔਰ ਗੈਟ ਆਊਟ। ਦੇਖੋ ਜੀ, ਇੰਡੀਆ 'ਚ ਇੱਕ ਗੱਲ ਕਹੀ ਗਈ ਸੀ ਕਿ ਇੰਡੀਆ ਨੀਡਸ ਡਿਵੈਲਪਮੈਂਟ ਮੈਨੂਫੈਕਚਰਿੰਗ ਨਾਟ ਫॉर ਦੀ ਮਾਸਿਸ ਬਟ ਬਾਏ ਦੀ ਮਾਸਿਸ। ਇੱਥੇ ਜਿਹੜੀ ਤੁਸੀਂ ਮੈਨੂਫੈਕਚਰਿੰਗ ਕਰਨਾ ਚਾਹੁੰਦੇ ਹੋ, ਕੁਝ ਹੋਰ ਕਰਨਾ ਚਾਹੁੰਦੇ ਹੋ, ਉਹ ਲੋਕਾਂ ਲਈ ਨਾ ਕਰੋ, ਲੋਕਾਂ ਦੇ ਦੁਆਰਾ ਕਰੋ। ਜੇ ਆ ਖੇਤੀ 'ਚੋਂ ਤੁਸੀਂ ਦੇਸ਼ ਦੀ 50% ਆਬਾਦੀ ਕੱਢਤੀ, ਇੱਕ ਰਫ ਫਿਗਰ ਕਿੰਨਾ ਹੋਊਗਾ ਜੀ? 60 ਕਰੋੜ ਬੰਦਾ। ਉਹ 60 ਕਰੋੜ ਬੰਦੇ ਨੂੰ ਅਕੋਮੋਡੇਟ ਕਿੱਥੇ ਕਰੋਗੇ? ਕਿਹੜੀ ਤੁਸੀਂ ਉਹਨਾਂ ਨੂੰ ਨੌਕਰੀ ਦਿਓਗੇ ਜਿੱਥੇ ਉਹ 60 ਕਰੋੜ? ਹੁਣ 60 ਕਰੋੜ ਬੰਦਾ ਸੈਲਫ ਡਿਪੈਂਡੈਂਟ ਤਾਂ ਹੈ ਖੇਤੀ ਤੇ ਉਹ ਸੈਲਫ ਡਿਪੈਂਡੈਂਟ ਵੀ ਬਹੁਤ ਮਾੜੇ ਹਾਲ 'ਚ ਹੈ ਜੀ। ਉਹਦੀ ਹੈਲਪ ਦੀ ਲੋੜ ਹੈ ਇਸ ਵਕਤ ਫਾਰਮਰ ਦੀ। 20,000 ਰੁਪਏ ਸਾਲਾਨਾ ਇਨਕਮ ਹੁੰਦੀ ਕੀ ਹੈ? ਇਸ ਕਰਕੇ ਸਰਕਾਰ ਨੂੰ ਆਪਦੇ ਲੋਕਾਂ ਦੇ ਹੱਕ 'ਚ ਭੁਗਤਣਾ ਚਾਹੀਦਾ। ਭਾਰਤ ਦੀ ਸਰਕਾਰ ਨੂੰ WTO ਦੇ ਅੱਗੇ ਝੁਕਣ ਦੀ ਕੋਈ ਲੋੜ ਨਹੀਂ, ਇਹਨਾਂ ਨਾਲ ਵੱਡ ਹੋਣ ਦੀ ਵੀ ਲੋੜ ਨਹੀਂ ਵੀ ਦੁਨੀਆ ਨਾਲੋਂ ਕੱਟ ਕੇ ਅਸੀਂ ਨਹੀਂ ਰਹਿ ਸਕਦੇ। ਪਰ ਝੁਕਣਾ ਕਿਉਂ? ਉਹ ਵੀ ਆਪਦੇ ਲੋਕਾਂ ਦੇ ਖਿਲਾਫ, ਆਪਦੇ ਲੋਕਾਂ ਦੇ ਹੱਕ 'ਚ ਹੋਵੇ ਗੱਲ ਤਾਂ ਪੈਰੀ ਵੀ ਪੈ ਜਾਓ, ਕੀ ਚੱਕਰ ਹੈ? ਲੋਕਾਂ ਦਾ ਤਾਂ ਫਾਇਦਾ ਹੋ ਹੀ ਜਾਂਦਾ ਨਾ। ਅੱਛਾ ਜੀ, ਤੇ PDS ਤੇ ਵੀ ਨਾ ਬੁੱਧੀਜੀਵੀਆਂ ਦੇ ਅੱਜ ਕੱਲ੍ਹ ਬਿਆਨ ਆਉਣ ਲੱਗੇ। ਕੋਈ ਕਹਿੰਦਾ ਜੀ PDS ਤੋੜ ਦਿਓ, ਕੈਸ਼ ਟਰਾਂਸਫਰ ਕਰ ਦਿਓ ਸਿੱਧਾ ਉਹਨਾਂ ਦੇ ਖਾਤੇ 'ਚ।
अच्छा एक वाइफ है, हसबैंड है, बच्चे है। हसबैंड दारू पींदा, 2000 ਉਹਦੇ ਖਾਤੇ 'ਚ ਆਇਆ, ਉਹ ਜਾ ਕੇ दारू ਪੀ ਆਇਆ ਤੇ ਜਵਾਕ ਭੁੱਖੇ ਮਾਰ ਦੀਏ। ਪੀਡੀਐਸ ਦੇ ਵਿੱਚ ਘੱਟ ਤੋਂ ਘੱਟ ਪਰਿਵਾਰ ਨੂੰ ਅੰਨ ਤਾਂ ਮਿਲਦਾ ਹੈ। ਜਦੋਂ ਜਿਹੜਾ दारू ਪੀਣ ਵਾਲਾ ਅੰਨ ਲੈਣ ਵੀ ਜਾਊਗਾ ਤਾਂ ਜਿਹੜੇ ਪੀਡੀਐਸ ਹੁੰਦੇ ਨੇ ਉਹ ਲੋਕਲ ਏਰੀਏ 'ਚ ਹੁੰਦੇ ਆ, ਉਹਨਾਂ ਨੂੰ ਪਤਾ ਹੁੰਦਾ ਕਿਹੜਾ ਬੰਦਾ ਕਿਹੋ ਜਿਹਾ, ਉਹਨੂੰ ਪਤਾ ਹੁੰਦਾ ਵੀ ਜਵਾਕ ਭੁੱਖੇ ਮਰਨਗੇ। ਪਿੰਡ ਦੀ ਪੰਚਾਇਤ ਉਹਨੂੰ ਜਾ ਕੇ ਕਹਿ ਦੂਗੀ ਕੱਲ ਨੂੰ ਉਹ ਵੀ ਇਹਨੂੰ ਨਾ ਦੇਈਂ ਬਾਈ, ਇਹ दारू ਚੜਾ ਦਿੰਦਾ ਪੈਸੇ, ਤੂੰ ਪਰਿਵਾਰ ਨੂੰ ਦਿਆ ਕਰ ਅੰਨ। ਤੇ ਅੱਛਾ ਤੇ ਡਾਇਰੈਕਟ ਟ੍ਰਾਂਸਫਰ 'ਚ ਕੀ ਕਰੋਗੇ? ਕੋਈ ਕਹੀ ਜਾਂਦਾ ਜੀ ਕੂਪਨ ਦੇ ਦਿਓ, ਕੂਪਨ ਨਾਲ ਪੀਡੀਐਸ ਲੋਕੀ ਜਿੱਥੋਂ ਜੀ ਕਰੇ ਲੈ ਲਿਆ ਕਰਨਗੇ, ਪੀਡੀਐਸ ਦੀ ਕੁਆਲਿਟੀ ਨਹੀਂ ਵਧੀਆ। ਅੱਛਾ ਉਹ ਕੂਪਨਾਂ 'ਚ ਫਿਰ ਹੇਰਾਫੇਰੀ ਹੋਣ ਲੱਗ ਜੂਗੀ। ਜੇ ਕੁਆਲਿਟੀ 'ਚ ਹੇਰਾਫੇਰੀ ਹੋ ਸਕਦੀ ਤਾਂ ਕੂਪਨ 'ਚ ਨਹੀਂ ਹੋ ਸਕਦੀ। ਇੱਥੇ ਸੁਪਰੀਮ ਕੋਰਟ ਨੇ ਇੱਕ ਵਧਵਾ ਕਮੇਟੀ ਬਣਾਈ ਸੀ, ਉਹ ਕਮੇਟੀ ਦੀਆਂ ਬਹੁਤ ਵਧੀਆ ਰეკਮੈਂਡੇਸ਼ਨ ਸੀ। ਉਹ ਕਮੇਟੀ ਕਹਿੰਦੀ ਜੀ ਚੋਰੀ ਰੋਕਣੀ ਹੈ ਤਾਂ ਕੰਪਿਊਟਰਾਈਜ਼ਡ ਕਰ ਦਿਓ ਸਾਰਾ ਕੁਝ, ਆਧਾਰ ਕਾਰਡ ਨਾਲ ਅਟੈਚ ਕਰ ਦਿਓ, ਸਮਾਰਟ ਰਾਸ਼ਨ ਕਾਰਡ ਦੇ ਦਿਓ ਲੋਕਾਂ ਨੂੰ, ਇੱਕ ਨੰਬਰ ਇਸ਼ੂ ਕਰ ਦਿਓ, ਪੀਡੀਐਸ ਦੇ ਟਰੱਕਾਂ ਤੇ ਜੀਪੀਐਸ ਲਾ ਦਿਓ। ਜਿਹੜਾ 20 ਲੱਖ ਦਾ ਟਰੱਕ ਲੈ ਸਕਦਾ 5000 ਦਾ ਜੀਪੀਐਸ ਨਹੀਂ ਲਵਾ ਸਕਦਾ। ਜੇ ਜ਼ਿਆਦੀ ਗੱਲ ਹੈ ਤਾਂ ਸਬਸਿਡੀ ਦੇ ਦੇ ਗਵਰਨਮੈਂਟ, ਕੀ ਦਿੱਕਤ ਹੈ? ਪੀਡੀਐਸ ਦੀ ਲੀਕੇਜ ਦਾ ਤਾਂ ਇੰਨਾ ਬੁਰਾ ਹਾਲ ਹੈ ਜੀ। ਐਫਸੀਆਈ ਦੇ ਵਿੱਚ ਪਲੈਨਿੰਗ ਕਮਿਸ਼ਨ ਨੇ ਕਿਹਾ ਸੀ ਕਿ 30% ਤਾਂ ਮਾਲ ਇੱਧਰੋਂ ਉੱਧਰ ਹੀ ਕਰ ਦਿੰਦੇ ਆ। ਇਹਨਾਂ ਚੀਜ਼ਾਂ ਨੂੰ ਆਪਾਂ ਜਿਹੜੀਆਂ ਕਮੀਆਂ ਨੇ ਉਹ ਸੁਧਾਰੀਏ। ਜਿਹੜਾ ਆਪਣਾ ਵੈਲ ਸੈਟਲ ਢਾਂਚਾ ਹੈ, ਜਿਹੜੀਆਂ ਐਮਐਸਪੀਜ਼ ਆਪਣੀਆਂ ਸਹੀ ਮੰਡੀਆਂ ਚੱਲੀ ਜਾਂਦੀਆਂ ਨੇ, ਉਹਨਾਂ ਨੂੰ ਨਾ ਤੋੜੀਏ। ਉਹ ਸਾਰੀਆਂ ਕਿਤੇ ਨਾ ਕਿਤੇ ਜੇ ਆਪਾਂ ਇੰਡੀਆ ਨਾਲ ਕੰਪੇਅਰ ਕਰੀਏ ਤਾਂ ਕਿਸਾਨ ਦੇ ਹੱਕ 'ਚ ਹੀ ਭੁਗਤੀ ਜਾਂਦੀਆਂ ਨੇ। ਕਿਸਾਨ ਨੂੰ ਪ੍ਰਾਈਵੇਟ ਬੰਦਿਆਂ ਦੇ ਅੱਗੇ ਨਾ ਸੁੱਟੋ। ਹਜੇ ਭਾਰਤ ਦਾ ਕਿਸਾਨ ਉਹਨਾਂ ਤਕੜਾ ਨਹੀਂ ਹੋਇਆ, ਬਾਅਦ 'ਚ ਦੇਖ ਲਾਂਗੇ ਕਦੇ ਜੇ ਹੋ ਗਿਆ ਤਾਂ। ਐਵੇਂ ਨਵੀਂ ਕਿਸੇ ਵੀਡੀਓ ਤੇ ਮਿਲਾਂਗੇ ਜੀ। ਸਤਿ ਸ਼੍ਰੀ ਅਕਾਲ।